ਬਿਕਰਮਜੀਤ ਨੂਰ ਦਾ ਨੋਵਲ ਚੁੰਨੀ ਦਾ ਪੱਲਾ 22ਵਾਂ ਅੰਗ। 10ਵੀਂ ਜਮਾਤ ਤੱਕ ਪਹੁੰਚਦੇ ਪਹੁੰਚਦੇ ਸੁਰਿੰਦਰ ਕਾਫੀ ਸੂਝਵਾਨ ਹੋ ਗਿਆ ਸੀ। ਸਰੀਰਕ ਤੇ ਮਾਨਸਿਕ ਦੋਹਾਂ ਪੱਖਾਂ ਤੋਂ ਉਹਦਾ ਬਰਾਬਰ ਦਾ ਵਿਕਾਸ ਹੋਇਆ ਸੀ। ਉੱਚਾ ਲੰਮਾ ਕੱਦ ਸੀ ਉਸਦਾ, ਸਿਹਤ ਸੋਹਣੀ ਤੇ ਰੰਗ ਗੋਰਾ, ਅੱਖਾਂ ਮੋਟੀਆਂ, ਸਿਆਣਪ ਨਾਲ ਭਰੀਆਂ ਹੋਈਆਂ ਤੇ ਖੂਬਸੂਰਤ। 10ਵੀਂ ਦੇ ਇਮਤਿਹਾਨਾਂ ਤੋਂ ਬਾਅਦ ਉਹ ਕਾਫੀ ਸਮਾਂ ਵਿਹਲਾ ਹੋ ਗਿਆ ਸੀ, ਪਰ ਉਸਨੇ ਆਪਣਾ ਅਧਿਐਨ ਜਾਰੀ ਰੱਖਣ ਦੇ ਉਦੇਸ਼ ਨਾਲ ਸ਼ਹਿਰ ਦੀ ਲਾਇਬ੍ਰੇਰੀ ਵਿੱਚੋਂ ਕਢਵਾ ਕੇ ਬਹੁਤ ਸਾਰੀਆਂ ਚੰਗੀਆਂ ਕਿਤਾਬਾਂ ਪੜ੍ਹੀਆਂ ਸਨ। ਕੁਝ ਗੀਤ ਤੇ ਕਵਿਤਾਵਾਂ ਵੀ ਲਿਖੀਆਂ ਸਨ। ਤੇ ਇੱਕ ਰਾਤ ਉਹਨੂੰ ਸੁਪਨਾ ਆਇਆ ਸੀ, ਬੜਾ ਹੀ ਅਨੋਖਾ ਸੁਪਨਾ। ਇੱਕ ਖੂਬਸੂਰਤ ਲੜਕੀ ਹੈ, ਬਹੁਤ ਹੀ ਨਾਜ਼ੁਕ ਤੇ ਪਿਆਰੀ ਜਿਹੀ, ਰੰਗ ਨਾ ਗੋਰਾ ਨਾ ਕਾਲਾ, ਪਤਲੀਆਂ ਪਤਲੀਆਂ ਕਮਜ਼ੋਰ ਜਿਹੀਆਂ ਉਂਗਲਾਂ ਵਿੱਚ ਉਹਨੇ ਕਲਮ ਫੜੀ ਹੋਈ ਹੈ। ਖਤ ਲਿਖਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਕੰਬਦੀਆਂ ਹੋਈਆਂ ਉਂਗਲਾਂ ਵਿੱਚੋਂ ਕਲਮ ਡਿੱਗ ਡਿੱਗ ਪੈ ਰਹੀ ਹੈ। ਖਤ ਲਿਖਣ ਦੀ ਉਮੰਗ ਜਿਉਂ ਦੀ ਤਿਉਂ ਕਾਇਮ ਹੈ। ਆਪਣੇ ਬੁੱਲ੍ਹਾਂ ਨੂੰ ਉਹਨੇ ਇਸ ਪ੍ਰਕਾਰ ਗੁਲਾਈ ਦਿੱਤੀ ਹੋਈ ਹੈ ਜਿਵੇਂ ਉਫ ਕਹਿਣਾ ਜਾਂ ਬੋਲਣਾ ਚਾਹੁੰਦੀ ਹੋਵੇ। ਪਰ ਇਹ ਕੀ, ਬਿਨਾਂ ਕੁਝ ਲਿਖੇ ਹੰਝੂਆਂ ਦੀ ਝੜੀ ਲੱਗ ਗਈ। ਹੰਝੂਆਂ ਦੇ ਪਰਨਾਲੇ ਵਗ ਤੁਰੇ, ਹੰਝੂਆਂ ਦੀਆਂ ਨਦੀਆਂ ਦੇ ਦਰਿਆ ਵਗ ਤੁਰੇ। ਇੰਨਾ ਪਾਣੀ, ਇੰਨਾ ਸ਼ੂਕਦਾ ਦਰਿਆ। ਸੁਰਿੰਦਰ ਇਸ ਦਰਿਆ ਦੇ ਕਿਨਾਰੇ ਤੇ ਖੜਾ ਹੈ। ਕੁਝ ਪਲਾਂ ਬਾਅਦ ਉਹ ਇਸ ਦਰਿਆ 'ਚ ਛਾਲ ਮਾਰ ਦਿੰਦਾ ਹੈ। ਪਾਣੀ ਅੱਗ ਦੀਆਂ ਲਾਟਾਂ ਬਣ ਜਾਂਦਾ ਹੈ। ਉਹਦਾ ਜਿਸਮ ਸੇਕ ਨਾਲ ਬੇਹਾਲ ਹੋ ਰਿਹਾ ਹੈ। ਉਸਨੂੰ ਅੰਤਾਂ ਦੀ ਪਿਆਸ ਲੱਗੀ ਹੋਈ ਹੈ। ਪਾਣੀ ਵਿੱਚ ਪਹੁੰਚ ਕੇ ਵੀ ਪਾਣੀ ਪਾਣੀ ਪੁਕਾਰ ਰਿਹਾ ਹੈ। ਪਾਣੀ 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 ਉੱਚੀ ਉੱਚੀ ਕੂਕ ਰਿਹਾ ਹੈ। ਸੁਰਿੰਦਰ ਦਾ ਸੱਜਾ ਹੱਥ ਉਹਦੀ ਛਾਤੀ ਤੋਂ ਹਟਾਉਂਦਿਆਂ ਮਾਂ ਕਹਿ ਰਹੀ ਹੈ, ਸੁਰਿੰਦਰ ਆ ਫੜ ਪੁੱਤ ਪਾਣੀ, ਪਾਣੀ ਪੀ ਲੈ ਉੱਠ ਕੇ, ਬਚਾਓ ਬਚਾਓ ਪਾਣੀ ਪਾਣੀ। ਸੁਰਿੰਦਰ ਅਜੇ ਵੀ ਬੋਲੀ ਜਾ ਰਿਹਾ ਸੀ, ਪੁਕਾਰੀ ਜਾ ਰਿਹਾ ਸੀ, ਬੇਟੇ ਤੂੰ ਡਰ ਗਿਆ ਹੈ, ਤੈਨੂੰ ਭੈੜਾ ਸੁਪਨਾ ਆਇਆ, ਲੈ ਫੜ ਪਾਣੀ ਪੀ ਲੈ। ਸੁਰਿੰਦਰ ਨੇ ਅੱਖਾਂ ਖੋਲ ਲਈਆਂ ਸਨ। ਘਬਰਾਈਆਂ ਹੋਈਆਂ ਨਜ਼ਰਾਂ ਨਾਲ ਉਸਨੇ ਮਾਂ ਵੱਲ ਦੇਖਿਆ ਸੀ। ਚੁੱਪਚਾਪ ਪਾਣੀ ਪੀ ਕੇ ਉਹ ਫੇਰ ਲੇਟ ਗਿਆ ਸੀ। ਮੈਂ ਤਾਂ ਰੋਜ਼ ਕਹਿੰਦੀ ਹਾਂ ਪਾਣੀ ਪੀ ਕੇ ਸੌਂਇਆ ਕਰ, ਪਰ ਤੂੰ ਤਾਂ ਪੜ੍ਹਦਾ ਪੜ੍ਹਦਾ ਹੀ ਸੌਂ ਜਾਂਦਾ। ਮਾਂ ਖਾਲੀ ਗਲਾਸ ਫੜ ਕੇ ਆਪਣੇ ਮੰਜੇ ਤੇ ਚਲੀ ਗਈ ਸੀ। ਸੁਰਿੰਦਰ ਹੁਣ ਪੂਰੀ ਤਰ੍ਹਾਂ ਜਾਗ ਚੁੱਕਾ ਸੀ। ਉਹ ਹੈਰਾਨ ਹੋ ਰਿਹਾ ਸੀ ਕਿ ਸੁਪਨਾ ਇੰਨਾ ਵਧੀਆ ਸ਼ੁਰੂ ਹੋ ਕੇ ਕਿਹੜਾ ਰੂਪ ਧਾਰਨ ਕਰ ਗਿਆ ਸੀ। ਸਰਬਜੀਤ ਨਾਲ ਮੁਲਾਕਾਤ ਤੋਂ ਬਾਅਦ ਉਹਨੇ ਮਹਿਸੂਸ ਕੀਤਾ ਸੀ ਕਿ ਜਿਵੇਂ ਇਹ ਉਹੀ ਸੁਪਨੇ ਵਾਲੀ ਨਾਜ਼ੁਕ ਜਿਹੀ ਲੜਕੀ, ਪਰ ਉਹ ਹੰਝੂਆਂ ਦੇ ਦਰਿਆ ਤੇ ਉਸ ਤੋਂ ਬਾਅਦ ਦਾ ਸੁਪਨਾ ਉਹਨੂੰ ਕੁਝ ਵੀ ਸਮਝ ਨਹੀਂ ਸੀ ਆਇਆ। ਸੁਪਨੇ ਤਾਂ ਆਖਰ ਸੁਪਨੇ ਹੀ ਹੁੰਦੇ ਹਨ, ਇਹੀ ਸੋਚ ਕੇ ਉਹਨੂੰ ਤਸੱਲੀ ਜਿਹੀ ਹੋ ਗਈ ਸੀ। ਸਰਬਜੀਤ ਦੇ ਪਿਆਰ ਨੇ ਉਹਦੀ ਕਾਇਆ ਕਲਪ ਕਰ ਦਿੱਤੀ ਸੀ। ਉਸਦੇ ਬੇਤਰਤੀਬ ਖਿਆਲਾਂ ਨੂੰ ਤਰਤੀਬ ਤੇ ਨਵੀਂ ਸੇਧ ਮਿਲੀ ਸੀ। ਉਸਦੀ ਕਵਿਤਾ, ਗੀਤ ਤੇ ਗਲੇ ਦੀ ਆਵਾਜ਼ ਕਾਲਜ ਦੇ ਵਿਦਿਆਰਥੀਆਂ ਦੀ ਰੂਹ ਦੀ ਖੁਰਾਕ ਬਣ ਚੁੱਕੀ ਸੀ। ਸੁਰਿੰਦਰ ਦੀ ਹੋਂਦ ਕਾਲਜ ਦੀ ਸ਼ਾਨ ਸੀ, ਗੌਰਵ ਸੀ। ਇਸੇ ਸਥਿਤੀ ਵਿੱਚ ਸਰਬਜੀਤ ਨੂੰ ਦੇਖਿਆ ਜਾ ਸਕਦਾ ਸੀ। ਦੋਵੇਂ ਆਪਣੀ ਆਵਾਜ਼ ਦੇ ਜਾਦੂ ਨਾਲ ਹਰ ਇੱਕ ਨੂੰ ਕਾਇਲ ਕਰਕੇ ਤਰ੍ਹਾਂ ਤਰ੍ਹਾਂ ਦੇ ਇਨਾਮ ਸਨਮਾਨ ਹਾਸਲ ਕਰ ਚੁੱਕੇ ਸਨ। ਸਤੀਸ਼ ਨਾਲ ਹੋਈ ਝੜਪ ਦਾ ਜ਼ਿਕਰ ਉਹਨੇ ਮਾਂ ਅੱਗੇ ਨਹੀਂ ਸੀ ਕੀਤਾ, ਐਵੇਂ ਟਾਲ ਮਟੋਲ ਜੀ ਕਰ ਗਿਆ ਸੀ। ਇਸ ਤੋਂ ਕੁਝ ਦਿਨਾਂ ਬਾਅਦ ਗੁਲਾਬ ਦੇ ਫੁੱਲਾਂ ਦੇ ਨੇੜੇ ਛਾਵੇਂ ਘਾਹ ਤੇ ਬੈਠੇ ਹੋਏ ਉਹ ਕਾਫੀ ਦੇਰ ਗੱਲਾਂ ਕਰਦੇ ਰਹੇ ਸਨ। ਸਰਬਜੀਤ ਉਹਦੇ ਸਾਹਮਣੇ ਜ਼ਰਾ ਹਟ ਕੇ ਬੈਠੀ ਹੋਈ ਸੀ। ਪੈਨ ਨੂੰ ਉਂਗਲਾਂ 'ਚ ਫੜੀ ਉਹ ਕਾਗਜ਼ ਤੇ ਪੁੱਠੀਆਂ ਸਿੱਧੀਆਂ ਲਕੀਰਾਂ ਮਾਰੀ ਜਾ ਰਹੀ ਸੀ। ਤੂੰ ਕੀ ਚਿੱਤਰਕਾਰੀ ਕਰਨ ਲੱਗੀ ਹੋਈ ਹੈ? ਕਾਫੀ ਸਮਾਂ ਪਹਿਲਾਂ ਦੋਵੇਂ ਤੁਸੀਂ ਤੋਂ ਤੂੰ ਹੋ ਗਏ ਸਨ। ਸ਼ਾਇਦ ਪਿਆਰ ਦੀ ਇਹੋ ਹੀ ਜੁਸਤਜੂ ਹੁੰਦੀ ਹੈ। ਕੋਈ ਗੱਲ ਕਰ, ਅੱਜ ਚੁੱਪ ਕਿਉਂ ਹੈ? ਮੈਂ ਸੋਚ ਰਹੀ ਸੀ। ਸਰਬਜੀਤ ਨੇ ਆਪਣਾ ਸਿਰ ਚੁੱਕਿਆ ਤੇ ਸੁਰਿੰਦਰ ਦੇ ਚਿਹਰੇ ਵੱਲ ਤੱਕਿਆ। ਸਾਰੀ ਦੁਨੀਆ ਦਾ ਸੁਧਾਰ ਕਰਨ ਦਾ ਤੂੰ ਠੇਕਾ ਲੈ ਰੱਖਿਆ? ਮਤਲਬ ਸਤੀਸ਼ ਵਰਗਿਆਂ ਨਾਲ ਪੰਗਾ ਲੈਣ ਦਾ? ਦੇਖ ਸਰਬਜੀਤ, ਉਹ ਛੋਟੇ ਛੋਟੇ ਨਵੇਂ ਮੁੰਡਿਆਂ ਨੂੰ ਲੋੜ ਤੋਂ ਜ਼ਿਆਦਾ ਤੰਗ ਕਰ ਰਿਹਾ ਸੀ ਤੇ ਇੱਕ ਦਿਨ ਪਹਿਲਾਂ ਤੇਰੀਆਂ ਕਿਤਾਬਾਂ, ਠੀਕ ਹੈ, ਪਰ ਇਹਨਾਂ ਮੁਸ਼ਟੰਡਿਆਂ ਨਾਲ ਆਪਾਂ ਪੂਰੇ ਨਹੀਂ ਉਤਰ ਸਕਦੇ। ਜੇਕਰ ਇਸੇ ਕੰਮ 'ਚ ਹੀ ਲੱਗੇ ਰਹੇ ਤਾਂ ਪੜ੍ਹਾਈ ਕਦੋਂ ਕਰਾਂਗੇ? ਇਹ ਤਾਂ ਠੀਕ ਹੈ, ਪਰ ਕੀ? ਪਰ ਫਿਰ ਵੀ ਗਲਤ ਕੰਮ ਵੇਖ ਕੇ ਆਪਾਂ ਤਾਂ ਸਹਾਰ ਨਹੀਂ ਸਕਦੇ। ਸੁਰਿੰਦਰ, ਮੈਂ ਕਹਿਣ ਲੱਗੀ ਸਾਂ, ਜੇਕਰ ਉਸ ਦਿਨ ਤੈਨੂੰ ਜ਼ਿਆਦਾ ਚੋਟ ਆ ਜਾਂਦੀ ਫਿਰ ਕੀ ਹੁੰਦਾ? ਫਿਰ ਦੇਖੀ ਜਾਂਦੀ, ਸੁਰਿੰਦਰ ਨੇ ਸਹਿਮਤ ਹੁੰਦਿਆਂ ਆਖਿਆ। ਮੈਂ ਵੀ ਬਾਅਦ 'ਚ ਸੋਚਿਆ ਸੀ, ਜੇਕਰ ਉਹਨਾਂ ਨੂੰ ਪ੍ਰਿੰਸੀਪਲ ਦਾ ਡਰ ਨਾ ਹੁੰਦਾ ਤਾਂ ਸ਼ਾਇਦ ਮੇਰਾ ਕਾਫੀ ਨੁਕਸਾਨ ਕਰਦੇ। ਸੁਰਿੰਦਰ ਨੇ ਆਪਣੀ ਆਵਾਜ਼ ਧੀਮੀ ਕਰਦਿਆਂ ਅੱਗੇ ਕਿਹਾ, ਇੱਕ ਗੱਲ ਹੋਰ ਵੀ ਧਿਆਨ ਨਾਲ ਸੁਣ ਲੈ।
ਉਹ ਟਿੱਕੇ ਹੁਣ ਨਹੀਂ ਪੈਣ ਵਾਲੇ। ਬੇਸ਼ੱਕ ਪ੍ਰਿੰਸੀਪਲ ਨੇ ਵੀ ਕਾਫੀ ਝਾੜਾਂ ਪਾਈਆਂ, ਛਿੱਤਰ ਵੀ ਖਾ ਲੈਣਗੇ, ਸਰਬਜੀਤ ਨਾ ਚਾਹੁੰਦੀ ਹੋਈ ਵੀ ਕਹਿ ਗਈ। ਦਰਅਸਲ ਉਹ ਅਜਿਹੀਆਂ ਬੇਕਾਰ ਗੱਲਾਂ 'ਚ ਹਰਗਿਜ਼ ਵਕਤ ਬਰਬਾਦ ਨਹੀਂ ਸੀ ਕਰਨਾ ਚਾਹੁੰਦੀ। ਅਜਿਹਾ ਬਿਲਕੁਲ ਨਹੀਂ ਸੀ ਕਿ ਉਹ ਡਰਪੋਕ ਸੀ। ਸੁਰਿੰਦਰ ਦੇ ਅਨੋਖੇ ਸੁਪਨੇ ਦੇ ਉਲਟ ਨਾ ਤਾਂ ਕਦੀ ਉਹਦੀਆਂ ਉਂਗਲਾਂ ਕੰਬੀਆਂ ਸਨ ਤੇ ਨਾ ਹੀ ਅੱਖਾਂ 'ਚ ਹੰਝੂਆਂ ਦੇ ਹੜ੍ਹ ਆਏ ਸਨ। ਉਹ ਤਾਂ ਅੱਗੋਂ ਮਜ਼ਬੂਤ ਇਰਾਦੇ ਵਾਲੀ ਇੱਕ ਤਕੜੀ ਕੁੜੀ ਸੀ। ਇਹਨਾਂ ਨੇ ਤਾਂ ਛਿੱਤਰ ਖਾਂਦੇ ਹੀ ਰਹਿਣਾ। ਚੱਲ ਕੋਈ ਹੋਰ ਗੱਲ ਕਰ, ਕਿਵੇਂ ਬੀਤਦੇ ਆ ਦਿਨ ਤੇ ਰਾਤਾਂ? ਸੁਰਿੰਦਰ ਵਿਸ਼ਾ ਬਦਲਣਾ ਚਾਹੁੰਦਾ ਸੀ। ਇਹ ਤੂੰ ਆਪਣੇ ਦਿਲ ਤੋਂ ਪੁੱਛ। ਦਿਲ ਤੋਂ ਪੁੱਛਾਂ? ਮੇਰਾ ਦਿਲ ਜਦ ਮੇਰਾ ਨਹੀਂ ਰਿਹਾ ਤਾਂ ਕਿਵੇਂ ਪੁੱਛਾਂ ਦਿਲ ਤੋਂ? ਇਹੀ ਹਾਲਤ ਮੇਰੀ ਹੈ। ਇਸ ਕਰਕੇ ਇਸ ਬੇਕਾਰ ਪ੍ਰਸ਼ਨ ਦਾ ਕੋਈ ਅਰਥ ਹੀ ਨਹੀਂ ਰਹਿੰਦਾ। ਇਸ ਬੇਕਾਰ ਪ੍ਰਸ਼ਨ ਦਾ ਬੇਸ਼ੱਕ ਕੋਈ ਅਰਥ ਨਹੀਂ, ਪਰ ਇਹ ਪ੍ਰਸ਼ਨ ਅੱਜ ਵੀ ਹੈ ਤੇ ਜਿਉਂਦਾ ਤਿਉਂ। ਸਰਬਜੀਤ ਥੋੜੀ ਜਿਹੀ ਸੁਰਿੰਦਰ ਦੇ ਨੇੜੇ ਹੋ ਗਈ ਸੀ। ਸੁਰਿੰਦਰ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਿਆ ਸੀ। ਕਿੰਨੇ ਪੀੜੇ ਹੁੰਦੇ ਹਨ ਇਹ ਪਿਆਰ ਦੇ ਬੰਧਨ, ਜੋ ਟੁੱਟ ਕੇ ਵੀ ਨਹੀਂ ਟੁੱਟਦੇ, ਜੋ ਹਾਰ ਕੇ ਵੀ ਨਹੀਂ ਹਾਰਦੇ, ਜੋ ਮਰ ਕੇ ਵੀ ਨਹੀਂ ਮਰਦੇ। ਕੀ ਸਰਬਜੀਤ ਨਾਲ ਇਹ ਪਿਆਰ ਦਾ ਰਿਸ਼ਤਾ ਸ਼ਾਦੀ ਵਿੱਚ ਵੀ? ਸਰਬਜੀਤ ਦੀ ਵਧੀਆ ਆਰਥਿਕ ਹਾਲਤ ਬਾਰੇ ਉਹਨੂੰ ਪੂਰੀ ਜਾਣਕਾਰੀ ਸੀ। ਕਾਫੀ ਤਕੜੇ ਜ਼ਿਮੀਂਦਾਰ ਸਨ ਉਹ। ਪਿੰਡ 'ਚ ਉਹਨਾਂ ਦੀ ਬਹੁਤ ਸਾਰੀ ਜ਼ਮੀਨ ਸੀ ਤੇ ਇੱਥੇ ਸ਼ਹਿਰ 'ਚ ਵੀ ਖੂਬਸੂਰਤ ਕੋਠੀ ਸੀ। ਇੱਕ ਦਿਨ ਉਹਦੇ ਇੱਕ ਨਜ਼ਦੀਕੀ ਦੋਸਤ ਨੇ ਸਾਰੀਆਂ ਗੱਲਾਂ ਦੱਸੀਆਂ ਸਨ। ਉਹਨੇ ਮਖੌਲ ਕਰਦਿਆਂ ਵੀ ਕਿਹਾ ਸੀ, ਭਰਾਵਾ ਪਿਆਰ ਸ਼ਿਆਰ ਹੀ ਕਰ ਲੈ ਜਿਹੜਾ ਕਰਨਾ ਹੈ, ਵਿਆਹ ਕਰਾਉਣ ਦੀ ਨਾ ਸੋਚ ਲਈ ਕਿਤੇ, ਉਹ ਤਕੜੇ ਜ਼ਿਮੀਂਦਾਰ ਹੈ। ਸੁਰਿੰਦਰ ਚੁੱਪ ਕਰ ਗਿਆ ਸੀ। ਇਸ ਗੱਲ ਦਾ ਉਹਦੇ ਦਿਲ ਉੱਤੇ ਕਾਫੀ ਪ੍ਰਭਾਵ ਪਿਆ ਸੀ ਤੇ ਉਹਨੇ ਪੱਕਾ ਫੈਸਲਾ ਕਰ ਲਿਆ ਸੀ ਕਿ ਉਹ ਇੱਕ ਹੱਦ ਤੋਂ ਅੱਗੇ ਨਹੀਂ ਵਧੇਗਾ, ਮੁਹੱਬਤ ਨੂੰ ਰੋਗ ਨਹੀਂ ਬਣਨ ਦੇਗਾ। ਪਰ ਇਹ ਸਾਰਾ ਕੁਝ ਇਸ ਦੇ ਵੱਸ ਦੀ ਗੱਲ ਤਾਂ ਨਹੀਂ ਸੀ। ਸਰਬਜੀਤ ਪ੍ਰਤੀ ਉਹਦਾ ਮੋਹ ਰੋਗ ਤੋਂ ਵੀ ਵੱਧ ਹੋ ਗਿਆ ਸੀ। ਇਸ ਜਿਉਂ ਦੇ ਤਿਉਂ ਪ੍ਰਸ਼ਨ ਦਾ ਕੀ ਹੱਲ ਹੋ ਸਕਦਾ ਸੀ? ਇਹੀ ਸਭ ਤੋਂ ਵੱਡਾ ਪ੍ਰਸ਼ਨ ਸੀ। ਸੁਰਿੰਦਰ ਇੱਕ ਟੱਕ ਜ਼ਮੀਨ ਵੱਲ ਦੇਖਣ ਲੱਗ ਪਿਆ ਸੀ। ਸਰਬਜੀਤ ਵੀ ਚੁੱਪਚਾਪ ਉਹਦੇ ਚਿਹਰੇ ਵੱਲ ਦੇਖਦੀ ਰਹੀ ਸੀ। ਪ੍ਰਸ਼ਨ ਦਾ ਹੱਲ ਲੱਭ ਰਿਹਾ? ਕੀ ਸੋਚਣ ਲੱਗ ਪਿਆ? ਸਰਬਜੀਤ ਸੁਰਿੰਦਰ ਦੇ ਉਤਰੇ ਹੋਏ ਚਿਹਰੇ ਵੱਲ ਵੇਖ ਕੇ ਮੁਸਕਰਾਉਣ ਲੱਗ ਪਈ ਸੀ। ਹੱਲ? ਮੈਂ ਹੱਲ ਕੀ ਲੱਭਣਾ ਹੈ? ਇੱਕ ਗਰੀਬ ਆਦਮੀ ਨੇ। ਗਰੀਬ? ਤੂੰ ਗਰੀਬ ਕਦੋਂ ਤੋਂ ਹੋ ਗਿਆ? ਮੈਨੂੰ ਤਾਂ ਹੁਣ ਪਤਾ ਲੱਗਾ। ਸਰਬਜੀਤ ਹੱਸ ਪਈ ਸੀ। ਅਸੀਂ ਗਰੀਬ ਹੀ ਤਾਂ ਹਾਂ। ਮੇਰੀ ਮਾਂ। ਚੁੱਪ। ਜੇਕਰ ਇੱਕ ਲਫ਼ਜ਼ ਵੀ ਅੱਗੋਂ ਬੋਲਿਆ ਤਾਂ ਮੈਥੋਂ ਬੁਰੀ ਕੋਈ ਨਹੀਂ ਹੋਣੀ। ਸਰਬਜੀਤ ਅਜਿਹੀ ਕੋਈ ਗੱਲ ਸੁਣਨੀ ਨਹੀਂ ਸੀ ਚਾਹੁੰਦੀ ਜਿਸ ਨਾਲ ਸੁਰਿੰਦਰ ਵਿੱਚ ਹੀਣਤਾ ਭਾਵ ਆਵੇ। ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਆਦਮੀ ਅੰਦਰਲੇ ਗੁਣ ਵੀ ਵੱਡੀ ਦੌਲਤ ਤੋਂ ਘੱਟ ਨਹੀਂ ਹੁੰਦੇ। ਸੁਰਿੰਦਰ ਵੀ ਮੁਸਕਰਾ ਤਾਂ ਪਿਆ ਸੀ, ਪਰ ਉਸ ਮੁਸਕਰਾਹਟ 'ਚ ਜੋ ਤਲਖੀ ਛੁਪੀ ਹੋਈ ਸੀ ਉਹ ਸਾਫ਼-ਸਾਫ਼ ਭਾਂਪੀ ਜਾ ਸਕਦੀ ਸੀ। ਦੱਸ ਹੋਰ ਕੀ ਕਰਾਂ? ਸੁਰਿੰਦਰ ਨੇ ਬੇਵਸੀ ਜ਼ਾਹਰ ਕੀਤੀ। ਤੂੰ ਨਹੀਂ ਕੁਝ ਕਹਿਣਾ? ਮੈਂ ਹੀ ਕਹਿ ਦਿੰਦੀ ਹਾਂ। ਆਪਾਂ ਇੱਕ ਸੀ, ਇੱਕ ਹਾਂ ਤੇ ਇੱਕ ਹੀ ਰਹਾਂਗੇ, ਸਦਾ ਲਈ। ਇਹ ਗੱਲ ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਹੀ ਹਾਂ। ਸਰਬਜੀਤ ਨੇ ਆਪਣਾ ਸੱਜਾ ਹੱਥ ਵਧਾ ਦਿੱਤਾ। ਲੈ ਮਿਲਾ ਹੱਥ ਤੇ ਮਰਦ ਬਣ, ਮੇਰੀ ਬਾਂਹ ਫੜ, ਮੈਂ ਹਮੇਸ਼ਾ ਲਈ ਤੇਰੀ ਹਾਂ। ਸੁਰਿੰਦਰ ਨੇ ਹੱਥ ਮਿਲਾਇਆ, ਪਰ ਇੱਕ ਸ਼ਬਦ ਵੀ ਉਸ ਤੋਂ ਬੋਲਿਆ ਨਹੀਂ ਸੀ ਗਿਆ। ਸਰਬਜੀਤ ਦੀ ਨਿਗਾਹ ਦੂਰ ਖੜੇ ਸਤੀਸ਼ ਤੇ ਪੈ ਗਈ, ਜਿਹੜਾ ਬਹੁਤ ਹੀ ਘੂਰ ਕੇ ਸਾਰਾ ਦ੍ਰਿਸ਼ ਦੇਖ ਰਿਹਾ ਸੀ। ਨਾਲ ਹੀ ਆਪਣੇ ਸਾਥੀਆਂ ਨੂੰ ਕੂਣੀਆਂ ਮਾਰ ਕੇ ਕੁਝ ਸਮਝਾ ਵੀ ਰਿਹਾ ਸੀ। ਚੱਲ ਹੁਣ ਚੱਲੀਏ, ਚਾਹ ਪੀ ਕੇ ਆਈਏ। ਸਾਹਮਣੇ ਹਰਾਮਜ਼ਾਦਾ ਖੜਾ ਹੈ, ਕਿਵੇਂ ਆਨੇ ਫੜ ਕੇ ਦੇਖੀ ਜਾਂਦਾ ਹੈ, ਜਿਵੇਂ ਮੈਂ ਉਹਦੀ ਭੈਣ ਲੱਗਦੀ ਹੋਵਾਂ। ਸੁਰਿੰਦਰ ਨੇ ਵੀ ਉੱਠ ਕੇ ਦੇਖ ਲਿਆ ਸੀ, ਪਰ ਸਤੀਸ਼ ਨੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ ਸੀ। ਇਸ ਉੱਲੂ ਦੇ ਪੱਠੇ ਦਾ ਨਾ ਮੈਨੂੰ ਪਹਿਲਾਂ ਡਰ ਸੀ ਤੇ ਨਾ ਹੁਣੇ ਹੈ, ਸੁਰਿੰਦਰ ਨੇ ਕਿਹਾ ਤੇ ਸਰਬਜੀਤ ਦੇ ਨਾਲ ਕੈਂਟੀਨ ਵੱਲ ਤੁਰ ਪਿਆ ਸੀ। ਅੰਗ 23ਵਾਂ। ਪੂਰਾ ਇੱਕ ਹਫ਼ਤਾ ਬੀਤ ਗਿਆ ਸੀ। ਸੁਰਿੰਦਰ ਕਾਲਜ ਨਹੀਂ ਸੀ ਆ ਰਿਹਾ। ਸਰਬਜੀਤ ਨੂੰ ਬਹੁਤ ਫਿਕਰ ਸੀ। ਉਹਦੀ ਗੈਰ ਹਾਜ਼ਰੀ ਦੇ ਕਾਰਨ ਦੀ ਉਸਨੂੰ ਵੀ ਸਮਝ ਨਹੀਂ ਸੀ ਆ ਰਹੀ। ਬੇਸ਼ੱਕ ਬਿਮਾਰ ਹੀ ਹੋਵੇ, ਸਰਬਜੀਤ ਨੇ ਫੈਸਲਾ ਕਰ ਲਿਆ ਸੀ ਕਿ ਉਹ ਸੁਰਿੰਦਰ ਦਾ ਪਤਾ ਲੈਣ ਜ਼ਰੂਰ ਜਾਏਗੀ। ਇਸ ਤਰ੍ਹਾਂ ਤਾਂ ਉਹਦਾ ਇੱਕ ਪਲ ਬੇਚੈਨੀ 'ਚ ਬਤੀਤ ਹੋ ਰਿਹਾ ਸੀ। ਰਾਤ ਨੂੰ ਅਚਾਨਕ ਜਾਗ ਖੁੱਲ ਜਾਂਦੀ ਸੀ ਤੇ ਸੁਰਿੰਦਰ ਦਾ ਚਿਹਰਾ ਸਾਹਮਣੇ ਆ ਖੜਦਾ ਸੀ। ਸਰਬਜੀਤ ਦਾ ਦਿਲ ਬੀਤੇ ਦਿਨਾਂ ਦੇ ਨਗਮੇ ਗਾਉਣ ਲੱਗ ਪੈਂਦਾ ਸੀ। ਕਾਲਜ ਦੇ ਵਕਤ ਤੋਂ ਕਾਫੀ ਸਮਾਂ ਪਹਿਲਾਂ ਸਰਬਜੀਤ ਘਰੋਂ ਨਿਕਲ ਪਈ ਸੀ। ਪੁੱਛਦੀ ਪਛਾਉਂਦੀ ਨੇ ਪੂਰਾ 1 ਘੰਟੇ ਬਾਅਦ ਸੁਰਿੰਦਰ ਦਾ ਘਰ ਜਾ ਲੱਭਿਆ। ਕਮਰੇ ਦੇ ਬਾਹਰ ਖੜੀ ਨੇ ਸਾਈਕਲ ਦੀ ਟੱਲੀ ਖੜਕਾਈ। ਸੁਰਿੰਦਰ ਨੇ ਆਵਾਜ਼ ਪਛਾਣ ਲਈ ਸੀ ਤੇ ਉਹਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਸਰਬਜੀਤ ਇੱਧਰ ਕਿਵੇਂ ਆ ਪਹੁੰਚੀ? ਉਹਨੇ ਤਾਂ ਮਾਂ ਨੂੰ ਕੁਝ ਵੀ ਨਹੀਂ ਸੀ ਦੱਸਿਆ ਹੋਇਆ। ਪਿਛਲੀ ਮੁਲਾਕਾਤ ਵਿੱਚ ਜੋ ਹਮੇਸ਼ਾ ਲਈ ਇੱਕ ਹੋ ਜਾਣ ਦੇ ਵਾਅਦੇ ਹੋਏ ਸਨ, ਉਸ ਸਬੰਧ ਵਿੱਚ ਵੀ ਕੋਈ ਗੱਲ ਨਹੀਂ ਸੀ ਕੀਤੀ।
ਅਜਿਹੀ ਗੱਲ ਕਰਦਿਆਂ ਉਹਨੂੰ ਸ਼ਰਮ ਆਉਂਦੀ ਸੀ। ਬੇਸ਼ੱਕ ਸੁਰਿੰਦਰ ਦੇ ਬੈਠਣ ਤੇ ਚੁੱਪ ਰਹਿਣ ਤੋਂ ਮਾਂ ਨੂੰ ਪੱਕਾ ਅੰਦਾਜ਼ਾ ਹੋ ਗਿਆ ਸੀ ਕਿ ਸੁਰਿੰਦਰ ਦੇ ਜੀਵਨ 'ਚ ਕੋਈ ਪੂਰੀ ਤਰ੍ਹਾਂ ਸਮਾ ਚੁੱਕਾ ਹੈ, ਪਰ ਉਹਨੇ ਕਦੇ ਕੋਈ ਪ੍ਰਸ਼ਨ ਨਹੀਂ ਸੀ ਉਠਾਇਆ। ਸਰਬਜੀਤ ਦੀ ਅਚਾਨਕ ਆਮਦ ਨੇ ਉਹਨੂੰ ਹੈਰਾਨ ਕਰ ਦਿੱਤਾ ਸੀ। ਆਖਿਰ ਐਡੇ ਵੱਡੇ ਘਰ ਦੀ ਕੁੜੀ ਨੂੰ ਕਿੱਥੇ ਬਿਠਾਏਗਾ? ਉਹਨੂੰ ਕੀ ਪਿਆਏਗਾ ਤੇ ਕੀ ਖਵਾਏਗਾ? ਮਾਂ ਵੀ ਨਾਰਾਜ਼ ਹੋਏਗੀ ਕਿ ਉਹਨੇ ਪਹਿਲਾਂ ਕਿਉਂ ਨਹੀਂ ਸੀ ਦੱਸਿਆ। ਸੁਰਿੰਦਰ ਦੇ ਸੰਭਲਣ ਤੋਂ ਪਹਿਲਾਂ ਹੀ ਸੁਰਜੀਤ ਕੌਰ ਨੇ ਦਰਵਾਜ਼ਾ ਖੋਲ੍ਹ ਦਿੱਤਾ ਸੀ। ਉੱਚੀ ਲੰਮੀ ਗੋਰੀ ਚਿੱਟੀ ਕੁੜੀ ਨੂੰ ਆਪਣੇ ਬਾਰ ਅੱਗੇ ਖੜੀ ਦੇਖ ਕੇ ਉਹ ਸੋਚ ਰਹੀ ਸੀ, ਇਹ ਜ਼ਰੂਰ ਹੀ ਕਿਸੇ ਹੋਰ ਦਾ ਘਰ ਪੁੱਛਦੀ ਹੋਏਗੀ। ਦੱਸੋ ਪੁੱਤਰ, ਕਿਹਨੂੰ ਮਿਲਣਾ? ਸ਼ਾਹਾਂ ਦਾ ਘਰ ਤਾਂ ਇੱਥੋਂ 2 ਘਰ ਛੱਡ ਕੇ ਹੈ, ਉਹ ਜਿਨ੍ਹਾਂ ਦੇ ਗੇਟ ਤੇ ਫੁੱਲਾਂ ਵਾਲੀ ਬੇਲ ਚੜੀ ਹੈ। ਸੁਰਜੀਤ ਕੌਰ ਤਾਂ ਅੱਗੇ ਹੋ ਕੇ ਘਰ ਤੱਕ ਛੱਡਣ ਲਈ ਵੀ ਤਿਆਰ ਹੋਈ ਜਾਂਦੀ ਸੀ। ਜੀ, ਸੁਰਿੰਦਰ ਦਾ ਘਰ ਇਹੀ ਹੈ। ਆਪਣੇ ਪੁੱਤਰ ਦਾ ਨਾਂ ਇੱਕ ਖੂਬਸੂਰਤ ਲੜਕੀ ਦੇ ਮੂੰਹੋਂ ਸੁਣ ਕੇ ਜਿੱਥੇ ਸੁਰਜੀਤ ਕੌਰ ਨੂੰ ਖੁਸ਼ੀ ਮਹਿਸੂਸ ਹੋਈ, ਉੱਥੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਹੈਰਾਨ ਹੋ ਗਈ। ਹਾਂ ਬੇਟੀ, ਇਹੀ ਹੈ। ਇੰਨੇ ਨੂੰ ਸੁਰਿੰਦਰ ਵੀ ਦਰਵਾਜ਼ੇ 'ਚ ਆ ਗਿਆ ਸੀ। ਓ ਸਰਬਜੀਤ, ਤੂੰ ਇੱਧਰ ਦਾ ਰਸਤਾ ਕਿਵੇਂ ਭੁੱਲ ਗਈ? ਸ਼ਰਮ ਤਾਂ ਨਹੀਂ ਆਉਂਦੀ? ਰਸਤਾ ਭੁੱਲਿਆ ਹੀ ਦੱਸਦਾ। ਘਰ ਭਾਲਦੀ ਦੀਆਂ ਲੱਤਾਂ ਰਹਿ ਗਈਆਂ ਤੇ ਇਹ ਜਨਾਬ ਆਰਾਮ ਫਰਮਾ ਰਹੇ ਨੇ। ਸਰਬਜੀਤ ਦੇ ਲਹਿਜੇ 'ਚ ਆਪਣਾ ਭਰਿਆ ਉਲਾਂਭਾ ਸੀ। ਤੂੰ ਅੰਦਰ ਤਾਂ ਲੰਘ ਆ ਕਿ ਬਾਹਰ ਖੜੀ ਖੜੀ ਝਗੜਾ ਕਰਦੀ ਰਹੇਂਗੀ? ਸੁਰਜੀਤ ਕੌਰ ਮੂਕ ਦਰਸ਼ਕ ਬਣੀ ਦੋਹਾਂ ਵੱਲ ਬਿਟਰ ਬਿਟਰ ਵੇਖ ਰਹੀ ਸੀ। ਸਰਬਜੀਤ ਵੀ ਭਾਂਪ ਗਈ ਸੀ। ਉਹ ਇੱਕਦਮ ਗੰਭੀਰ ਹੋ ਗਈ। ਉਹਨੇ ਨੀਵੀਆਂ ਹੋ ਕੇ ਸੁਰਜੀਤ ਕੌਰ ਦੇ ਪੈਰੀਂ ਹੱਥ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਸੁਰਜੀਤ ਕੌਰ ਘਬਰਾ ਕੇ ਥੋੜਾ ਪਿਛਾਂਹ ਹਟ ਗਈ ਸੀ। ਜਿਉਂਦੀ ਰਹਿ ਬੇਟੀ, ਬਸ ਇਹ ਖੇਚਲ ਕਿਉਂ ਕਰਦੀ ਏ? ਸੁਰਜੀਤ ਕੌਰ ਨੇ ਪਿਆਰ ਨਾਲ ਸਰਬਜੀਤ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਸੀ। ਸਰਬਜੀਤ ਅੰਦਰ ਚਲੀ ਗਈ ਸੀ, ਪਰ ਸੁਰਜੀਤ ਕੌਰ ਲਈ ਇਹ ਸਭ ਕੁਝ ਬਹੁਤ ਹੀ ਹੈਰਾਨੀ ਭਰਿਆ ਸੀ। ਖਾਸ ਤੌਰ ਤੇ ਸਰਬਜੀਤ ਦਾ ਇੰਨਾ ਖੁੱਲ੍ਹ ਕੇ ਬੋਲਣਾ। ਸੁਰਿੰਦਰ ਵੀ ਬਹੁਤ ਜ਼ਿਆਦਾ ਹੱਸ ਕੇ ਗੱਲਾਂ ਕਰ ਰਿਹਾ ਸੀ। ਦੋਨੋਂ ਹੀ ਇੰਨੇ ਜ਼ਿਆਦਾ ਪੜ੍ਹੇ ਲਿਖੇ ਹਨ, ਕਾਲਜ ਦੀਆਂ ਗੱਲਾਂ ਇਹੋ ਜਿਹੀਆਂ ਹੀ ਹੁੰਦੀਆਂ ਹੋਣਗੀਆਂ, ਸੁਰਜੀਤ ਕੌਰ ਸੋਚ ਰਹੀ ਸੀ। ਫਿਰ ਉੱਠ ਕੇ ਚਾਹ ਬਣਾਉਣ ਲੱਗ ਪਈ। ਕਾਲਜ ਕਿਉਂ ਨਹੀਂ ਆਇਆ ਇੰਨੇ ਦਿਨ? ਸਰਬਜੀਤ ਨੇ ਫਿਰ ਪੁੱਛਿਆ। ਮੈਂ ਬਿਮਾਰ ਸੀ। ਕਿਉਂ, ਖੈਰ ਤਾਂ ਸੀ? ਮੈਨੂੰ ਤਾਂ ਸੱਚੀ ਬਹੁਤ ਫਿਕਰ ਹੋ ਗਿਆ। ਥੋੜਾ ਬੁਖਾਰ ਹੋ ਗਿਆ ਸੀ। ਹੁਣ ਤਾਂ ਠੀਕ ਹੈ। ਸਵੇਰੇ ਆਏਂਗਾ ਕਾਲਜ? ਹਾਂ। ਇਸੇ ਤਰ੍ਹਾਂ ਦੀ ਹੋਰ ਗੱਲਬਾਤ ਵੀ ਜਾਰੀ ਰਹੀ ਸੀ। ਲਓ ਪੁੱਤਰ, ਚਾਹ ਪੀ ਲਓ ਥੋੜੀ। ਸੁਰਜੀਤ ਕੌਰ ਨੇ ਚਾਹ ਦੀਆਂ 2 ਪਿਆਲੀਆਂ ਛੋਟੇ ਜਿਹੇ ਮੇਜ਼ ਤੇ ਟਿਕਾਉਂਦਿਆਂ ਕਿਹਾ। ਚਾਹ ਦੀ ਖੇਚਲ ਕਾਹਨੂੰ ਕਰ ਲਈ ਮਾਂ ਜੀ? ਸਰਬਜੀਤ ਨੇ ਕਹਿ ਹੀ ਦਿੱਤਾ। ਖੇਚਲ? ਸ਼ਰਮ ਤਾਂ ਨਹੀਂ ਆਉਂਦੀ? ਸ਼ਰਮ ਵਾਲੀ ਗੱਲ ਦੁਹਰਾ ਕੇ ਸੁਰਿੰਦਰ ਨੇ ਅਦਲੇ ਦਾ ਬਦਲਾ ਲੈ ਲਿਆ ਸੀ। ਪਰ ਮਾਂ ਨੇ ਟੋਕਦਿਆਂ ਕਿਹਾ, ਨਾ ਪੁੱਤਰ, ਘਰ ਆਇਆ ਨਾਲ ਐ ਨਹੀਂ ਬੋਲੀਦਾ ਹੁੰਦਾ। ਪਰ ਬੇਬੇ ਨੇ ਬਾਹਰ 'ਚ ਖੜੀ ਨੇ ਮੈਨੂੰ ਵੀ ਤਾਂ ਕਿਹਾ ਸੀ। ਇਹ ਛੋਟੀ ਹੈ ਤੇਰੇ ਨਾਲੋਂ, ਇਹਨੂੰ ਮਾਫ਼ ਕਰ ਦੇ। ਛੋਟੀ? ਇਹ ਤਾਂ ਬੇਬੇ ਤੇਰੇ ਨਾਲੋਂ ਵੀ ਵੱਡੀ ਹੈ, ਪੂਰੀ ਸ਼ੈਤਾਨ ਦੀ ਨਾਨੀ। ਤੇ ਤੂੰ? ਮੈਂ ਛੋਟਾ ਹਾਂ ਤੇਰੇ ਨਾਲੋਂ? ਛੋਟਾ ਨਹੀਂ, ਤੂੰ ਮੈਥੋਂ ਵੱਡਾ, ਪੂਰਾ ਸ਼ੈਤਾਨ ਦਾ ਨਾਨਾ। ਚੰਗਾ, ਤੁਸੀਂ ਨਾਨਾ ਨਾਨੀ ਬਾਅਦ 'ਚ ਬਣਿਓ, ਪਹਿਲਾਂ ਚਾਹ ਪੀ ਲਓ। ਸੁਰਜੀਤ ਕੌਰ ਵੀ ਉਹਨਾਂ 'ਚ ਸ਼ਾਮਲ ਹੁੰਦੀ ਹੋਈ ਖਿੜਖੜਾ ਕੇ ਹੱਸ ਪਈ ਤੇ ਉਹਨੇ ਇੱਕ ਪਿਆਲੀ ਚੁੱਕ ਕੇ ਦੋਵਾਂ ਦੇ ਹੱਥਾਂ 'ਚ ਫੜਾ ਦਿੱਤੀ। ਤੇ ਤੁਸੀਂ ਮਾਂ ਜੀ? ਨਾ, ਮੈਂ ਤਾਂ ਹੁਣੇ ਪੀ ਕੇ ਹਟੀ ਆ। ਤੁਸੀਂ ਪੀਓ ਬੇਟਾ। ਸੁਰਜੀਤ ਕੌਰ ਕੋਲ ਬੈਠੀ ਸੋਚਣ ਲੱਗ ਪਈ ਸੀ, ਕਿੰਨੀ ਸੋਹਣੀ ਜੋੜੀ ਹੈ। ਮੁੱਦਤਾਂ ਬਾਅਦ ਅੱਜ ਘਰ 'ਚ ਹਾਸੇ ਤੇ ਖੁਸ਼ੀ ਨੇ ਪ੍ਰਵੇਸ਼ ਕੀਤਾ ਸੀ। ਉਸਨੂੰ ਇੰਨੀ ਖੁਸ਼ੀ ਹੋਈ ਸੀ ਕਿ ਰੋਣ ਨੂੰ ਜੀ ਕਰ ਆਇਆ ਸੀ। ਉਹਨੂੰ ਇਸ ਗੱਲ ਦੀ ਵੀ ਖੁਸ਼ੀ ਹੋ ਰਹੀ ਸੀ ਕਿ ਆਖਿਰ ਅੱਜ ਸੁਰਿੰਦਰ ਦੀ ਬਦਮਾਸ਼ੀ ਦਾ ਪਤਾ ਲੱਗ ਗਿਆ ਸੀ। ਪਰ ਕੁੜੀ ਤਾਂ ਬਹੁਤ ਵੱਡੇ ਘਰ ਦੀ ਜਾਪਦੀ ਹੈ। ਇਹਨਾਂ ਖਿਆਲਾਂ 'ਚ ਡੁੱਬੀ ਸੁਰਜੀਤ ਕੌਰ ਇੱਕ ਟੱਕ ਨੀਵੀਂ ਪਾਈ ਫਰਸ਼ ਵੱਲ ਵੇਖੀ ਜਾ ਰਹੀ ਸੀ ਕਿ ਸਰਬਜੀਤ ਨੇ ਖਾਲੀ ਪਿਆਲੀ ਨੂੰ ਮੇਜ਼ ਤੇ ਰੱਖਦਿਆਂ ਕਿਹਾ, ਅੱਛਾ ਮਾਂ ਜੀ, ਕਦੇ ਆਉਣਾ ਸੁਰਿੰਦਰ ਸਿੰਘ ਨਾਲ? ਸੁਰਿੰਦਰ ਨਾਲ ਸਾਡੇ ਘਰ ਇਹ ਇਕੱਲਾ ਤਾਂ ਆਉਂਦਾ ਹੀ ਨਹੀਂ। ਸਰਬਜੀਤ ਉੱਠ ਖੜੀ ਸੀ। ਬੈਠ ਪੁੱਤਰ, ਤੇਰੀਆਂ ਗੱਲਾਂ ਨਾਲ ਤਾਂ ਵਾਹਵਾ ਜੀ ਲੱਗਿਆ ਹੋਇਆ ਸੀ। ਕਿਉਂ ਜੀ? ਸੁਰਿੰਦਰ ਨਹੀਂ ਸੁਣਾਉਂਦਾ ਗੱਲਾਂ? ਇਹ ਤਾਂ ਬੋਲਦਾ ਹੀ ਨਹੀਂ। ਅੱਜ ਹੀ ਦੇਖਿਆ ਮਾੜਾ ਮੋਟਾ ਹੱਸਦਾ, ਨਹੀਂ ਸਾਰਾ ਦਿਨ ਪੜ੍ਹੀ ਜਾਊ ਜਾਂ ਲਿਖੀ ਜਾਊ। ਉੱਥੇ ਕਾਲਜ 'ਚ ਤਾਂ ਬਥੇਰਾ ਚੱਪੜ ਬੋਲਦਾ। ਸਰਬਜੀਤ ਸੁਰਿੰਦਰ ਤੋਂ ਥੋੜਾ ਦੂਰ ਹੋ ਗਈ ਸੀ। ਤੇਰੇ ਜਿੰਨਾ ਤਾਂ ਨਹੀਂ ਬੋਲਦਾ ਹੁਣ। ਫਿਰ ਘਰੇ ਕਿਉਂ ਡੁੰਨ-ਵੱਟਾ ਬਣਿਆ ਰਹਿੰਦਾ? ਸੁਰਿੰਦਰ ਕਹਿਣ ਨੂੰ ਤਾਂ ਕਹਿ ਦਿੰਦਾ ਕਿ ਤੇਰੀ ਯਾਦ ਤੇ ਪਿਆਰ ਨੇ ਜੋ ਚੁੱਪ ਬਖਸ਼ ਦਿੱਤੀ, ਉਹ ਇੰਨੀ ਆਨੰਦਦਾਇਕ ਹੈ ਕਿ ਬੋਲਣ ਹੀ ਨਹੀਂ ਦਿੰਦੀ। ਮੇਰੀ ਇਸ ਚੁੱਪ ਦੀ ਆਵਾਜ਼ ਨੂੰ ਤੂੰ ਵੀ ਕਿਹੜਾ ਨਹੀਂ ਸਮਝਦੀ? ਉੱਪਰੋਂ ਬੇਸ਼ੱਕ ਕਿੰਨੀ ਵੀ ਭੋਲੀ ਬਣੀ ਫਿਰ। ਪੁੱਤਰ, ਇਹਨੂੰ ਸਮਝਾ, ਸਾਰਾ ਦਿਨ ਨਾ ਮਗਜ਼ ਪੱਚੀ ਕਰਿਆ ਕਰੇ। ਕਾਲਜ ਆਏ ਤਾਂ ਸਮਝਾਊਂ, ਇੱਥੇ ਤਾਂ ਮੈਂ ਕੁਝ ਵੀ ਨਹੀਂ ਕਹਿੰਦੀ। ਅੱਛਾ ਸੁਰਿੰਦਰ, ਬਹੁਤੀ ਧੀਮੀ ਆਵਾਜ਼ 'ਚ ਤੇ ਅੱਖਾਂ ਦੇ ਵਿਸ਼ੇਸ਼ ਇਸ਼ਾਰੇ ਨਾਲ
ਸਰਬਜੀਤ ਨੇ ਕਿਹਾ, ਜਿਵੇਂ ਜਾਣ ਦੀ ਇਜਾਜ਼ਤ ਲੈ ਰਹੀ ਹੋਵੇ। ਅੱਛਾ, ਕੱਲ ਮਿਲਾਂਗੇ। ਸੁਰਿੰਦਰ ਨੇ ਬੇਸ਼ੱਕ ਕਹਿ ਦਿੱਤਾ ਸੀ, ਪਰ ਉਹਦਾ ਦਿਲ ਤਾਂ ਇਹ ਕਹਿ ਰਿਹਾ ਸੀ ਕਿ ਜੇਕਰ ਜਾਣ ਲਈ ਆਈ ਸੀ ਤਾਂ ਫਿਰ ਆਈ ਕਿਉਂ ਸੀ। ਸਰਬਜੀਤ ਚਲੀ ਗਈ ਸੀ। ਉਹਦੇ ਜਾਣ ਤੋਂ ਬਾਅਦ ਮਾਂ ਪੁੱਤਾਂ ਵਿੱਚ ਕਾਫੀ ਗੱਲਾਂ ਹੋਈਆਂ ਸਨ। ਸੁਰਿੰਦਰ ਨੇ ਸਾਰੀ ਕਹਾਣੀ ਵਿਸਥਾਰ ਨਾਲ ਦੱਸ ਦਿੱਤੀ ਸੀ। ਮਾਂ ਖੁਸ਼ ਹੋਣ ਦੇ ਨਾਲ ਨਾਲ ਡੂੰਘੀ ਸੋਚ ਵਿੱਚ ਵੀ ਗਲਤਾਨ ਹੋ ਗਈ ਸੀ। ਸੁਰਿੰਦਰ ਦੀਆਂ ਗੱਲਾਂ ਰਾਹੀਂ ਗੱਲ ਸਪਸ਼ਟ ਹੋ ਗਈ ਸੀ ਕਿ ਸਰਬਜੀਤ ਬਹੁਤ ਹੀ ਜ਼ਿਆਦਾ ਅਮੀਰ ਘਰ ਦੀ ਧੀ ਸੀ। ਅੰਗ 24ਵਾਂ। ਸਰਬਜੀਤ ਦੇ ਘਰ ਤੋਂ ਕਾਲਜ 3-4 ਕਿਲੋਮੀਟਰ ਦੀ ਦੂਰੀ ਤੇ ਸੀ। ਸੁਰਿੰਦਰ ਦੇ ਘਰ ਤੋਂ ਤਾਂ 1.5-2 ਕਿਲੋਮੀਟਰ ਹੋਰ ਵੀ ਦੂਰ ਹੋ ਗਿਆ ਜਾਪਦਾ ਸੀ। ਸਰਬਜੀਤ ਸਿੱਧੀ ਸੁਰਿੰਦਰ ਦੇ ਘਰੋਂ ਕਾਲਜ ਵੱਲ ਨੂੰ ਹੋ ਗਈ ਸੀ। ਉਹ ਬੜੀ ਖੁਸ਼ ਤੇ ਸੰਤੁਸ਼ਟ ਸੀ। ਆਪਣੇ ਧਿਆਨ 'ਚ ਮਗਨ ਬਹੁਤ ਹੀ ਆਰਾਮ ਨਾਲ ਸਾਈਕਲ ਚਲਾ ਰਹੀ ਸੀ। ਕਾਲਜ ਤੋਂ ਅੱਧਾ ਕਿਲੋਮੀਟਰ ਸ਼ਹਿਰ ਵਾਲੇ ਪਾਸੇ ਕਾਫੀ ਉਜਾੜ ਜਿਹੀ ਵਾਲਾ ਰਸਤਾ ਸੀ। ਸੜਕ ਦੇ ਦੋਵੇਂ ਪਾਸੇ ਸੰਘਣੇ ਸਫੈਦੇ ਸਨ ਤੇ ਵਿੱਚ ਕੰਡੇਦਾਰ ਝਾੜੀਆਂ। ਅਚਾਨਕ ਹੀ ਉਹਦੀ ਸਾਈਕਲ ਦੇ ਮੂਹਰਲੇ ਚੱਕੇ 'ਚ ਕੁਝ ਅੜਿਆ ਤੇ ਉਹ ਡਿੱਗ ਪਈ। ਅਜੇ ਸੰਭਲੀ ਵੀ ਨਹੀਂ ਸੀ ਕਿ ਦੋ ਮਜ਼ਬੂਤ ਹੱਥਾਂ ਨੇ ਪਿੱਛੋਂ ਦੀ ਮੋਢਿਆਂ ਤੋਂ ਉਹਨੂੰ ਫੜ ਲਿਆ ਸੀ। ਫਿਰ ਬਾਹਾਂ ਦੀ ਮਦਦ ਨਾਲ ਇਹ ਪਕੜ ਮਜ਼ਬੂਤ ਹੋਣ ਲੱਗ ਪਈ ਸੀ। ਕੌਣ ਹੈ? ਛੱਡ ਦੇ ਮੈਨੂੰ ਹਰਾਮਜ਼ਾਦੇ। ਛੱਡ ਵੀ ਦਿਆਂਗੇ, ਕਾਹਲੀ ਕਾਹਨੂੰ ਪੈਣੀ ਹੈ? ਦੋ ਆਦਮੀ ਹੋਰ ਰਲ ਗਏ ਸਨ ਤੇ ਸਰਬਜੀਤ ਨੂੰ ਚੁੱਕ ਕੇ ਖੇਤਾਂ ਵਾਲੇ ਪਾਸੇ ਲਿਜਾਣ ਲੱਗੇ। ਉਹ ਚੀਖ ਵੀ ਨਹੀਂ ਸਕਦੀ ਸੀ ਕਿਉਂਕਿ ਉਹਦੇ ਮੂੰਹ ਤੇ ਕੱਪੜਾ ਬੰਨ੍ਹ ਦਿੱਤਾ ਗਿਆ ਸੀ। ਉਹ ਲੱਤਾਂ ਮਾਰ ਕੇ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਚੁੰਨੀ ਉਹਦੀ ਸੜਕ ਦੇ ਕਿਨਾਰੇ ਰਹਿ ਗਈ ਸੀ। ਸਰਬਜੀਤ ਦੇ ਹੋਸ਼ ਗੁੰਮ ਹੁੰਦੇ ਜਾ ਰਹੇ ਸਨ। ਬਹੁਤ ਹੀ ਬੇਵੱਸੀ ਦੀ ਅਵਸਥਾ ਸੀ। ਪਰ ਇੱਕ 26-27 ਸਾਲ ਦਾ ਤਕੜਾ ਜਵਾਨ ਮੁੰਡਾ ਪਤਾ ਨਹੀਂ ਕਿੱਧਰੋਂ ਆ ਗਿਆ ਸੀ। ਤਿੰਨਾਂ ਬਦਮਾਸ਼ਾਂ ਤੇ ਟੁੱਟ ਕੇ ਬਹਿ ਗਿਆ। ਉਹਨਾਂ ਨੂੰ ਐਸੀ ਮਾਰ ਦਿੱਤੀ, ਦੋ ਤਾਂ ਥੋੜੇ ਜਿਹੇ ਨਾਲ ਹੀ ਦੌੜ ਗਏ। ਵੈਸੇ ਵੀ ਕਹਿੰਦੇ ਹਨ ਚੋਰ ਦੇ ਪੈਰ ਨਹੀਂ ਹੁੰਦੇ, ਪਰ ਉਹਨਾਂ ਦਾ ਲੀਡਰ ਕਾਬੂ ਆ ਗਿਆ ਸੀ ਕਿਉਂਕਿ ਉਹਨੇ ਡਟ ਕੇ ਮੁਕਾਬਲਾ ਵੀ ਤਾਂ ਕੀਤਾ ਸੀ। ਸਰਬਜੀਤ ਇੱਕ ਦਰਖਤ ਨਾਲ ਲੱਗ ਕੇ ਖੜੀ ਸੀ। ਉਹਦੀ ਕਮੀਜ਼ ਮੋਢੇ ਤੋਂ ਥੋੜੀ ਜਿਹੀ ਪਾਟ ਗਈ ਸੀ। ਸਿਰ ਦੇ ਵਾਲ ਪੂਰੀ ਤਰ੍ਹਾਂ ਖਿੱਲਰ ਗਏ ਸਨ। ਮੂੰਹ ਤੇ ਇੰਨਾ ਕੱਸ ਕੇ ਕੱਪੜਾ ਬੰਨ੍ਹਿਆ ਗਿਆ ਸੀ ਕਿ ਉਹਦੀਆਂ ਗੱਲਾਂ ਲਾਲ ਹੋ ਗਈਆਂ ਸਨ। ਪਰ ਉਹ ਖੁਸ਼ ਸੀ ਕਿ ਸਤੀਸ਼ ਇੱਕ ਅਣਪਛਾਤੇ ਨੌਜਵਾਨ ਤੋਂ ਮਾਰ ਖਾ ਰਿਹਾ ਸੀ। ਇਹਦੇ ਨਾਲ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਸੀ। ਕੁੱਤੇ ਨੇ ਅੱਤ ਚੁੱਕੀ ਹੋਈ ਸੀ। ਉਸ ਦਿਨ ਸੁਰਿੰਦਰ ਤੋਂ ਤਾਂ ਕਸਰ ਰਹਿ ਹੀ ਗਈ ਸੀ। ਨਾਲੇ ਉਹ ਸੀ ਵੀ ਤਾਂ ਕਾਲਜ ਦਾ ਕੰਮ। ਹਰਾਮੀ ਇੱਜ਼ਤ ਨੂੰ ਹੱਥ ਪਾਉਣ ਤੋਂ ਵੀ ਨਹੀਂ ਟਲਿਆ। ਉਹ ਨੌਜਵਾਨ ਇਸ ਤਰ੍ਹਾਂ ਕੁੱਟ ਰਿਹਾ ਸੀ ਜਿਵੇਂ ਮੱਕੀ ਦੀਆਂ ਛੱਲੀਆਂ ਕੁੱਟੀ ਦੀਆਂ ਹਨ। ਸਤੀਸ਼ ਅੱਧ ਬੇਹੋਸ਼ੀ ਦੀ ਹਾਲਤ ਵਿੱਚ ਸੀ, ਪਰ ਘਸੁੰਨਾਂ ਦੀ ਵਰਖਾ ਅਜੇ ਵੀ ਹੋ ਰਹੀ ਸੀ। ਨੌਜਵਾਨ ਵੀ ਥੱਕ ਗਿਆ ਸੀ। ਉਹਨੂੰ ਸਾਹ ਚੜ੍ਹ ਗਿਆ। ਉਹ ਹੌਲੀ ਹੌਲੀ ਚੱਲ ਕੇ ਸਰਬਜੀਤ ਦੇ ਨੇੜੇ ਆਇਆ। ਕੁੜੀ ਘਬਰਾ ਗਈ ਤੇ ਆਪਣੇ ਆਪ 'ਚ ਸਿਮਟਣ ਲੱਗ ਪਈ ਸੀ। ਪਰ ਨੌਜਵਾਨ ਨੇ ਉਹਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ, ਜਾ ਭੈਣੇ, ਆਪਣੀ ਚੁੰਨੀ ਸੰਭਾਲ। ਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਰਬਜੀਤ ਦੀਆਂ ਅੱਖਾਂ 'ਚ ਅੱਥਰੂ ਭਰ ਆਏ ਸਨ। ਨਹੀਂ ਭੈਣ, ਮੈਂ ਤਾਂ ਆਪਣਾ ਫਰਜ਼ ਪੂਰਾ ਕੀਤਾ। ਨਹੀਂ ਤਾਂ ਇਹ ਗੁੰਡੇ ਨਹੀਂ ਵੀਰ ਜੀ, ਸਗੋਂ ਇਹ ਤਾਂ ਕਾਲਜ ਦੇ ਮੁੰਡੇ ਐ। ਮੈਂ ਵੀ ਉੱਥੇ ਹੀ ਪੜ੍ਹਦੀ ਹਾਂ। ਤੂੰ ਕਾਲਜ ਚੱਲੀ ਸੀ? ਹਾਂਜੀ, ਸਰਬਜੀਤ ਨੇ ਕਿਹਾ ਤੇ ਨਾਲ ਹੀ ਪ੍ਰਸ਼ਨ ਕੀਤਾ, ਵੀਰ ਜੀ ਤੁਸੀਂ? ਮੇਰਾ ਨਾਮ ਗੁਰਜੀਤ ਸਿੰਘ ਹੈ। ਮੈਂ ਤੁਹਾਡੇ ਕਾਲਜ 'ਚ ਰਾਜਨੀਤੀ ਸ਼ਾਸਤਰ ਦਾ ਲੈਕਚਰਰ ਹਾਂ। ਉਹ ਪ੍ਰੋਫੈਸਰ ਸਾਹਿਬ? ਸਰਬਜੀਤ ਘਬਰਾ ਕੇ ਬੋਲੀ ਸੀ। ਪ੍ਰੋਫੈਸਰ ਸਾਹਿਬ ਨਹੀਂ, ਸਗੋਂ ਗੁਰਜੀਤ ਵੀਰ ਕਹਿ। ਦੇਖ, ਮੇਰੀ ਕੋਈ ਭੈਣ ਨਹੀਂ ਤੇ ਤੂੰ ਅੱਜ ਤੋਂ ਮੇਰੀ ਭੈਣ। ਬੜੇ ਸੰਜੋਗ ਦੀ ਗੱਲ ਹੈ ਪ੍ਰੋਫੈਸਰ ਸਾਹਿਬ। ਨਾ ਸੱਚ ਗੁਰਜੀਤ ਵੀਰ ਜੀ, ਮੇਰਾ ਵੀ ਕੋਈ ਭਰਾ ਨਹੀਂ। ਫਿਰ ਕੁਝ ਸੋਚ ਕੇ ਸਰਬਜੀਤ ਨੇ ਪੁੱਛਿਆ, ਪਰ ਤੁਹਾਨੂੰ ਕਾਲਜ ਵਿੱਚ ਦੇਖਿਆ ਤਾਂ ਦੇਖ ਵੀ ਕਿਵੇਂ ਸਕਦੇ? ਪ੍ਰੋਫੈਸਰ ਗੁਰਜੀਤ ਨੇ ਵਿੱਚੋਂ ਹੀ ਟੋਕਦਿਆਂ ਕਿਹਾ, ਕਿਉਂ ਜੀ, ਅੱਜ ਹੀ ਤਾਂ ਹਾਜ਼ਰ ਹੋਣ ਲਈ ਜਾ ਰਿਹਾ। ਫਿਰ ਤਾਂ ਕੀ ਮਾੜਾ ਹੀ ਹੋਇਆ। ਇਹੀ ਕਹਿਣ ਲੱਗੀ ਸੀ ਨਾ। ਮਾੜਾ ਕਿਉਂ ਵੀਰ ਜੀ? ਮੇਰੇ ਲਈ ਤਾਂ ਭਗਵਾਨ ਦਾ ਰੂਪ ਧਾਰ ਕੇ ਆਏ ਹੋ। ਨਹੀਂ ਤਾਂ ਅੱਜ ਮੇਰੇ ਨਾਲ ਕੀ ਵਾਪਰਨੀ ਸੀ। ਰੱਬ ਹਰ ਇੱਕ ਦੇ ਪਰਦੇ ਢਕਣ ਵਾਲਾ ਹੈ। ਮੈਂ ਤੂੰ ਵਿਚਾਰੇ ਕੌਣ ਹੁੰਦੇ ਆ? ਉਹ ਤਾਂ ਠੀਕ ਹੈ। ਸਰਬਜੀਤ ਨੇ ਚੁੰਨੀ, ਕਿਤਾਬਾਂ ਤੇ ਸਾਈਕਲ ਸੰਭਾਲ ਲਿਆ ਸੀ। ਪ੍ਰੋਫੈਸਰ ਗੁਰਜੀਤ ਨੇ ਸਰਬਜੀਤ ਤੋਂ ਉਹਦਾ ਨਾਂ ਵੀ ਪੁੱਛ ਲਿਆ ਸੀ। ਗੁੱਥਮ ਗੁੱਥਾ ਹੋ ਰਹੇ ਗੁਰਜੀਤ ਤੇ ਸਤੀਸ਼ ਨੂੰ ਦੇਖ ਕੇ ਲੰਘਦੇ ਟੱਪਦੇ ਕੁਝ ਹੋਰ ਲੋਕ ਵੀ ਸੜਕ ਤੇ ਰੁਕ ਗਏ ਸਨ, ਪਰ ਕਿਸੇ ਨੇ ਦਖਲ ਨਹੀਂ ਸੀ ਦਿੱਤਾ। ਸ਼ਹਿਰੀ ਜ਼ਿੰਦਗੀ ਦਾ ਇਹ ਦੁਖਾਂਤ ਵੀ ਹੈ। ਲੋਕ ਤਮਾਸ਼ਾ ਤਾਂ ਦੇਖ ਸਕਦੇ ਹਨ, ਪਰ ਖਾਮਖਾਹ ਦੀ ਬਲਾ ਸਿਰ ਪਾਉਣ ਨੂੰ ਕੋਈ ਤਿਆਰ ਨਹੀਂ ਹੁੰਦਾ। ਕੁਝ ਸਾਡੇ ਕਾਇਦੇ ਕਾਨੂੰਨ ਹੀ ਅਜਿਹੇ ਹਨ, ਜਿਹੜਾ ਬੋਲੇ ਉਹੀ ਕੁੰਡਾ ਖੋਲੇ। ਪ੍ਰੋਫੈਸਰ ਗੁਰਜੀਤ ਤੇ ਸਰਬਜੀਤ ਜਦ ਕਾਲਜ ਵੱਲ ਤੁਰ ਪਏ ਤਾਂ ਲੋਕ ਵੀ ਆਪੋ ਆਪਣੇ ਪਾਸੇ ਹੋ ਚੱਲੇ। ਦੋਵੇਂ ਕੁਝ ਦੇਰ ਗੱਲਾਂ ਬਾਤਾਂ ਕਰਦੇ ਤੁਰੇ ਗਏ। ਫਿਰ ਗੁਰਜੀਤ ਨੇ ਕਹਿ ਹੀ ਦਿੱਤਾ, ਸਰਬਜੀਤ ਤੂੰ ਚੱਲ ਸਾਈਕਲ ਤੇ, ਤੈਨੂੰ ਦੇਰ ਹੋ ਰਹੀ ਹੈ।
ਅੱਛਾ ਜੀ ਕਹਿ ਕੇ ਸਰਬਜੀਤ ਚਲੀ ਗਈ। ਬੇਹੱਦ ਖੁਸ਼ ਸੀ ਉਹ। ਦੁਨੀਆ 'ਚ ਇਸ ਤਰ੍ਹਾਂ ਦੇ ਰਿਸ਼ਤੇ ਵੀ ਅਚਾਨਕ ਹੀ ਬਣ ਜਾਂਦੇ ਹਨ। ਸਰਬਜੀਤ ਹੈਰਾਨ ਸੀ। ਪ੍ਰੋਫੈਸਰ ਗੁਰਜੀਤ ਉਹਨੂੰ ਜ਼ਰਾ ਵੀ ਓਪਰਾ ਨਹੀਂ ਸੀ ਲੱਗਾ। ਬਹੁਤ ਹੀ ਸਪਸ਼ਟ ਚਿਹਰਾ, ਸਾਫ਼ ਤੇ ਸਿੱਧ ਪੱਧਰੀ ਆਵਾਜ਼, ਜਿਵੇਂ ਮਾਂ ਜਾਇਆ ਵੀਰ ਹੋਵੇ। ਵੀਰਾ, ਮੈਂ ਤੇਰੀ ਲੰਮੀ ਉਮਰ ਦੀਆਂ ਦੁਆਵਾਂ ਮੰਗਦੀ ਹਾਂ। ਇਹੀ ਸੋਚਦੀ ਸਰਬਜੀਤ ਕਾਲਜ 'ਚ ਪਹੁੰਚ ਗਈ ਸੀ। ਅੰਗ 25ਵਾਂ। ਪ੍ਰੋਫੈਸਰ ਗੁਰਜੀਤ ਦੇ ਆਉਣ ਨਾਲ ਕਾਲਜ ਨੂੰ ਹੋਰ ਵੀ ਚਾਰ ਚੰਨ ਲੱਗ ਗਏ ਸਨ। ਉਹਦਾ ਪੜ੍ਹਾਉਣ ਦਾ ਵਿਸ਼ਾ ਰਾਜਨੀਤੀ ਸੀ, ਪਰ ਉਹ ਪੂਰੇ ਦਾ ਪੂਰਾ ਸਾਹਿਤਿਕ ਆਦਮੀ ਸੀ। ਡੂੰਘਾ ਤੇ ਤਰਕ ਸੰਗਤ ਵਿਚਾਰਾਂ ਦਾ ਧਾਰਨੀ। ਪ੍ਰਿੰਸੀਪਲ ਉਹਦੇ ਕੰਮ ਤੋਂ ਬਹੁਤ ਖੁਸ਼ ਸੀ। ਸਰਬਜੀਤ ਹੋਰ ਵੀ ਖੁਸ਼ ਸੀ। ਕਾਲਜ ਵਿੱਚ ਉਹਦੀ ਸ਼ਾਖ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਗਈ ਸੀ। ਅਗਲੇ ਦਿਨ ਸੁਰਿੰਦਰ ਦੇ ਕਾਲਜ ਪਹੁੰਚਣ ਸਾਰ ਹੀ ਸਰਬਜੀਤ ਨੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਵਿਸਥਾਰ ਨਾਲ ਦੱਸੀ ਸੀ। ਪ੍ਰੋਫੈਸਰ ਗੁਰਜੀਤ ਦੀਆਂ ਸਿਫਤਾਂ ਦੇ ਪੁਲ ਬੰਨੇ ਸਨ, ਨਾਲੇ ਵਿਅੰਗਾਤਮਕ ਢੰਗ ਨਾਲ ਸ਼ਿਕਵਾ ਵੀ ਕੀਤਾ ਸੀ। ਆਖਿਰ ਵੀਰ ਹੀ ਕੰਮ ਆਉਂਦੇ ਐ, ਮੁਸੀਬਤ ਵੇਲੇ ਹੋਰ ਕੋਈ ਨਹੀਂ ਢੁਕਦਾ ਨੇੜੇ। ਵੱਡੀ ਬਣੀ ਵੀਰ ਦੀ ਭੈਣ ਇੱਕ ਦਿਨ 'ਚ ਹੀ ਦੇਖੋ ਇਹ ਕਿਵੇਂ ਫੜਾ ਮਾਰਨ ਲੱਗ ਪਈ ਹੈ। ਸੁਰਿੰਦਰ ਨੇ ਨਹਿਲੇ ਤੇ ਦਹਿਲਾ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਬਗੈਰ ਸਰਬਜੀਤ ਦੇ ਮਾਣ ਨੂੰ ਠੇਸ ਪਹੁੰਚਾਏ। ਸਰਬਜੀਤ ਨਾਲ ਵਾਪਰੀ ਦੁਰਘਟਨਾ ਦਾ ਉਹਨੂੰ ਬਹੁਤ ਹੀ ਅਫਸੋਸ ਹੋਇਆ ਸੀ, ਪਰ ਸਤੀਸ਼ ਦੀ ਮੁਰੰਮਤ ਹੋ ਜਾਣ ਦੀ ਖੁਸ਼ੀ ਵੀ ਹੋਈ ਸੀ। ਉਸ ਦਿਨ ਦੇ ਛਿੱਤਰ ਖਾ ਲੈਣ ਤੋਂ ਬਾਅਦ ਸਤੀਸ਼ ਮੁੜ ਕੇ ਕਾਲਜ ਵਿੱਚ ਨਹੀਂ ਸੀ ਵੜਿਆ, ਜਿਵੇਂ ਸ਼ਹਿਰ ਹੀ ਛੱਡ ਕੇ ਕਿਤੇ ਚਲਾ ਗਿਆ ਹੋਵੇ। 1-2 ਦਿਨਾਂ ਦੇ ਅੰਦਰ ਅੰਦਰ ਸਰਬਜੀਤ ਨੇ ਸੁਰਿੰਦਰ ਦੀ ਮੁਲਾਕਾਤ ਵੀ ਪ੍ਰੋਫੈਸਰ ਗੁਰਜੀਤ ਨਾਲ ਕਰਵਾ ਦਿੱਤੀ ਸੀ। ਸੁਰਿੰਦਰ ਨਾਲ ਆਪਣੇ ਪ੍ਰੇਮ ਦੇ ਰਿਸ਼ਤੇ ਦਾ ਵੀ ਸੰਖੇਪ 'ਚ ਵਰਣਨ ਕਰ ਦਿੱਤਾ ਸੀ। ਇਸ ਕਰਮਾਂ ਵਾਲੇ ਦੇ ਘਰੋਂ ਹੀ ਹੋ ਕੇ ਆ ਰਹੀ ਸੀ ਕਿ ਖੁਸ਼ਕਿਸਮਤੀ ਨਾਲ ਆਪਣੇ ਵੀਰ ਨਾਲ ਮੇਲ ਹੋ ਗਿਆ। ਬੜੇ ਚਾਅ ਨਾਲ ਸਰਬਜੀਤ ਨੇ ਦੱਸਿਆ ਸੀ। ਇਹਦੇ ਨਾਲ ਹੀ ਸੁਰਿੰਦਰ ਦੀ ਦਾੜੀ ਵਾਲੀ ਗੱਲ ਤੇ ਫੁੱਲੀ ਜੀ ਚੁੰਡੀ ਵੀ ਵੜ ਦਿੱਤੀ ਸੀ। ਅੰਗ 26। ਦੋਹਾਂ ਦਾ MA ਭਾਗ ਦੂਜਾ ਦਾ ਆਖਰੀ ਪੜਾਅ ਹੋਣ ਕਾਰਨ ਉਹ ਪੜ੍ਹਾਈ 'ਚ ਪੂਰੀ ਤਰ੍ਹਾਂ ਜੁਟੇ ਹੋਏ ਸਨ। ਪਰ ਦੂਜੇ ਪਾਸੇ ਪ੍ਰੋਫੈਸਰ ਗੁਰਜੀਤ ਦੀ ਦੇਖ-ਰੇਖ ਹੇਠ ਕਾਲਜ ਦੇ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਵੀ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਸਨ। ਅੰਤਰ ਕਾਲਜ ਪੱਧਰ ਤੇ ਗੀਤਾਂ ਦਾ ਰੰਗਾਰੰਗ ਪ੍ਰੋਗਰਾਮ ਹੋਣਾ ਸੀ। ਸਰਬਜੀਤ ਤੇ ਸੁਰਿੰਦਰ ਨੂੰ ਤਾਂ ਜਿਵੇਂ ਖੰਭ ਲੱਗ ਗਏ ਸਨ। ਉਹ ਉਡੇ ਹੀ ਫਿਰਦੇ ਸਨ। ਨਾਲੇ ਅੰਨਾ ਕੀ ਭਾਲੇ ਦੋ ਅੱਖਾਂ। ਦੋਵੇਂ ਕਾਲਜ ਦੇ ਵਕਤ ਦੌਰਾਨ ਕਿੰਨਾ ਚਿਰ ਰਿਆਜ਼ ਕਰਦੇ ਰਹਿੰਦੇ। ਪ੍ਰੋਫੈਸਰ ਗੁਰਜੀਤ ਉਹਨਾਂ ਲਈ ਪ੍ਰੇਰਨਾ ਸਰੋਤ ਬਣ ਚੁੱਕਾ ਸੀ, ਪਰ ਕਦੇ-ਕਦੇ ਉਹਦੇ ਚਿਹਰੇ ਤੇ ਉਦਾਸੀ ਦੇ ਨਾਲ-ਨਾਲ ਤਨਹਾਈ ਦੀ ਝਲਕ ਮਿਲਣ ਲੱਗਦੀ ਤਾਂ ਸਰਬਜੀਤ ਪੀੜਤ ਹੋ ਉੱਠਦੀ। ਉਹਦੀ ਅਜਿਹੀ ਉਦਾਸੀ ਬਾਰੇ ਸਰਬਜੀਤ ਨੇ ਕਈ ਵਾਰੀ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਗੁਰਜੀਤ ਟਾਲ-ਮਟੋਲ ਕਰ ਗਿਆ ਸੀ। ਆਖਿਰ ਉਹ ਸੁਲੱਖਣੀ ਘੜੀ ਵੀ ਆ ਪਹੁੰਚੀ ਜਿਹਦੀ ਚਿਰਾਂ ਤੋਂ ਉਡੀਕ ਸੀ। ਕਾਲਜ ਦੀ ਵਿਸ਼ਾਲ ਸਟੇਜ ਖੂਬਸੂਰਤ ਗਲੀਚਿਆਂ ਤੇ ਫੁੱਲਾਂ ਦੇ ਗਮਲਿਆਂ ਨਾਲ ਸਜਾਈ ਗਈ। ਪੰਡਾਲ ਦੀਆਂ ਸੈਂਕੜੇ ਕੁਰਸੀਆਂ ਤੇ ਬਿਰਾਜੇ ਮੁੰਡੇ ਤੇ ਕੁੜੀਆਂ ਫੁੱਲਾਂ ਤੋਂ ਵੀ ਜ਼ਿਆਦਾ ਚਾਅ ਨਾਲ ਖਿੜੇ ਖੁਸ਼ਬੂਆਂ ਖਲੇਰ ਰਹੇ ਸਨ। ਇੱਕ ਪਾਸੇ ਕਾਲਜ ਦਾ ਸਟਾਫ ਸੀ। ਪ੍ਰਧਾਨ ਜੀ ਤੇ ਨਿਰਣਾਇਕ ਮੰਡਲ ਦੀਆਂ ਕੁਰਸੀਆਂ ਵੀ ਸਟੇਜ ਤੇ ਹੀ ਲੱਗੀਆਂ ਹੋਈਆਂ ਸਨ। ਮੰਚ ਸੰਚਾਲਨ ਦੀ ਭੂਮਿਕਾ ਨਿਭਾ ਰਿਹਾ ਸੀ ਪ੍ਰੋਫੈਸਰ ਗੁਰਜੀਤ। ਕੋਈ 4 ਘੰਟੇ ਪ੍ਰੋਗਰਾਮ ਚੱਲਿਆ। ਵੱਖੋ ਵੱਖਰੇ ਕਾਲਜਾਂ ਦੇ ਕੁੜੀਆਂ ਮੁੰਡੇ ਇਕੱਲੇ ਤੇ 2 ਗਾਣਿਆਂ ਦੇ ਰੂਪ 'ਚ ਆਪੋ ਆਪਣੇ ਫਨ ਦਾ ਪ੍ਰਦਰਸ਼ਨ ਕਰਦੇ ਰਹੇ। ਸਰਬਜੀਤ ਤੇ ਸੁਰਿੰਦਰ ਨੇ ਗੈਸਟ ਆਈਟਮ ਵਜੋਂ ਹੀ ਪੇਸ਼ ਹੋਣਾ ਸੀ, ਪਰ ਇਸ ਮਹਿਮਾਨ ਆਈਟਮ ਨੇ ਉਹ ਰੰਗ ਬੰਨਿਆ ਕਿ ਸਾਰੇ ਅਸ਼-ਅਸ਼ ਕਰ ਉੱਠੇ। ਤਿੰਨਾਂ ਵਿੱਚੋਂ ਇੱਕ ਜੱਜ ਤਾਂ ਉੱਠ ਕੇ ਸੁਰਿੰਦਰ ਦੇ ਨੇੜੇ ਚਲਾ ਗਿਆ ਸੀ ਤੇ ਉਹਨੂੰ ਵਧਾਈ ਦਿੱਤੀ ਸੀ। ਸਰਬਜੀਤ ਨੂੰ ਵੀ ਬਹੁਤ ਦਾਦ ਮਿਲੀ। ਸਮੂਹ ਵਿਦਿਆਰਥੀ ਤੇ ਪ੍ਰੋਫੈਸਰ ਸਾਹਿਬਾਨ ਜਿਵੇਂ ਆਪਣੇ ਆਪ ਨੂੰ ਭੁੱਲ ਚੁੱਕੇ ਸੀ। ਆਨੰਦਮਈ ਕਿਸੇ ਸਵਰਗ ਦੀ ਦੁਨੀਆ 'ਚ ਜਾ ਬਰਾਜੇ ਸਨ। ਟੀਮਾਂ ਦੇ ਸਥਾਨ ਜੱਜ ਸਾਹਿਬਾਨ ਨੇ ਦੱਸ ਦਿੱਤੇ ਸਨ ਤੇ ਮੁੱਖ ਮਹਿਮਾਨ ਨੇ ਇਨਾਮ ਤਕਸੀਮ ਕਰ ਦਿੱਤੇ। ਪ੍ਰਿੰਸੀਪਲ ਦੇ ਕਹਿਣ ਤੇ ਸਰਬਜੀਤ ਤੇ ਸੁਰਿੰਦਰ ਨੂੰ ਵਿਸ਼ੇਸ਼ ਸਨਮਾਨ ਪੱਤਰ ਤੇ ਸਮ੍ਰਿਤੀ ਚਿੰਨ੍ਹ ਪ੍ਰਦਾਨ ਕੀਤੇ ਗਏ। ਕਾਲਜ ਦਾ ਇਸ ਵਾਰ ਦਾ ਸਮਾਗਮ ਦਰਸ਼ਕਾਂ ਦੇ ਦਿਲਾਂ 'ਚ ਯਾਦਾਂ ਦੇ ਅਨੇਕਾਂ ਚਿਰਾਗ ਜਗਮਗਾ ਗਿਆ ਸੀ। ਸਰਬਜੀਤ ਤੇ ਸੁਰਿੰਦਰ ਦਾ ਵੀ ਕਾਲਜ ਦਾ ਆਖਰੀ ਸੈਸ਼ਨ ਸੀ। ਕੁਝ ਦਿਨਾਂ ਬਾਅਦ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਸਨ। ਫੰਕਸ਼ਨ ਤੋਂ ਅਗਲੇ ਦਿਨ ਸਾਰੇ ਵਿਦਿਆਰਥੀ ਕਾਲਜ ਤੋਂ ਛੁੱਟੀ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਨ, ਪ੍ਰੀਖਿਆ ਦੀ ਤਿਆਰੀ ਕਰਨ ਦੇ ਮੰਤਵ ਨਾਲ। ਅੰਗ 27।
ਪ੍ਰੋਫੈਸਰ ਗੁਰਜੀਤ ਦਾ ਬਿਲਕੁਲ ਹੀ ਜੀ ਨਹੀਂ ਸੀ ਲੱਗ ਰਿਹਾ। ਕਾਲਜ ਵਿੱਚ ਪੜ੍ਹਾਈ ਖਤਮ ਹੋ ਜਾਣ ਕਾਰਨ ਕਾਫੀ ਵੇਲ ਹੋ ਚੁੱਕੀ ਸੀ। ਗੁਰਜੀਤ ਲਈ ਤਾਂ ਵਕਤ ਲੰਘਾਉਣਾ ਵੀ ਮੁਸੀਬਤ ਬਣੀ ਹੋਈ ਸੀ। ਕਿਤਾਬਾਂ ਪੜ੍ਹਨ ਨਾਲ ਕਿੰਨਾ ਕੁ ਸਮਾਂ ਗੁਜ਼ਰ ਸਕਦਾ ਸੀ। ਛੁੱਟੀ ਲੈ ਕੇ ਉਹ ਘਰ ਜਾ ਸਕਦਾ ਸੀ, ਪਰ ਘਰੇ ਇਸ ਤੋਂ ਵੀ ਜ਼ਿਆਦਾ ਬੁਰਾ ਹਾਲ ਹੋਣਾ ਸੀ। ਪੜ੍ਹਾਈ ਕਰਵਾਉਣ ਵਿੱਚ ਬੇਸ਼ੱਕ ਸ਼ੇਰ ਸਿੰਘ ਨੇ ਕੋਈ ਕਸਰ ਬਾਕੀ ਨਹੀਂ ਸੀ ਛੱਡੀ, ਪਰ ਪਿਤਾ ਦਾ ਸੁਭਾਅ, ਉਹਦੀ ਰਹਿਣੀ ਬਹਿਣੀ ਤੇ ਕੰਮਾਂ ਤੋਂ ਗੁਰਜੀਤ ਹਮੇਸ਼ਾ ਹੀ ਅਸੰਤੁਸ਼ਟ ਰਿਹਾ ਸੀ। ਪਰ ਉਸਨੂੰ ਪੜ੍ਹਨ ਦਾ ਇੰਨਾ ਸ਼ੌਕ ਸੀ ਅਥਵਾ ਉਹ ਰੁੱਝਿਆ ਰਿਹਾ ਸੀ ਕਿ ਖੁੱਲ੍ਹ ਕੇ ਬਗਾਵਤ ਕਰਨ ਬਾਰੇ ਸੋਚ ਹੀ ਨਹੀਂ ਸੀ ਸਕਿਆ। ਕਾਲਜ ਦੀ ਪੜ੍ਹਾਈ ਦੌਰਾਨ ਉਹ ਸਾਰਾ ਸਮਾਂ ਹੋਸਟਲ 'ਚ ਰਹਿ ਕੇ ਹੀ ਪੜ੍ਹਿਆ ਸੀ, ਇਸ ਲਈ ਪਿੰਡ ਉਹਦੇ ਬਹੁਤ ਹੀ ਘੱਟ ਚੱਕਰ ਲੱਗਦੇ ਸਨ। ਕਾਲਜ ਦੀ ਪੜ੍ਹਾਈ ਸਮੇਂ ਹੀ ਪਿੱਛੋਂ ਗੁਲਾਬਗੜ੍ਹ ਵਿੱਚ ਇੱਕ ਨੌਜਵਾਨ ਸਭਾ ਦੀ ਸਥਾਪਨਾ ਹੋਈ ਸੀ। ਇਸ ਦੇ ਮੈਂਬਰਾਂ ਨਾਲ ਇੱਕ ਅੱਧੀ ਵਾਰੀ ਛੁੱਟੀਆਂ ਦੌਰਾਨ ਉਹਦੀ ਮੁਲਾਕਾਤ ਵੀ ਹੋਈ ਸੀ। ਅਸਿੱਧੇ ਢੰਗ ਨਾਲ ਉਹਨੂੰ ਜਾਣਕਾਰੀ ਮਿਲ ਗਈ ਸੀ ਕਿ ਗੁਰਦਿਆਲ ਸਿੰਘ ਦੇ ਕਤਲ ਵਿੱਚ ਸ਼ੇਰ ਸਿੰਘ ਦਾ ਕੇਵਲ ਹੱਥ ਹੀ ਨਹੀਂ ਸੀ, ਸਗੋਂ ਸਮੁੱਚੀ ਸਾਜ਼ਿਸ਼ ਹੀ ਉਸੇ ਦੀ ਸੀ। ਗੁਰਜੀਤ ਨੂੰ ਇਸ ਗੱਲ ਦਾ ਬਹੁਤ ਅਫਸੋਸ ਹੋਇਆ ਸੀ। ਉਸ ਰਾਤ ਉਹਨੇ ਰੋਟੀ ਨਹੀਂ ਸੀ ਖਾਧੀ ਤੇ ਸ਼ਾਮੀ ਪਿਤਾ ਨਾਲ ਗੱਲ ਕਰਨ ਦਾ ਵੀ ਉਹਦਾ ਵਿਚਾਰ ਸੀ। ਪਰ ਉਸ ਸ਼ਾਮ ਸ਼ੇਰ ਸਿੰਘ ਕੋਲ ਪੁਲਿਸ ਦੇ ਕੁਝ ਖਾਸ ਆਦਮੀ ਆਏ ਹੋਏ ਸਨ। ਸ਼ਰਾਬ ਦਾ ਦੌਰ ਇੰਨਾ ਲੰਬਾ ਹੋ ਗਿਆ ਸੀ ਕਿ ਗੁਰਜੀਤ ਨੇ ਗੁੱਸੇ 'ਚ ਆ ਕੇ ਗੱਲ ਕੀਤੀ ਨਹੀਂ ਸੀ। ਰਾਤੋਂ ਰਾਤ ਉਹਨੇ ਆਪਣਾ ਵਿਚਾਰ ਬਦਲ ਕੇ ਸਵੇਰੇ ਵਾਪਸ ਹੋਸਟਲ ਚਲੇ ਜਾਣ ਦਾ ਫੈਸਲਾ ਕਰ ਲਿਆ ਸੀ। ਉਸ ਤੋਂ ਬਾਅਦ ਤਾਂ ਆਦਮੀ ਜਿਵੇਂ ਨਿਰਾਸ਼ ਹੀ ਹੋ ਜਾਂਦਾ ਹੈ, ਜਿਸ ਨੇ ਇਹ ਸੋਚ ਲਿਆ ਹੋਵੇ ਕਿ ਪਾਣੀ 'ਚ ਮਧਾਣੀ ਮਾਰਨ ਨਾਲ ਕੁਝ ਵੀ ਹਾਸਲ ਨਹੀਂ ਹੋ ਸਕਣਾ। ਗੁਰਜੀਤ ਨੇ ਘਰ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ ਸੀ। ਨਾ ਤਾਂ ਉਸ ਵਿੱਚ ਜ਼ਿਮੀਂਦਾਰਾਂ ਵਾਲੀ ਆਕੜ ਸੀ ਤੇ ਨਾ ਹੀ ਕੋਈ ਜ਼ਮੀਨ ਜਾਇਦਾਦ ਦਾ ਲਾਲਚ, ਸਗੋਂ ਬਹੁਤ ਹੀ ਨਿਮਰਤਾ ਤੇ ਸੱਚਾਈ, ਨੇਕੀ ਤੇ ਦਿਆਨਤਦਾਰੀ, ਪਰ ਇਰਾਦੇ 'ਚ ਦ੍ਰਿੜਤਾ ਤੇ ਪੱਕਿਆਈ। ਮਾਂ ਨਾਲ ਉਹਦਾ ਕਾਫੀ ਮੋਹ ਸੀ ਤੇ ਉਹ ਮਾਂ ਹੀ ਸੀ ਜਿਹਨੇ ਜਨਮ ਤੋਂ ਹੀ ਉਹਨੂੰ ਇਹੀ ਸਿੱਖਿਆ ਦਿੱਤੀ ਸੀ ਕਿ ਪਿਓ ਦੇ ਕੰਮਾਂ 'ਚ ਦਖਲ ਨਹੀਂ ਦੇਣਾ। ਜਿਹੋ ਜਿਹਾ ਕੋਈ ਕਰਦਾ ਹੈ ਉਹੋ ਜਿਹਾ ਹੀ ਉਹ ਫਲ ਭੁਗਤਦਾ ਹੈ। ਮੁੰਡੇ ਦੀ ਪੜ੍ਹਾਈ ਨੂੰ ਪਹਿਲ ਦਿੱਤੀ ਗਈ ਸੀ। ਪੜ੍ਹਾਈ ਦੌਰਾਨ ਕੱਪੜਾ, ਲੀੜਾ, ਖਾਣ ਪੀਣ ਦਾ ਸਮਾਨ ਤੇ ਹੋਰ ਖਰਚਾ ਮਾਂ ਵੱਲੋਂ ਹੀ ਪਹੁੰਚਦਾ ਰਿਹਾ। ਗੁਰਜੀਤ ਘਰੇਲੂ ਵਾਤਾਵਰਨ ਨਾਲੋਂ ਵੀ ਵੱਧ ਕਾਲਜ ਵਿੱਚ ਉਲਝ ਕੇ ਰਹਿ ਗਿਆ ਸੀ। ਜਦ ਉਸ ਦਾ BA ਦਾ ਆਖਰੀ ਸਾਲ ਸੀ, ਜਦ ਇੱਕ ਸੁਪਨਾ ਉਹਦੀ ਜ਼ਿੰਦਗੀ 'ਚ ਹਨੇਰੀ ਵਾਂਗ ਆ ਕੇ ਤੂਫਾਨ ਵਾਂਗ ਚਲਾ ਗਿਆ ਸੀ। ਪੜ੍ਹਨ ਪੜ੍ਹਾਉਣ ਤੇ ਹੋਰ ਸੱਭਿਆਚਾਰਕ ਕਾਰਜਾਂ ਵਿਚਲੇ ਰੁਝੇਵਿਆਂ ਦੌਰਾਨ ਬੇਸ਼ੱਕ ਇਹ ਸੁਪਨਾ ਕੁਝ ਛਿਣ ਲਈ ਦਿਲੋਂ ਦਿਮਾਗ ਤੇ ਨਜ਼ਰਾਂ ਤੋਂ ਓਹਲੇ ਹੋ ਜਾਂਦਾ ਸੀ, ਪਰ ਜ਼ਰਾ ਕੁ ਵੇਲ ਮਿਲਦੀ ਕਿ ਸੁਪਨਾ ਅੱਖਾਂ ਦੇ ਸਾਹਮਣੇ ਸਾਕਾਰ ਹੋ ਜਾਂਦਾ ਤੇ ਗੁਰਜੀਤ ਬੇਚੈਨੀ ਦੇ ਸਮੁੰਦਰ 'ਚ ਡੁੱਬ ਹੀ ਜਾਂਦਾ। ਉਹਦਾ ਦਮ ਘੁੱਟਣ ਲੱਗਦਾ। ਸਰਬਜੀਤ ਕਿੰਨੀ ਵਾਰੀ ਇਸ ਸੰਬੰਧੀ ਪੁੱਛ ਚੁੱਕੀ ਸੀ, ਪਰ ਗੁਰਜੀਤ ਨੇ ਕੁਝ ਵੀ ਨਹੀਂ ਸੀ ਦੱਸਿਆ। ਮੇਰਾ ਸੁਭਾਅ ਹੀ ਇਹੋ ਜਿਹਾ ਕਹਿ ਕੇ ਟਾਲ ਜਾਂਦਾ ਰਿਹਾ, ਜਾਂ ਫਿਰ ਹਮਾਰੀ ਸ਼ਕਲ ਹੀ ਐਸੀ ਹੈ ਆਖ ਕੇ ਹੱਸ ਛੱਡਦਾ ਰਿਹਾ। ਦੂਜਿਆਂ ਨੂੰ ਖੁਸ਼ ਰੱਖਣ ਵਾਲਾ ਆਪ ਇੰਨਾ ਬੇਚੈਨ ਤੇ ਖਾਲੀ ਖਾਲੀ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ। ਗੁਰਜੀਤ ਲੇਟ ਗਿਆ ਸਿਰਹਾਣੇ ਤੇ ਕੂਹਣੀ ਰੱਖ ਕੇ। ਉਹਨੇ ਹੱਥ ਨਾਲ ਸਿਰ ਨੂੰ ਆਸਰਾ ਦਿੱਤਾ ਹੋਇਆ ਸੀ। ਉਹਨੇ ਅੱਖਾਂ ਬੰਦ ਕਰ ਲਈਆਂ ਸਨ। ਨਰਿੰਦਰ ਦੀ ਤਸਵੀਰ ਸਾਕਾਰ ਹੋ ਗਈ ਸੀ। ਉਹਦੇ ਦਿਲ ਤੇ ਦਿਮਾਗ ਤੇ ਜਾਦੂ ਦਾ ਅਸਰ ਹੋਣ ਲੱਗਾ ਸੀ। ਪਤਾ ਨਹੀਂ ਕਦੋਂ ਕੁਝ ਗੁਣਗੁਣਾਉਣ ਲੱਗ ਪਿਆ ਸੀ। ਨਰਿੰਦਰ ਉਹਦੀਆਂ ਬਾਹਾਂ 'ਚ ਹੈ, ਨਰਿੰਦਰ ਉਹਦੇ ਜ਼ਿਹਨ 'ਚ ਹੈ, ਦਿਲ 'ਚ ਹੈ। ਨਰਿੰਦਰ ਉਸ ਨਾਲ ਇੱਕ ਮਿੱਕ ਹੈ, ਦੋ ਸਰੀਰ ਇੱਕ ਜਾਨ। ਸਾਰੀ ਕੁਦਰਤ ਖੁਸ਼ੀ ਵਿੱਚ ਝੂਮਣ ਲੱਗ ਪਈ, ਮਾਨੋ ਨਾਚ ਕਰ ਰਹੀ ਹੋਵੇ। ਸੁਪਨਿਆਂ ਦੇ ਇਸ ਰੰਗੀਨ ਸੰਸਾਰ 'ਚ ਪਤਾ ਨਹੀਂ ਉਹ ਹੋਰ ਕਿੰਨਾ ਚਿਰ ਗੁਆਚਿਆ ਰਹਿੰਦਾ, ਜੇਕਰ ਦਰਵਾਜ਼ੇ ਤੇ ਹੋਈ ਦਸਤਕ ਦਾ ਉਹਨੂੰ ਅਹਿਸਾਸ ਨਾ ਹੋ ਜਾਂਦਾ। ਆਪਣੀਆਂ ਅੱਖਾਂ ਖੋਲ੍ਹ ਲੈਣ ਤੋਂ ਬਾਅਦ ਵੀ ਉਹਨੇ 2 ਵਾਰੀ ਦਸਤਕ ਸੁਣੀ ਸੀ, ਪਰ ਉਹਦਾ ਉੱਠਣ ਨੂੰ ਜੀ ਨਹੀਂ ਸੀ ਕੀਤਾ। ਉਹ ਅੱਖਾਂ ਫਾੜ ਫਾੜ ਕੇ ਕਮਰੇ ਦੇ ਕੋਨੇ-ਕੋਨੇ 'ਚ ਦੇਖ ਰਿਹਾ ਸੀ, ਜਿਵੇਂ ਨਰਿੰਦਰ ਉਹਦੀ ਬਗਲ 'ਚ ਉੱਠ ਕੇ ਕਿਧਰੇ ਇੱਧਰ ਉੱਧਰ ਹੋ ਗਈ ਹੋਵੇ। ਇੱਕ ਸੰਤੁਸ਼ਟ ਮੁਸਕਰਾਹਟ ਉਹਦੇ ਸਾਰੇ ਚਿਹਰੇ ਤੇ ਫੈਲ ਗਈ ਸੀ। ਟਿਕ ਟਿਕ ਫੇਰ ਹੋਈ ਸੀ। ਉਹ ਬੜੇ ਆਰਾਮ ਨਾਲ ਉੱਠਿਆ ਤੇ ਦਰਵਾਜ਼ੇ ਤੱਕ ਗਿਆ। ਸਰਬਜੀਤ ਨੂੰ ਖੜੀ ਦੇਖ ਕੇ ਉਹ ਹੈਰਾਨ ਰਹਿ ਗਿਆ। ਓ ਸਰਬਜੀਤ, ਤੂੰ? ਪ੍ਰੋਫੈਸਰ ਥੋੜਾ ਜਿਹਾ ਸ਼ਰਮਸਾਰ ਹੋ ਗਿਆ ਸੀ, ਕਿਉਂਕਿ ਦਰਵਾਜ਼ਾ ਖੋਲ੍ਹਣ 'ਚ ਉਹਨੂੰ ਦੇਰ ਹੋ ਗਈ ਸੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਆ ਜਾ, ਲੰਘ ਆ, ਬੈਠ। ਕਿਵੇਂ ਜੀ ਕੀਤਾ? ਕਰ ਹੀ ਗਿਆ ਜੀ, ਤੁਹਾਡਾ ਤਾਂ ਨਹੀਂ ਕੀਤਾ। ਸਰਬਜੀਤ ਇੱਕ ਕੁਰਸੀ ਤੇ ਬੈਠ ਗਈ ਸੀ। ਮੈਂ ਸੋਚਿਆ ਕਾਹਨੂੰ ਡਿਸਟਰਬ ਕਰਨਾ, ਪੜ੍ਹਾਈ ਦੇ ਦਿਨ, ਗੁਰਜੀਤ ਨੇ ਕਿਹਾ। ਆਹੋ ਜੀ, ਠੀਕ ਹੈ, ਮਦਦ ਵੀ ਤਾਂ ਕਰਨੀ ਪੈਣੀ ਸੀ ਆਪਦੀ ਭੈਣ ਦੀ।
ਕੁਝ ਪੜ੍ਹਾਉਣਾ ਪੈਂਦਾ, ਦਿਮਾਗ ਖਪਾਈ ਹੁੰਦੀ। ਸਰਬਜੀਤ ਨੇ ਸਹਿਜੇ ਹੀ ਮਿੱਠਾ ਜਿਹਾ ਉਲਾਂਭਾ ਦੇ ਦਿੱਤਾ ਸੀ। ਨਹੀਂ, ਅਜਿਹੀ ਗੱਲ ਤਾਂ ਨਹੀਂ, ਬਸ ਮੂਡ ਜਿਹਾ ਹੀ ਠੀਕ ਨਹੀਂ ਰਿਹਾ। ਗੁਰਜੀਤ ਅੱਜ ਆਪਣੀ ਸਾਰੀ ਕਹਾਣੀ ਸਰਬਜੀਤ ਨੂੰ ਦੱਸ ਦੇਣਾ ਚਾਹੁੰਦਾ ਸੀ। ਭੈਣ ਤੋਂ ਲਈ ਕਾਹਦਾ? ਸਰਬਜੀਤ ਤਾਂ ਕਈ ਵਾਰੀ ਪੁੱਛ ਵੀ ਚੁੱਕੀ ਸੀ, ਇੱਥੋਂ ਤੱਕ ਕਿ ਜਦ ਰੱਖੜੀ ਬੰਨਣ ਆਈ ਸੀ ਤਾਂ ਜ਼ਿੱਦ ਹੀ ਕਰਨ ਲੱਗ ਪਈ ਸੀ। ਵੀਰ ਜੀ ਦੱਸੋ, ਕੌਣ ਹੈ ਜਿਹਨੇ ਤੁਹਾਡੇ ਦਿਲ ਨੂੰ ਠੇਸ ਪਹੁੰਚਾਈ ਹੈ? ਪਰ ਗੁਰਜੀਤ ਨੇ ਕੁਝ ਵੀ ਨਹੀਂ ਸੀ ਦੱਸਿਆ। ਮੂਡ ਠੀਕ ਨਾ ਹੋਣ ਬਾਰੇ ਸਰਬਜੀਤ ਨੇ ਬੜੀ ਉਤਸੁਕਤਾ ਨਾਲ ਕਿਉਂ ਦਾ ਪ੍ਰਸ਼ਨ ਕਰ ਦਿੱਤਾ ਸੀ। ਇੰਨੇ ਨੂੰ ਸਾਹਮਣੇ ਹੋਟਲ ਵਾਲੇ ਨੂੰ 2 ਕੱਪ ਚਾਹ ਕਹਿ ਆਇਆ ਸੀ। ਪਹਿਲਾਂ ਕਾਲਜ ਤੇ ਸੁਰਿੰਦਰ ਨਾਲ ਸੰਬੰਧਿਤ ਇੱਧਰ ਉੱਧਰ ਦੀਆਂ ਗੱਲਾਂ ਹੁੰਦੀਆਂ। ਫਿਰ ਸਰਬਜੀਤ ਇੱਕ ਵਾਰੀ ਫਿਰ ਜ਼ੋਰ ਦੇ ਕੇ ਕਿਹਾ, ਦੱਸੋ ਨਾ ਉਹ ਕੌਣ ਹੈ ਜਿਹਨੇ ਤੁਹਾਨੂੰ ਬੇਚੈਨ ਕੀਤਾ ਹੋਇਆ? ਕਹਾਣੀ ਬਹੁਤ ਹੀ ਅਜੀਬ ਹੈ, ਗੁਰਜੀਤ ਨੇ ਚੁੱਪ ਤੋੜਦਿਆਂ ਕਹਿਣਾ ਸ਼ੁਰੂ ਕੀਤਾ। ਬਿਲਕੁਲ ਸੁਪਨੇ ਵਾਂਗ, ਜਿਹੜਾ ਕਿ ਜਿੰਨਾ ਛੋਟਾ ਹੁੰਦਾ ਓਨਾ ਹੀ ਲੰਬਾ, ਜਿੰਨਾ ਮਿੱਠਾ ਹੁੰਦਾ ਓਨਾ ਹੀ ਕੌੜਾ, ਜਿੰਨਾ ਸਰਲ ਹੁੰਦਾ ਓਨਾ ਹੀ ਕਠਿਨ ਤੇ ਗੁੰਝਲਦਾਰ। ਤੁਸੀਂ ਤਾਂ ਬੁਝਾਰਤਾਂ ਪਾ ਰਹੇ ਹੋ, ਸਪਸ਼ਟ ਦੱਸੋ, ਕੁਝ ਮੇਰੀ ਸਮਝ ਵਿੱਚ ਵੀ ਆਵੇ, ਸਰਬਜੀਤ ਨੇ ਕਿਹਾ। ਉਹ ਬੜੀ ਹੈਰਾਨੀ ਨਾਲ ਗੁਰਜੀਤ ਦੇ ਚਿਹਰੇ ਵੱਲ ਦੇਖ ਰਹੀ ਸੀ। BA ਭਾਗ ਤੀਜਾ ਦੇ ਇਮਤਿਹਾਨਾਂ ਵਿੱਚੋਂ ਥੋੜ੍ਹੇ ਜਿਹੇ ਦਿਨ ਰਹਿੰਦੇ ਸੀ ਕਿ ਇੱਕ ਦਿਨ ਮੈਂ ਆਪਣੇ 2-3 ਦੋਸਤਾਂ ਨਾਲ ਕੈਂਟੀਨ 'ਚ ਚਾਹ ਪੀਣ ਗਿਆ ਸੀ। ਚਾਹ ਮੇਜ਼ ਤੇ ਆ ਗਈ ਸੀ। ਨਾਲ ਵਾਲੇ ਖਾਲੀ ਮੇਜ਼ ਤੇ ਕੋਹਣੀਆਂ ਟਿਕਾਈ ਇੱਕ ਕੁੜੀ ਇਕੱਲੀ ਬੈਠੀ ਕਿਸੇ ਡੂੰਘੀ ਸੋਚ ਵਿੱਚ ਡੁੱਬੀ ਹੋਈ ਸੀ। ਪਤਾ ਨਹੀਂ ਮੇਰੇ ਦਿਮਾਗ 'ਚ ਕੀ ਆਈ ਕਿ ਮੈਂ ਸੁਭਾਵਕ ਹੀ ਪੁੱਛ ਲਿਆ ਸੀ, ਤੁਸੀਂ ਪੀਓਗੇ ਚਾਹ? ਕੁੜੀ ਨੇ ਤਰਬਕ ਕੇ ਜਵਾਬ ਦਿੱਤਾ ਸੀ, ਨਹੀਂ ਜੀ ਸ਼ੁਕਰੀਆ, ਬਸ ਹੁਣੇ ਹੀ ਪੀਤੀ ਹੈ। ਮੈਂ ਚਾਹ ਦੀਆਂ ਚੁਸਕੀਆਂ ਲੈਂਦਾ ਰਿਹਾ ਸਾਂ, ਪਰ ਉਹ ਕੁੜੀ ਲਗਾਤਾਰ ਮੇਰੇ ਮੂੰਹ ਵੱਲ ਵੇਖੀ ਜਾ ਰਹੀ ਸੀ। ਮੈਂ ਜਿੰਨੀ ਵਾਰੀ ਅੱਖ ਬਚਾ ਕੇ ਦੇਖਿਆ, ਉਹ ਮੇਰੇ ਵੱਲ ਹੀ ਦੇਖ ਰਹੀ ਸੀ। ਮੈਂ ਆਪਣਾ ਚਾਹ ਦਾ ਕੱਪ ਮਸਾਂ ਹੀ ਮੁਕਾਇਆ ਸੀ, ਪਰ ਮੇਰਾ ਉੱਥੋਂ ਉੱਠਣ ਨੂੰ ਜੀਅ ਵੀ ਨਹੀਂ ਸੀ ਕਰ ਰਿਹਾ। ਉਸ ਤੋਂ ਬਾਅਦ ਮੇਰੀ ਮੁਲਾਕਾਤ ਉਸ ਨਾਲ ਉਦੋਂ ਹੋਈ ਸੀ ਜਦ ਉਹ 2 ਹੋਰ ਮੁੰਡਿਆਂ ਨਾਲ ਖੜੀ ਕਿਸੇ ਵਿਸ਼ੇ ਤੇ ਬਹਿਸ ਕਰ ਰਹੀ ਸੀ। ਮੈਂ ਕੋਲ ਦੀ ਲੰਘਿਆ। ਉਹਨੇ ਮੈਨੂੰ ਆਵਾਜ਼ ਮਾਰ ਕੇ ਕਿਹਾ ਸੀ, ਜ਼ਰਾ ਗੱਲ ਸੁਣਨਾ 1 ਮਿੰਟ। ਮੈਂ ਉਸ ਦਿਨ ਤੁਹਾਡਾ ਨਾਂ ਪੁੱਛਣਾ ਤਾਂ ਭੁੱਲ ਹੀ ਗਈ ਸੀ। ਮੈਂ ਆਪਣਾ ਨਾਮ ਦੱਸ ਦਿੱਤਾ ਤੇ ਉਹਦਾ ਸ਼ੁਭ ਨਾਮ ਪੁੱਛ ਲਿਆ ਸੀ। ਸ਼ਕਲ ਤੋਂ ਨਾ ਸੀ, ਕੁੜੀ ਸੁਭਾਅ ਤੋਂ ਚੰਗੀ ਲੱਗਦੀ ਸੀ। ਉਹਦੇ ਤਿੱਖੇ ਨੈਣ ਨਕਸ਼, ਕਣਕਵੰਨਾ ਰੰਗ, ਗੱਠਵਾਂ ਤੇ ਪਤਲਾ ਸਰੀਰ ਕਿਸੇ ਦੇ ਵੀ ਮਨ ਨੂੰ ਮੋਹ ਸਕਦਾ ਸੀ। ਉਹਦਾ ਲਗਾਤਾਰ ਅੱਖਾਂ 'ਚ ਅੱਖਾਂ ਪਾ ਕੇ ਨਿਝੱਕ ਤੱਕਦੇ ਰਹਿਣਾ, ਜਿੱਥੇ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲਾ ਕਿਹਾ ਜਾ ਸਕਦਾ ਸੀ, ਉੱਥੇ ਹੁਲਾਸ ਭਰਿਆ ਤੇ ਆਨੰਦਮਈ ਵੀ ਸੀ। ਖੈਰ, ਸਮੇਂ-ਸਮੇਂ ਤੇ ਸਧਾਰਨ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਿਹਾ। ਘਰ ਦੀਆਂ ਗੱਲਾਂ, ਬਾਹਰ ਦੀਆਂ ਗੱਲਾਂ, ਕਾਲਜ ਦੀਆਂ ਗੱਲਾਂ, ਪੜ੍ਹਾਈ ਦੀਆਂ ਗੱਲਾਂ। ਜਿੰਨਾ ਚਿਰ ਅਸੀਂ ਇਕੱਠੇ ਬੈਠੇ ਹੁੰਦੇ, ਸਾਡੀਆਂ ਗੱਲਾਂ ਲਗਾਤਾਰ ਜਾਰੀ ਰਹਿੰਦੀਆਂ। ਇੱਕ ਗੱਲ ਮੁੱਕਦੀ, ਦੂਜੀ ਸ਼ੁਰੂ ਹੋ ਜਾਂਦੀ। ਇੱਥੋਂ ਤੱਕ ਕਿ ਉਸ ਨਾਲ ਮਾਰੀਆਂ ਗੱਲਾਂ ਮੈਨੂੰ ਸਤਾਉਣ ਵੀ ਲੱਗ ਪਈਆਂ ਸਨ। ਇੱਕ ਦਿਨ ਅਸੀਂ ਨੇੜੇ ਆਮੋ ਸਾਹਮਣੇ ਬੈਂਚਾਂ ਤੇ ਬੈਠੇ ਸੀ। ਚਪੜਾਸੀ ਨੇ ਆ ਕੇ ਮੇਰੇ ਕੰਨ 'ਚ ਕਿਹਾ ਸੀ, ਤੁਹਾਨੂੰ ਜੀ ਉਹ ਕੁੜੀ ਵੀਨਾ ਬੁਲਾਉਂਦੀ ਹੈ। ਵੀਨਾ ਸਾਹਮਣੇ ਖੜੀ ਸੀ। ਉਹਨੇ ਮੇਰੇ ਪਾਸੋਂ ਰਾਜਨੀਤੀ ਸ਼ਾਸਤਰ ਦੇ ਨੋਟਸਾਂ ਦੀ ਕਾਪੀ ਲੈਣੀ ਸੀ। ਇਹ ਮੈਂ ਉਹਨੂੰ ਕਹਿ ਰੱਖਿਆ ਹੋਇਆ ਸੀ। ਚਪੜਾਸੀ ਦੀ ਆਵਾਜ਼ ਨਰਿੰਦਰ ਨੇ ਵੀ ਸੁਣ ਲਈ ਸੀ। ਅੱਛਾ, ਤਾਂ ਇੱਧਰ ਉੱਧਰ ਕਾਫੀ ਜਾਲ ਫੈਲਾ ਰੱਖਿਆ। ਨਰਿੰਦਰ ਖਿੜਖੜਾ ਕੇ ਹੱਸੀ ਸੀ। ਉਹ ਬਹੁਤ ਹੀ ਖੁੱਲ੍ਹ ਕੇ ਹੱਸਦੀ ਹੁੰਦੀ ਸੀ, ਇੰਨੀ ਉੱਚੀ ਕਿ ਸਾਰਾ ਆਲਾ ਦੁਆਲਾ ਗੂੰਜ ਉੱਠਦਾ ਸੀ। ਪਰ ਜਦ ਗੰਭੀਰ ਹੁੰਦੀ ਸੀ ਤਾਂ ਉਹ ਵੀ ਹੱਦੋਂ ਵੱਧ। ਜਾਲ ਕਾਹਦਾ? ਕੰਮ ਸਾਰ ਦੇਈਦਾ, ਘਰ ਭਲਾ ਹੋ ਭਲਾ, ਕਹਿ ਕੇ ਮੈਂ ਉਹਦੇ ਮੂੰਹ ਵੱਲ ਵੇਖਣ ਲੱਗ ਪਿਆ ਸੀ। ਜਾਓ ਜੀ ਜਾਓ, ਜਲਦੀ ਕਰੋ, ਮਿਲੋ, ਵੇਖੋ ਵਿਚਾਰੀ ਕਿਵੇਂ ਬੇਤਾਬ ਖੜੀ ਹੈ। ਮੇਰੇ ਸਾਹਮਣੇ ਵਿਚਾਰੀ ਵੀਨਾ ਕੀ ਚੀਜ਼ ਹੈ? ਮੈਂ ਤਾਂ ਕਿਸੇ ਹੋਰ ਤੇ ਹੀ ਨਿਗਾਹ ਰੱਖੀ ਹੋਈ ਹੈ। ਮੈਂ ਵੀ ਪਿੱਛੇ ਨਹੀਂ ਸੀ ਰਿਹਾ। ਅੱਛਾ, ਮੈਨੂੰ ਤਾਂ ਦੱਸਿਆ ਨਹੀਂ, ਤੁਸੀਂ ਮੌਕਾ ਹੀ ਨਹੀਂ ਦਿੱਤਾ। ਮੌਕਾ ਤੁਸੀਂ ਲਿਆ ਹੀ ਨਹੀਂ। ਨਹਿਲੇ ਤੇ ਦਹਿਲਾ ਮਾਰਨ ਨੂੰ ਨਰਿੰਦਰ ਤਕੜੀ ਸੀ। ਇਹ ਉਹਦੀ ਖਾਸ ਸਿਫਤ ਸੀ। ਇਸ਼ਕ ਦੇ ਗਹਿਰੇ ਸਮੁੰਦਰ 'ਚ ਟੁੱਬੀ ਲਾਉਣ ਲਈ ਮੇਰੇ ਸਾਹਮਣੇ ਸਾਰੇ ਰਸਤੇ ਖੁੱਲ੍ਹ ਚੁੱਕੇ ਸਨ। ਹੁਣ ਮੇਰੇ ਵੱਲੋਂ ਹੀ ਕੋਈ ਦੇਰੀ ਸੀ। ਨਰਿੰਦਰ ਵੱਲੋਂ ਜੀ ਆਇਆਂ ਕਹਿ ਦਿੱਤਾ ਗਿਆ ਸੀ। ਕੁਛ ਵੀ ਅਸਪਸ਼ਟ ਨਹੀਂ ਸੀ। ਤੁਸੀਂ ਮੌਕਾ ਲਿਆ ਹੀ ਨਹੀਂ, ਵਾਕ ਨੇ ਮੇਰੇ ਦਿਲ ਦੀ ਧੜਕਣ ਵਧਾ ਦਿੱਤੀ ਸੀ। ਫਿਰ ਵੀ ਦੱਸੋ ਤਾਂ ਸਹੀ, ਉਹ ਕੌਣ ਹੈ ਜਿਸ ਤੇ ਤੁਸੀਂ ਨਿਗਾਹ ਰੱਖੀ ਹੋਈ ਹੈ? ਸਪਸ਼ਟ ਨੂੰ ਹੋਰ ਸਪਸ਼ਟ ਕਰਨ ਦੇ ਮੰਤਵ ਨਾਲ ਨਰਿੰਦਰ ਨੇ ਕਿਹਾ ਸੀ। ਗੱਲ ਦੁਹਰਾਉਣ ਨਾਲ ਕਈ ਵਾਰੀ ਜ਼ਿਆਦਾ ਮਜ਼ੇਦਾਰ ਵੀ ਤਾਂ ਹੋ ਜਾਂਦੀ ਹੈ। ਮੇਰੇ ਸਾਹਮਣੇ ਹੀ ਤਾਂ ਬੈਠੀ ਹੈ, ਮੈਂ ਨਿਝੱਕ ਹੋ ਕੇ ਕਹਿ ਦਿੱਤਾ ਸੀ।
ਨਰਿੰਦਰ ਖਿੜਖਿੜਾ ਕੇ ਹੱਸ ਪਈ ਸੀ। ਮੇਰੇ 'ਚ ਕੀ ਹੈ, ਤੁਸੀਂ ਜਾਓ ਵੀਨਾ ਕੋਲ, ਦੇਖੋ ਤਾਂ ਵਿਚਾਰੀ ਕਿੰਨੇ ਚਿਰ ਦੀ ਖੜੀ ਉਡੀਕ ਰਹੀ ਹੈ। ਪਹਿਲਾਂ ਦੱਸੋ ਜੋ ਕੁਝ ਮੈਂ ਕਿਹਾ ਠੀਕ ਹੈ? ਗੁੱਸਾ ਤਾਂ ਨਹੀਂ ਕੀਤਾ? ਗੁੱਸਾ? ਹਾਂ, ਗੁੱਸਾ ਤਾਂ ਕੀਤਾ ਹੀ ਹੈ। ਨਰਿੰਦਰ ਨੇ ਇਹ ਗੱਲ ਮੁਸਕਰਾ ਕੇ ਕਹੀ ਸੀ, ਪਰ ਮੈਨੂੰ ਕੁਝ ਫਿਕਰ ਹੋ ਗਿਆ ਸੀ। ਵੈਸੇ ਮੈਨੂੰ ਅਫਸੋਸ ਹੈ, ਪਰ ਕਿਉਂ? ਕਿਉਂਕਿ ਇਹ ਗੱਲ ਤੁਸੀਂ ਪਹਿਲਾਂ ਕਿਉਂ ਨਹੀਂ ਕਹੀ? ਅੱਜ ਤੋਂ ਕਈ ਦਿਨ ਪਹਿਲਾਂ ਕਹਿ ਦੇਣੀ ਚਾਹੀਦੀ ਸੀ। ਤੁਸੀਂ ਵੀ ਕਿੰਨੇ ਸੁਸਤ ਹੋ। ਉਹ ਅੱਛਾ, ਸ਼ੁਕਰੀਆ ਕਹਿ ਕੇ ਮੈਂ ਉੱਠ ਕੇ ਵੀਨਾ ਵੱਲ ਚਲਾ ਗਿਆ ਸੀ। ਫਿਰ? ਸਰਬਜੀਤ ਦੀ ਉਤਸੁਕਤਾ ਵੱਧ ਗਈ ਸੀ। ਜਲਦੀ ਦੱਸੋ ਕਿ ਇੰਨਾ ਕੁਝ ਹੋ ਜਾਣ ਤੇ ਫਿਰ ਨਿਰਾਸ਼ਾ ਦੀ ਹਨੇਰੀ ਕਿਵੇਂ ਆਈ? ਤੁਹਾਡੇ ਇਸ਼ਕ ਦੇ ਪਤੰਗ ਦੀ ਡੋਰ ਟੁੱਟ ਕਿਵੇਂ ਗਈ? ਉੱਡਣ ਤੇ ਟੁੱਟਣ ਦਾ ਤਾਂ ਜਿਵੇਂ ਪਤਾ ਹੀ ਨਹੀਂ ਸੀ ਲੱਗਾ, ਪਰ ਅੱਜ ਨਰਿੰਦਰ ਮੇਰੀ ਸੋਚਣੀ, ਮੇਰੇ ਸੁਪਨਿਆਂ ਤੇ ਮੇਰੇ ਸੁਭਾਅ ਦਾ ਇੱਕ ਹਿੱਸਾ ਬਣੀ ਹੋਈ ਹੈ। ਮੈਂ ਅੰਤਰਮੁਖਤਾ ਦੇ ਹਨੇਰੇ 'ਚ ਰਹਿਣ ਲੱਗਾ ਸਾਂ। ਉਸ ਦਿਨ ਤਾਂ ਸਾਡਾ ਇਸ਼ਕ ਆਤਿਸ਼ ਬਣ ਗਿਆ ਸੀ। ਅਸੀਂ ਕਾਲਜ ਦੇ ਭੀੜ ਭੜੱਕੇ ਤੋਂ ਕਾਫੀ ਦੂਰ ਬੈਠੇ ਸਾਂ। ਅਸਮਾਨ 'ਚ ਕਾਲੇ ਬੱਦਲ ਛਾਏ ਸਨ, ਹੱਥ ਤੇ ਹੱਥ ਦਿਖਾਈ ਨਹੀਂ ਸੀ ਦੇ ਰਿਹਾ। ਨਿੱਕੀਆਂ ਨਿੱਕੀਆਂ ਕਣੀਆਂ ਵੀ ਪੈਣੀਆਂ ਸ਼ੁਰੂ ਹੋ ਗਈਆਂ ਸੀ। ਨਰਿੰਦਰ ਦੇ ਦਿਲ 'ਚ ਪਤਾ ਨਹੀਂ ਕੀ ਆਈ ਕਿ ਉਹ ਅਚਾਨਕ ਉੱਠੀ, ਮੇਰੇ ਨੇੜੇ ਹੋਈ ਤੇ ਮੇਰੀ ਸੱਜੀ ਗੱਲ੍ਹ ਚੁੰਮ ਲਈ। ਉਸ ਚੁੰਮਣ ਦੇ ਆਨੰਦ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਗੁਰਜੀਤ ਨੇ ਦੇਖਿਆ ਸਰਬਜੀਤ ਕੁਝ ਸ਼ਰਮਾ ਗਈ ਸੀ। ਜਜ਼ਬਾਤ ਦੇ ਵੇਗ 'ਚ ਉਹ ਕੁਝ ਜ਼ਿਆਦਾ ਹੀ ਬੋਲ ਗਿਆ ਸੀ। ਉਹਨੂੰ ਅਫਸੋਸ ਹੋ ਰਿਹਾ ਸੀ, ਸੋ ਕੁਝ ਪਲ ਲਈ ਗੁਰਜੀਤ ਵੀ ਚੁੱਪ ਹੋ ਗਿਆ ਸੀ। ਉਹ ਕਾਲਜ ਦੇ ਵਰਾਂਡੇ 'ਚ ਤੁਰਦੀ ਸੀ ਤਾਂ ਉਹਦੇ ਸੈਂਡਲਾਂ ਦੀ ਟਿਕ ਟਿਕ ਹਰ ਕਿਸੇ ਦੇ ਦਿਲ ਦੀ ਧੜਕਨ ਤੇਜ਼ ਕਰ ਦਿੰਦੀ ਸੀ। ਮਾਨਸਿਕ ਤੇ ਜਿਸਮਾਨੀ ਹਰ ਪੱਖੋਂ ਸੰਪੂਰਨ ਤੇ ਸੰਤੁਲਿਤ ਸੀ। ਸਰਬਜੀਤ ਨੇ ਗੁਰਜੀਤ ਨੂੰ ਆਪਣੀ ਗੱਲ ਸਿਰੇ ਲਾਉਣ ਦੇ ਅੰਦਾਜ਼ 'ਚ ਕਿਹਾ। ਬਸ ਫੇਰ ਕੀ ਸੀ, ਇੰਨੀ ਕੋਈ ਕਹਾਣੀ ਹੈ। ਅਸੀਂ ਤਾਂ ਕੋਈ ਇਕਰਾਰ ਹੀ ਨਹੀਂ ਸੀ ਕੀਤਾ, ਕੋਈ ਵਾਅਦੇ ਵੀ ਨਹੀਂ ਸਨ ਕੀਤੇ। ਬਸ ਮੁਹੱਬਤ ਨੂੰ ਸ਼ਿੱਦਤ ਨਾਲ ਕਬੂਲ ਕਰਨ ਦੇ ਕਾਰਨ ਇਹ ਮੇਰੇ ਲਈ ਗਹਿਰੀ ਚੋਟ ਹੋ ਨਿਬੜੀ। BA ਦੀ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਰਿੰਦਰ ਨੇ ਮੇਰੇ ਨਾਲ ਬੋਲਣਾ ਛੱਡ ਦਿੱਤਾ ਸੀ। ਦੂਜੀਆਂ ਕੁੜੀਆਂ ਮੇਰੀ ਤਰਸਯੋਗ ਹਾਲਤ ਵੇਖ ਕੇ ਦੁਖੀ ਹੁੰਦੀਆਂ ਸਨ। ਮੈਨੂੰ ਇਹ ਵੀ ਦੱਸਦੀਆਂ ਰਹਿੰਦੀਆਂ ਸਨ ਕਿ ਉਹ ਤਾਂ ਬਥੇਰੀ ਖੁਸ਼ ਰਹਿੰਦੀ ਹੈ, ਤੁਸੀਂ ਐਵੇਂ ਹੀ ਮਰੀ ਜਾਂਦੇ ਹੋ। ਪਰ ਇਹ ਸਾਰਾ ਕੁਝ ਮੇਰੇ ਵੱਸ ਦੀ ਗੱਲ ਤਾਂ ਨਹੀਂ ਸੀ। ਇਕੱਲੀ ਵੀਨਾ ਨੇ ਹੀ ਮੈਨੂੰ ਬਾਰ-ਬਾਰ ਦੁਹਰਾ ਕੇ ਕਿਹਾ ਸੀ, ਹੋਰ ਕੁੜੀਆਂ ਮੁੱਕ ਗਈਆਂ, ਨਰਿੰਦਰ ਵਰਗੀਆਂ ਹਜ਼ਾਰਾਂ ਤੁਰੀਆਂ ਫਿਰਦੀਆਂ। ਸਰਬਜੀਤ ਬੇਸ਼ੱਕ ਜ਼ੁਲਫਾਂ ਦੀ ਛਾਂ ਦੇਣ ਲਈ ਨਰਿੰਦਰ ਤੋਂ ਬਾਅਦ ਵੀ ਸੈਂਕੜੇ ਹੁਸਨ ਮੇਰੇ ਨਜ਼ਦੀਕ ਆਏ, ਪਰ ਮੇਰਾ ਜਿਗਰ ਪੁਰਾਣਾ ਦਰਦ ਹੀ ਹੰਢਾ ਰਿਹਾ ਹੈ। ਮੇਰੀ ਮੁਹੱਬਤ ਰੇਤ ਦੀਆਂ ਦੀਵਾਰਾਂ ਵਾਂਗ ਢਹਿ ਢੇਰੀ ਹੋ ਗਈ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਾ। ਹੁਣ ਤਾਂ ਮੈਂ ਇਹ ਚਾਹੁੰਦਾ, ਪੁਰਾਣੀ ਯਾਦ ਬਸ ਯਾਦ ਹੀ ਬਣ ਜਾਏ ਤਾਂ ਕਿ ਫਿਰ ਕੋਈ ਯਾਦ ਸਤਾਵੇ ਹੀ ਨਾ। ਮੇਰੇ ਇਸ ਰੋਗੀ ਤੇ ਸੋਗੀ ਦਿਲ ਦਾ ਦੁੱਖ ਹੀ ਦਾਰੂ ਬਣ ਕੇ ਰਹਿ ਗਿਆ। ਮੈਂ ਵਕਤ ਨਾਲ ਆਪਣੇ ਆਪ ਨੂੰ ਇਸ ਕਦਰ ਜੋੜੀ ਰੱਖਿਆ, ਇਹ ਸਿਰਫ ਮੈਂ ਹੀ ਜਾਣਦਾ। BA ਤੋਂ ਬਾਅਦ ਨਰਿੰਦਰ ਦੀ ਸ਼ਾਦੀ ਹੋ ਗਈ ਸੀ। ਮੈਨੂੰ ਕੋਈ ਅਫਸੋਸ ਨਹੀਂ ਸੀ ਹੋਇਆ, ਪਰ ਉਹ ਮੈਨੂੰ ਭੁੱਲੀ ਨਹੀਂ। ਇਹ ਸਭ ਤੋਂ ਖਤਰਨਾਕ ਦਸ਼ਾ ਹੈ। ਹੁਣ ਤਾਂ ਉਹ 2 ਬੱਚਿਆਂ ਦੀ ਮਾਂ ਵੀ ਹੈ। ਗੁਰਜੀਤ ਉੱਠਿਆ ਤੇ ਸ਼ੈਲਫ ਦਾ ਕੱਪੜਾ ਚੁੱਕ ਕੇ ਹੇਠੋਂ ਇੱਕ ਛੋਟੀ ਜਿਹੀ ਤਸਵੀਰ ਕੱਢੀ। ਇਹ ਉਹਦੀ ਫੋਟੋ ਹੈ, ਜਿਹਨੂੰ ਕਦੇ-ਕਦੇ ਦੇਖ ਲੈਂਦਾ। ਸਰਬਜੀਤ ਨੇ ਫੋਟੋ ਨੂੰ ਬਹੁਤ ਹੀ ਗੌਰ ਨਾਲ ਦੇਖਿਆ। ਨਰਿੰਦਰ ਬਹੁਤ ਹੀ ਸਧਾਰਨ ਚਿਹਰੇ ਮੂਹਰੇ ਵਾਲੀ ਕੁੜੀ ਲੱਗ ਰਹੀ ਸੀ। ਚਿਹਰਾ ਪੂਰੀ ਤਰ੍ਹਾਂ ਸਾਫ਼ ਨਹੀਂ ਸੀ, ਗਰਦਨ ਛੋਟੀ ਜਿਹੀ ਤੇ ਅੱਖਾਂ ਡੂੰਘੀਆਂ। ਸਰਬਜੀਤ ਨੇ ਫੋਟੋ ਵਾਪਸ ਕਰ ਦਿੱਤੀ ਸੀ। ਉਹ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਈ ਸੀ। ਇਸ਼ਕ ਦੇ ਜ਼ਖਮ ਇੰਨੇ ਗਹਿਰੇ ਤੇ ਦਰਦਨਾਕ ਹੁੰਦੇ ਨੇ, ਉਹਨੇ ਕਦੇ ਸੋਚਿਆ ਵੀ ਨਹੀਂ ਸੀ। ਸੁਰਿੰਦਰ ਤੋਂ ਉਹਨੂੰ ਭਰਪੂਰ ਤੇ ਰੱਜਵਾਂ ਪਿਆਰ ਮਿਲਿਆ ਸੀ। ਕਿਤੇ ਉਸਨੂੰ ਵੀ ਅਜਿਹੇ ਹਾਲਾਤ ਨਾਲ ਦੋ ਚਾਰ ਨਾ ਹੋਣਾ ਪੈ ਜਾਏ। ਸਰਬਜੀਤ ਧੁਰੰਦਰ ਤੱਕ ਕੰਬ ਗਈ ਸੀ। ਨਹੀਂ, ਅਜਿਹਾ ਨਹੀਂ ਹੋਏਗਾ। ਮੈਂ ਅਜਿਹਾ ਨਹੀਂ ਕਰਾਂਗੀ। ਸੁਰਿੰਦਰ ਵੀ ਅਜਿਹਾ ਨਹੀਂ ਕਰ ਸਕੇਗਾ। ਨਰਿੰਦਰ ਬੇਵਕੂਫ ਸੀ, ਜਿਹਨੇ ਮੇਰੇ ਵੀਰ ਨੂੰ ਇੰਨਾ ਦੁੱਖ ਪਹੁੰਚਾਇਆ। ਕੀ ਸੋਚਣ ਲੱਗ ਪਈ ਮੇਰੀ ਭੈਣ? ਗੁਰਜੀਤ ਨੇ ਸਰਬਜੀਤ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ। ਤੂੰ ਮੇਰਾ ਫਿਕਰ ਨਾ ਕਰ, ਮੈਂ ਇਹੀ ਕੋਸ਼ਿਸ਼ ਕਰ ਰਿਹਾ ਕਿ ਜਲਦੀ ਸੈੱਟ ਹੋ ਜਾਵਾਂ। ਨਾਲੇ ਮੈਂ ਤੁਹਾਡੀ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਪਿੰਡ ਚਲਾ ਜਾਵਾਂਗਾ, ਉੱਥੇ ਜੀ ਲਾਉਣ ਦੀ ਕੋਸ਼ਿਸ਼ ਕਰਾਂਗਾ। ਕਹਿਣ ਨੂੰ ਤਾਂ ਗੁਰਜੀਤ ਨੇ ਕਹਿ ਦਿੱਤਾ ਸੀ, ਪਰ ਉਹਨੂੰ ਜਾਪ ਰਿਹਾ ਸੀ ਜਿਵੇਂ ਸਰਬਜੀਤ ਨੂੰ ਤਸੱਲੀ ਨਾ ਹੋਈ ਹੋਵੇ। ਮੈਂ ਦੁਆ ਕਰਦੀ ਹਾਂ ਕਿ ਤੁਹਾਡੇ ਪਿਆਰ ਨਾਲ ਅਜਿਹਾ ਕੁਝ ਨਾ ਵਾਪਰੇ ਜਿਸ ਨਾਲ ਤੁਸੀਂ ਬੇਚੈਨ ਤੇ ਮਾਯੂਸ ਹੋਵੋ।
ਰੱਬ ਕਰੇ ਇਸ ਨਾਜ਼ੁਕ ਰਿਸ਼ਤੇ ਨੂੰ ਕਦੇ ਵੀ ਠੇਸ ਨਾ ਪਹੁੰਚੇ। ਸਰਬਜੀਤ ਇੰਨੀ ਉਦਾਸ ਹੋ ਗਈ ਸੀ ਕਿ ਕੁਝ ਵੀ ਬੋਲ ਨਹੀਂ ਸੀ ਸਕੀ। ਥੋੜੀ ਦੇਰ ਬਾਅਦ ਉਹ ਘਰ ਚਲੀ ਗਈ। ਅੰਗ 28ਵਾਂ। ਗੁਲਾਬਗੜ੍ਹ ਦਾ ਸਾਰਾ ਮਾਹੌਲ ਬਦਲ ਚੁੱਕਾ ਸੀ। ਹਾਲਾਤ ਬਦਲ ਚੁੱਕੇ ਸਨ। ਲੋਕਾਂ ਦੇ ਸੁਭਾਵਾਂ 'ਚ ਤਬਦੀਲੀ ਆ ਗਈ ਸੀ। ਸੰਤੂ ਅਮਲੇ ਮਰ ਚੁੱਕਾ ਸੀ ਤੇ ਜੱਸੋ ਮਰਾਸਣ ਕਿਸੇ ਨਾਲ ਉਧੜ ਗਈ ਸੀ। ਪਰ ਸੱਥ ਦੀਆਂ ਰੌਣਕਾਂ ਪਹਿਲਾਂ ਵਰਗੀਆਂ ਹੀ ਸਨ। ਪਹਿਲਾਂ ਵਾਂਗ ਸੰਸਦ ਜੁੜਦੀ, ਗੱਲਾਂ ਬਾਤਾਂ ਹੁੰਦੀਆਂ। ਇੱਕ ਪੀੜ੍ਹੀ ਦਾ ਫਰਕ ਪੈ ਗਿਆ ਸੀ। ਪਰ ਲੋਕੀ ਨਾ ਤਾਂ ਜੱਗੇ ਨੂੰ ਭੁੱਲੇ ਸਨ ਤੇ ਨਾ ਹੀ ਜੀਤੂ ਨੂੰ। ਸਰਦਾਰ ਸ਼ੇਰ ਸਿੰਘ ਦਾ ਰੋਹਬ-ਦਾਬ ਜਿਉਂਦਾ ਤਿਉਂ ਸੀ। ਜੰਗੀਰ ਸਿੰਘ ਕਾਫੀ ਬੁੱਢਾ ਹੋ ਗਿਆ ਸੀ। ਉਹਦਾ ਪਹਿਲਾਂ ਨਾਲੋਂ ਵੀ ਬੁਰਾ ਹਾਲ ਸੀ। ਕੋਈ 2 ਸਾਲ ਹੀ ਆਪਣੀ ਜ਼ਮੀਨ ਦੇ ਟੋਟੇ ਤੇ ਹਲ ਵਾਹ ਸਕਿਆ ਸੀ। ਉਸ ਉਪਰੰਤ ਜਦ ਸਰਦਾਰਨੀ ਇੰਦਰਜੀਤ ਕੌਰ ਦੇ ਭਰਾ ਦੇ ਗੇੜੇ ਘਟ ਗਏ ਸਨ ਤਾਂ ਸ਼ੇਰ ਸਿੰਘ ਨੇ ਕੁਝ ਧੱਕੇ ਨਾਲ ਤੇ ਕੁਝ ਪਟਵਾਰੀ ਸਾਹਿਬ ਦੇ ਸਹਿਯੋਗ ਨਾਲ ਦੁਬਾਰਾ ਕਬਜ਼ਾ ਕਰ ਲਿਆ ਸੀ। ਗਰੀਬ ਆਦਮੀ ਤੇ ਉਹ ਵੀ ਕੱਲਾਕਾਰਾ ਕੀ ਕਰ ਸਕਦਾ ਸੀ ਏਡੇ ਵੱਡੇ ਜ਼ਿਮੀਂਦਾਰ ਦੇ ਸਾਹਮਣੇ। ਠੀਕ ਹੈ, ਇੰਦਰਜੀਤ ਕੌਰ ਦੀ ਜ਼ਮੀਨ ਦਾ ਉਹਨੂੰ ਆਸਰਾ ਸੀ, ਪਰ ਇੱਥੇ ਆਸਰੇ ਨਾਲ ਤਣਾਅ ਜ਼ਿਆਦਾ ਸੀ। ਮਿਹਨਤ ਮਜ਼ਦੂਰੀ ਕਰਕੇ ਬਾਲ ਬੱਚਿਆਂ ਦਾ ਡੰਗ ਟਪਾਉਣ ਤੇ ਰੱਬ ਦਾ ਸ਼ੁਕਰ ਕਰਨ ਵਾਲੀ ਗੱਲ ਸੀ। ਪਰ ਜਿਹੜੀ ਗੱਲ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਉਹ ਬਹੁਤ ਹੀ ਹੈਰਾਨੀਦਾਇਕ ਤੇ ਅਜੀਬ ਸੀ, ਜਿਹੜੀ ਜਣੇ ਖਣੇ ਦੀ ਜ਼ੁਬਾਨ ਤੇ ਸੀ ਤੇ ਜਿਹਦਾ ਸ਼ੇਰ ਸਿੰਘ ਨੂੰ ਵੀ ਪਤਾ ਲੱਗ ਚੁੱਕਾ ਸੀ ਤੇ ਉਹ ਫਿਕਰ 'ਚ ਰਹਿਣ ਲੱਗ ਪਿਆ ਸੀ। ਗੱਲ ਕੋਈ ਛੋਟੀ ਵੀ ਨਹੀਂ ਸੀ। ਸਰਦਾਰਨੀ ਇੰਦਰਜੀਤ ਕੌਰ ਦੀ ਇੱਕੋ ਇੱਕ ਧੀ 16 ਜਮਾਤਾਂ ਪਾਸ ਕਰ ਗਈ ਸੀ ਤੇ ਹੁਣ ਉਹ ਪਿੰਡ ਗੁਲਾਬਗੜ੍ਹ ਵਾਪਸ ਆ ਰਹੀ ਸੀ। ਅਖੇ ਦੋਵੇਂ ਮਾਵਾਂ ਧੀਆਂ ਆਪਣੀ ਜ਼ਮੀਨ ਖੁਦ ਸੰਭਾਲਣਗੀਆਂ। ਕੁੜੀ ਇੰਨੀਆਂ ਜਮਾਤਾਂ ਪੜ੍ਹ ਗਈ। ਸ਼ੇਰ ਸਿੰਘ ਨੂੰ ਪਹਿਲਾਂ ਤਾਂ ਯਕੀਨ ਹੀ ਨਹੀਂ ਸੀ ਆਇਆ। ਉਹ ਸੋਚਦਾ ਸੀ ਕਿ ਉਸੇ ਦਾ ਮੁੰਡਾ ਗੁਰਜੀਤ ਹੀ ਇਲਾਕੇ 'ਚ ਸਭ ਤੋਂ ਵੱਧ ਪੜ੍ਹਿਆ ਹੋਇਆ, ਜਿਹੜਾ ਕਿ ਇੱਕ ਕਾਲਜ ਵਿੱਚ ਪੜ੍ਹਾਉਂਦਾ ਵੀ ਸੀ। ਗੁਰਦਿਆਲ ਸਿੰਘ ਦੀ ਕੁੜੀ ਦਾ ਇੰਨਾ ਪੜ੍ਹ ਜਾਣਾ ਸ਼ੇਰ ਸਿੰਘ ਲਈ ਸਹਿਣ ਕਰਨਾ ਔਖਾ ਹੋਇਆ ਪਿਆ ਸੀ। ਪਿੰਡ 'ਚ ਹੋ ਰਹੀ ਚਰਚਾ ਨੇ ਉਹਨੂੰ ਹੋਰ ਵੀ ਦੁਖੀ ਕਰ ਰੱਖਿਆ ਸੀ। ਦੱਬੀ ਹੋਈ ਗੱਲ ਫੇਰ ਉੱਠ ਖੜੀ ਸੀ। ਜੀਤੂ ਵੀ ਕੁਝ ਸਮਾਂ ਪਹਿਲਾਂ ਜੇਲ੍ਹ ਪੂਰੀ ਕਰਕੇ ਪਿੰਡ ਵਾਪਸ ਆ ਗਿਆ ਸੀ। ਬਹੁਤ ਹੀ ਬਦਲਿਆ ਹੋਇਆ ਤੇ ਪਛਾਣ ਤੋਂ ਬਾਹਰ। ਲੱਗਦਾ ਹੀ ਨਹੀਂ ਸੀ ਕਿ ਉਹੀ ਜੀਤੂ ਸੀ ਜਿਹੜਾ ਕਿ ਕਿਸੇ ਜ਼ਮਾਨੇ ਸ਼ੇਰ ਸਿੰਘ ਦਾ ਨੇੜੇ ਦਾ ਨੌਕਰ ਸੀ। ਹੁਣ ਤਾਂ ਉਹਦੀ ਸ਼ਕਲ ਤੇ ਸੁਭਾਅ ਬਿਲਕੁਲ ਹੀ ਬਦਲ ਗਿਆ ਸੀ। ਉਹ ਕਮਜ਼ੋਰ ਨਹੀਂ ਸੀ ਹੋਇਆ, ਸਗੋਂ ਉਹਦਾ ਸਰੀਰ ਤੇ ਚਿਹਰਾ ਕਾਫੀ ਭਾਰਾ ਹੋ ਗਿਆ ਸੀ, ਜਿਹੜਾ ਇਹ ਸਪਸ਼ਟ ਕਰਦਾ ਸੀ ਕਿ ਜੀਤੂ ਅੰਦਰੋਂ ਅੰਦਰੀ ਕਾਫੀ ਮਜ਼ਬੂਤ ਹੋ ਕੇ ਆਇਆ। ਪਿੰਡ ਆਉਣ ਤੇ ਲੋਕਾਂ ਨੇ ਉਹਨੂੰ ਬਹੁਤਾ ਨਹੀਂ ਬੁਲਾਇਆ ਤੇ ਨਾ ਹੀ ਜੀਤੂ ਨੇ ਕੋਈ ਰੁਚੀ ਦਿਖਾਈ ਸੀ। ਉਹ ਚੁੱਪਚਾਪ ਰਹਿੰਦਾ ਸੀ। ਪਿੰਡ ਦੇ 2-4 ਖਾਸ ਬੰਦਿਆਂ ਨਾਲ ਜੇਕਰ ਉਹਦੀ ਗੱਲ ਹੋਈ ਵੀ ਸੀ ਤਾਂ ਉਹਨੇ ਬੜੀ ਦ੍ਰਿੜਤਾ ਨਾਲ ਕਿਹਾ ਸੀ, ਮੈਂ ਤਾਂ ਹੁਣ ਸ਼ੇਰ ਸਿੰਘ ਦੇ ਪਿਓ ਤੋਂ ਵੀ ਨਹੀਂ ਡਰਦਾ, ਨਾਲੇ ਇਹ ਤੋਂ ਬਦਲਾ ਲੈਣ ਲਈ ਤਾਂ ਮੈਂ ਆਇਆ ਇੱਥੇ। ਸ਼ੇਰ ਸਿੰਘ ਤੱਕ ਇਹ ਗੱਲ ਪਹੁੰਚੀ ਸੀ ਜਾਂ ਨਹੀਂ ਇਹ ਵੱਖਰੀ ਗੱਲ ਸੀ। ਫਿਰ ਜੇਕਰ ਸਰਦਾਰਨੀ ਇੰਦਰਜੀਤ ਕੌਰ ਦਾ ਉਹਨੂੰ ਕਿਤੇ ਪਤਾ ਚੱਲੇ ਤਾਂ ਦੱਸੇ ਕਿ ਸਰਦਾਰ ਗੁਰਦਿਆਲ ਸਿੰਘ ਦਾ ਕਾਤਲ ਉਹ ਨਹੀਂ ਸੀ, ਸਗੋਂ ਜੱਗਾ ਸੀ। ਪੁਲਿਸ ਵੀ ਮੌਕੇ ਤੇ ਪਹਿਲਾਂ ਹੀ ਸ਼ੇਰ ਸਿੰਘ ਨੇ ਬੁਲਾਈ ਹੋਈ ਸੀ। ਸਾਰੀ ਯੋਜਨਾ ਪੂਰਵ ਨਿਸ਼ਚਿਤ ਸੀ। ਉਹ ਵਿਚਾਰਾ ਤਾਂ ਨਜਾਇਜ਼ ਹੀ ਮਾਰਿਆ ਗਿਆ ਸੀ। ਅੰਗ 29ਵਾਂ। ਪਿੰਡ ਗੁਲਾਬਗੜ੍ਹ ਦੇ ਬੱਸ ਅੱਡੇ ਤੇ ਬੱਸ ਰੁਕੀ ਤੇ ਸਰਦਾਰਨੀ ਇੰਦਰਜੀਤ ਕੌਰ, ਸਰਬਜੀਤ ਤੇ ਸਰਬਜੀਤ ਦਾ ਮਾਮਾ ਉਤਰੇ। ਦੇਖਣ ਵਾਲਿਆਂ ਦੀਆਂ ਮੱਲੋ ਮੱਲੀ ਉਂਗਲਾਂ ਮੂੰਹ 'ਚ ਪੈ ਗਈਆਂ। ਪਹਿਲਾਂ ਤਾਂ ਸਿਰਫ ਅਫਵਾਹ ਹੀ ਸੀ, ਸਰਦਾਰਨੀ ਸੱਚਮੁੱਚ ਹੀ ਆ ਪਹੁੰਚੀ ਸੀ। ਸਰਦਾਰਨੀ ਦੇ ਸਿਰ ਦੇ ਵਾਲ ਬਿਲਕੁਲ ਸਫੈਦ ਹੋ ਚੁੱਕੇ ਸੀ, ਪਰ ਕਾਲੇ ਗੂੜੇ ਰੰਗ ਦੇ ਸ਼ੀਸ਼ਿਆਂ ਵਾਲੇ ਚਸ਼ਮੇ ਪਹਿਨੇ ਹੋਣ ਕਾਰਨ ਉਹ ਬੁੱਢੀ ਬਿਲਕੁਲ ਨਹੀਂ ਸੀ ਲੱਗ ਰਹੀ। ਕੱਪੜਾ ਲੀੜਾ ਵੀ ਬਹੁਤ ਢੰਗ ਸਿਰ ਦਾ ਪਹਿਨਿਆ ਸੀ। ਸਰਦਾਰਨੀ ਦਾ ਰੰਗ ਢੰਗ ਤੇ ਚਾਲ ਢਾਲ ਕਾਫੀ ਰੋਹਬ ਵਾਲੀ ਜਾਪ ਰਹੀ ਸੀ। ਹਵੇਲੀ ਤੱਕ ਪਹੁੰਚਦਿਆਂ ਹਰ ਘਰ ਦੀਆਂ ਤੀਵੀਆਂ, ਬੱਚਿਆਂ ਤੇ ਆਦਮੀਆਂ ਨੇ ਆਪੋ ਆਪਣੇ ਘਰਾਂ ਵਿੱਚੋਂ ਸਿਰ ਬਾਹਰ ਕੱਢੇ। ਪੁੱਛਿਆ ਪਛਾਇਆ ਕੁਛ ਨਾ, ਪਰ ਸਭ ਨੇ ਬਹੁਤ ਹੀ ਅਦਬ ਨਾਲ ਸਰਦਾਰਨੀ ਨੂੰ ਸਤਿ ਸ੍ਰੀ ਅਕਾਲ ਜ਼ਰੂਰ ਕਹੀ। ਸਰਦਾਰਨੀ ਬਿਨਾਂ ਕੁਝ ਬੋਲੇ ਇਸ ਜੀ ਆਇਆਂ ਤੋਂ ਦੀ ਸਵੀਕ੍ਰਿਤੀ ਦਾ ਜਵਾਬ ਕੇਵਲ ਥੋੜਾ ਜਿਹਾ ਸਿਰ ਹਿਲਾ ਕੇ ਦਿੰਦੀ ਹੋਈ ਤੁਰੀ ਗਈ ਸੀ। ਇਹ ਗੱਲ ਰਾਤੋਂ ਰਾਤ ਸਾਰੇ ਪਿੰਡ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ। ਮਾਵਾਂ ਧੀਆਂ ਵਿੱਚ ਬੜੀ ਲੰਮੀ ਬਹਿਸ ਹੋਈ ਸੀ। ਸੁਰਿੰਦਰ ਬਾਰੇ ਸਾਰੀ ਗੱਲ ਸਰਬਜੀਤ ਨੇ ਆਪਣੀ ਮਾਂ ਨੂੰ ਦੱਸ ਦਿੱਤੀ ਸੀ ਤੇ ਇੰਦਰਜੀਤ ਕੌਰ ਨੇ ਸੁਰਿੰਦਰ ਨੂੰ ਘਰੇ ਵੀ ਬੁਲਾਇਆ ਸੀ। ਪਹਿਲਾਂ ਤਾਂ ਸੁਰਿੰਦਰ ਘਰ-ਬਾਰ ਤੇ ਜ਼ਮੀਨ ਜਾਇਦਾਦ ਦਾ ਦੇਖ ਸੁਣ ਕੇ ਘਬਰਾਈ ਗਿਆ ਸੀ, ਪਰ ਸਰਬਜੀਤ ਦੀ ਕਹੀ ਹੋਈ ਗੱਲ ਨੇ ਉਹਨੂੰ ਹੌਸਲੇ 'ਚ ਕਰ ਦਿੱਤਾ ਕਿ ਵਿੱਦਿਆ ਤੋਂ ਵੱਡਾ ਹੋਰ ਕੋਈ ਧਨ ਨਹੀਂ ਹੁੰਦਾ।
ਸੁਰਿੰਦਰ ਖੁੱਲ੍ਹ ਕੇ ਬੋਲਣ ਲੱਗ ਪਿਆ ਸੀ। ਮੁੰਡਾ ਹਰ ਪੱਖੋਂ ਸੋਹਣਾ ਸੀ, ਤੰਦਰੁਸਤ ਤੇ ਲਾਇਕ। ਕਾਕਾ, ਤੁਹਾਡਾ ਪਿੰਡ ਕਿਹੜਾ ਹੈ? ਸਰਦਾਰਨੀ ਨੇ ਅਚੇਤ ਹੀ ਪੁੱਛ ਲਿਆ ਸੀ। ਅਸੀਂ ਤਾਂ ਜੀ ਸ਼ੁਰੂ ਤੋਂ ਹੀ ਇੱਥੇ ਹੀ ਰਹਿੰਦੇ ਹਾਂ। ਮੇਰੇ ਪਿਤਾ ਜੀ ਮੇਰੀ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਸੁਰਗਵਾਸ ਹੋ ਗਏ ਸੀ। ਮਾਂ ਜੀ ਇਹੀ ਦੱਸਦੇ ਆ। ਤੇ ਤੇਰੀ ਮਾਂ ਜੀ ਕੀ ਕਰਦੇ ਆ? ਜੀ ਕੱਪੜੇ ਦੀ ਸਿਲਾਈ ਦਾ ਕੰਮ। ਜੱਟ ਹੀ ਹੁੰਦੇ ਹੋ ਨਾ ਤੁਸੀਂ? ਜੀ ਹਾਂਜੀ। ਇੰਦਰਜੀਤ ਕੌਰ ਨੂੰ ਕੋਈ ਇਤਰਾਜ਼ ਨਹੀਂ ਸੀ। ਸਰਬਜੀਤ ਦੀ ਖੁਸ਼ੀ ਸਭ ਤੋਂ ਪਹਿਲਾਂ ਸੀ। ਇੰਨੀ ਸੁਲਝੀ ਹੋਈ ਕੁੜੀ ਦੀ ਚੋਣ ਗਲਤ ਤਾਂ ਨਹੀਂ ਸੀ ਹੋ ਸਕਦੀ। ਸੁਰਿੰਦਰ ਚਲਾ ਗਿਆ ਸੀ। ਸਰਬਜੀਤ ਸੁਰਿੰਦਰ ਨਾਲ ਸ਼ਹਿਰ 'ਚ ਹੀ ਰਹਿਣਾ ਚਾਹੁੰਦੀ ਸੀ, ਕਿਉਂਕਿ ਜੇਕਰ ਉਹ ਪਿੰਡ ਜਾ ਕੇ ਜ਼ਮੀਨ ਸੰਭਾਲਦੀ ਹੈ ਤਾਂ ਸੁਰਿੰਦਰ ਨੇ ਤਾਂ ਪਿੱਛੇ ਸ਼ਹਿਰ ਹੀ ਰਹਿ ਜਾਣਾ ਸੀ। 2 ਮਹੀਨਿਆਂ ਬਾਅਦ ਉਹਨਾਂ ਮਾਂ ਪੁੱਤਾਂ ਨੂੰ ਵੀ ਪਿੰਡ ਹੀ ਬੁਲਾ ਲਵਾਂਗੇ। ਪਿੰਡ ਦੀ ਨਿਆਈ ਤੱਕ ਆਪਣੀ ਜ਼ਮੀਨ ਹੈ, ਉਹਨਾਂ ਨੂੰ ਖੁੱਲ੍ਹਾ ਮਕਾਨ ਬਣਾ ਕੇ ਦੇ ਦਿਆਂਗੇ। ਦੋਵੇਂ ਰਲ ਕੇ ਨੱਚੀ ਖੇਡੀ ਜਾਈਓ ਖੇਤਾਂ ਦੀਆਂ ਵੱਟਾਂ ਤੇ। ਮਾਂ ਦੀ ਇਹ ਗੱਲ ਧੀ ਦੇ ਦਿਲ ਲੱਗ ਗਈ ਸੀ। ਪਰ ਸ਼ਾਦੀ? ਪੂਰੇ 1 ਸਾਲ ਤੋਂ ਬਾਅਦ ਸੁਰਿੰਦਰ ਦੀ ਯਾਦ ਵਿੱਚ ਸਰਬਜੀਤ ਪਿੰਡ ਆ ਕੇ ਇੰਨੀ ਮਸਤ ਰਹਿੰਦੀ ਸੀ ਕਿ ਪਤਾ ਹੀ ਨਾ ਲੱਗਾ ਕਦੋਂ 4 ਮਹੀਨੇ ਬੀਤ ਗਏ। ਅੰਗ 3। ਪਿੰਡ ਵਾਲਿਆਂ ਲਈ ਸਭ ਕੁਝ ਬੜਾ ਨਵਾਂ ਤੇ ਅਜੀਬ ਸੀ, ਪਰ ਸਰਬਜੀਤ ਤੇ ਸੁਰਿੰਦਰ ਹੋਰਾਂ ਲਈ ਇਹ ਸਭ ਕੁਝ ਸੁਭਾਵਕ। ਸੁਰਜੀਤ ਕੌਰ ਨੂੰ ਪਿੰਡ ਦਾ ਕੋਈ ਵੀ ਆਦਮੀ ਪਹਿਚਾਣ ਨਹੀਂ ਸੀ ਸਕਿਆ। ਉਹਦਾ ਚਿਹਰਾ ਬਹੁਤ ਬੁੱਢਾ ਜਾਪਣ ਲੱਗ ਪਿਆ ਸੀ। ਹੇਠਲੇ 2 ਦੰਦ ਡਿੱਗ ਪਏ ਸਨ। ਨਜ਼ਰ ਵਾਲੀਆਂ ਐਨਕਾਂ ਵੀ ਲੱਗ ਗਈਆਂ ਸਨ। ਇੱਥੇ ਰਹਿੰਦਿਆਂ ਵੀ ਪਿੰਡ ਵਾਲਿਆਂ ਨਾਲ ਉਹਦਾ ਕੋਈ ਬਹੁਤਾ ਸੰਪਰਕ ਨਹੀਂ ਸੀ ਰਿਹਾ। ਹਾਂ, ਜੱਗੇ ਦੇ ਨਿਕੰਮੇ ਹੋ ਜਾਣ ਦੇ ਦਿਨਾਂ 'ਚ ਉਹਨੂੰ ਪਿੰਡ ਦੇ ਬਾਹਰ-ਬਾਹਰ ਜ਼ਰੂਰ 1-2 ਘਰਾਂ ਦਾ ਕੰਮ ਕਰਨਾ ਪਿਆ ਸੀ। ਪਿੰਡ ਗੁਲਾਬਗੜ੍ਹ ਪਹੁੰਚ ਕੇ ਉਹ ਹੈਰਾਨ, ਪਰੇਸ਼ਾਨ ਤੇ ਬੇਚੈਨ ਹੋ ਗਈ ਸੀ। ਸਰਬਜੀਤ ਦੇ ਚਲੇ ਜਾਣ ਤੋਂ ਬਾਅਦ ਸ਼ਹਿਰ ਰਹਿੰਦਿਆਂ ਸੁਰਿੰਦਰ ਨੇ ਸਾਰੀ ਯੋਜਨਾ ਵਿਸਥਾਰ ਨਾਲ ਦੱਸੀ ਸੀ। ਸੁਰਜੀਤ ਕੌਰ ਦੁਚਿੱਤੀ 'ਚ ਪੈ ਗਈ ਸੀ। ਦੇਖ ਸੁਰਿੰਦਰ ਬੇਟੇ, ਇਹ ਤਾਂ ਬੜੀ ਅਜੀਬ ਗੱਲ ਹੈ ਕਿ ਆਪਾਂ ਕੁੜੀ ਵਾਲਿਆਂ ਦੇ ਪਿੰਡ ਜਾ ਕੇ ਰਹੀਏ। ਆਪਣਾ ਪਿੰਡ ਹੋਣ ਦੇ ਬਾਵਜੂਦ ਵੀ ਸੁਰਜੀਤ ਕੌਰ ਇਸ ਵਕਤ ਉਹਨੂੰ ਆਪਣਾ ਕਹਿਣ ਤੋਂ ਝਿਜਕ ਰਹੀ ਸੀ। ਬੇਬੇ, ਕੁੜੀ ਹੁਣ ਕਿਸੇ ਦੀ ਨਹੀਂ, ਤੇਰੀ ਧੀ ਹੈ। ਜਦੋਂ ਉੱਥੇ ਘਰ ਆਪਣਾ ਹੋ ਜਾਣਾ ਹੈ, ਜ਼ਮੀਨ ਆਪਣੀ, ਤਾਂ ਫਿਰ ਕੁੜੀ ਵਾਲਿਆਂ ਦੀ ਗੱਲ ਹੀ ਖਤਮ ਹੋ ਜਾਂਦੀ ਹੈ। ਸੁਰਿੰਦਰ ਨੇ ਇਹ ਗੱਲ ਮਾਂ ਨੂੰ ਕਿਸੇ ਲਾਲਚ ਵਸ ਹੋ ਕੇ ਨਹੀਂ ਸੀ ਆਖੀ, ਸਗੋਂ ਪਿਆਰ ਦੇ ਵੇਗ 'ਚ ਲਬੋ ਲਬ ਹੁੰਦਿਆਂ ਦੋਹਾਂ ਪਰਿਵਾਰਾਂ ਦੀ ਸਦੀਵੀ ਸਾਂਝ ਦਰਸਾਉਣ ਅਥਵਾ ਪੱਕੀ ਕਰਨ ਦੇ ਮੰਤਵ ਨਾਲ ਕਹੀ ਸੀ, ਕਿਉਂਕਿ ਸਰਬਜੀਤ ਹੀ ਉਹਦੀ ਦੁਨੀਆ ਸੀ। ਇਸ ਦੁਨੀਆ ਤੋਂ ਬਗੈਰ ਹੋਰ ਕੋਈ ਦੁਨੀਆ ਹੋ ਹੀ ਨਹੀਂ ਸੀ ਸਕਦੀ। ਪਹਿਲਾਂ ਹੀ ਸਰਬਜੀਤ ਨੂੰ ਬਿਨਾਂ ਦੇਖੇ 4 ਮਹੀਨੇ 4 ਸਾਲ ਵਾਂਗ ਬੀਤੇ। ਬੇਸ਼ੱਕ ਉਸ ਸਮੇਂ ਦੌਰਾਨ ਲਗਾਤਾਰ ਚਿੱਠੀ ਪੱਤਰ ਜਾਰੀ ਰਿਹਾ ਸੀ। ਇਹ ਗੱਲ ਸੁਰਿੰਦਰ ਨੇ ਕਦੇ ਵੀ ਆਪਣੀ ਸੋਚ ਦਾ ਹਿੱਸਾ ਨਹੀਂ ਸੀ ਬਣਨ ਦਿੱਤੀ ਕਿ ਪਿੰਡ ਜਾ ਕੇ ਉਹ ਸਰਬਜੀਤ ਦਾ ਗੁਲਾਮ ਹੋ ਜਾਏਗਾ। ਉਹ ਤਾਂ ਖੁਦ ਬਥੇਰਾ ਪੈਸਾ ਕਮਾ ਸਕਦਾ ਸੀ। ਸ਼ਹਿਰ ਦੇ ਇੱਕ ਕਲੱਬ ਵੱਲੋਂ ਪਿਛਲੇ ਦਿਨਾਂ 'ਚ 2 ਪ੍ਰੋਗਰਾਮ ਹੋਏ ਸਨ, ਜਿਨ੍ਹਾਂ 'ਚ ਸੁਰਿੰਦਰ ਦੀ ਆਵਾਜ਼ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਿਆ ਸੀ। ਹੋਰ ਤਾਂ ਹੋਰ ਕਾਫੀ ਸਾਰੀ ਰਕਮ ਵੀ ਸੁਰਿੰਦਰ ਦੇ ਹਵਾਲੇ ਕੀਤੀ ਗਈ ਸੀ। ਸੁਰਿੰਦਰ ਨੂੰ ਭਰੋਸਾ ਸੀ ਕਿ ਉਹ ਕਦੀ ਵੀ ਆਪਣੀ ਕਲਾ ਨੂੰ ਕਿੱਤੇ ਦੇ ਤੌਰ ਤੇ ਅਪਣਾ ਸਕਦਾ ਹੈ। ਸਰਬਜੀਤ ਦੀ ਆਖਰੀ ਚਿੱਠੀ ਨੇ ਸੁਰਿੰਦਰ ਦੇ ਦਿਲ 'ਚ ਗੁਦਗੁਦੀ ਪੈਦਾ ਕਰਕੇ ਰੱਖ ਦਿੱਤੀ ਸੀ। ਚਿੱਠੀ ਦੀਆਂ ਆਖਰੀ ਸਤਰਾਂ ਸਨ। ਸੁਰਿੰਦਰ ਪਿਆਰੇ, ਹੁਣ ਤੁਸੀਂ ਪਿੰਡ ਆ ਜਾਓ। ਤੁਹਾਡੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਗਿਆ। ਆਪਣੀ ਬੇਬੇ ਜੀ 4 ਦਿਨ ਸੁੱਖ ਦੇ ਬਿਤਾਉਣ। ਮੇਰੇ ਤੇ ਤੁਹਾਡੇ ਮਾਂ ਜੀ ਤੁਹਾਨੂੰ ਬਹੁਤ ਯਾਦ ਕਰਦੇ ਹਨ। ਬੇਬੇ ਜੀ ਨੂੰ ਤਾਂ ਉਹਨਾਂ ਨੇ ਦੇਖਿਆ ਵੀ ਨਹੀਂ। ਇੱਕ ਹੋਰ ਖੁਸ਼ਖਬਰੀ, ਅਸੀਂ ਟਰੈਕਟਰ ਖਰੀਦ ਲਿਆ। ਆਪਣੇ ਆਉਣ ਦੀ ਤਾਰੀਖ ਜ਼ਰੂਰ ਲਿਖ ਦੇਣਾ, ਅਸੀਂ ਬੱਸ ਅੱਡੇ ਤੇ ਤੁਹਾਨੂੰ ਲੈਣ ਆਵਾਂਗੇ। ਸੁਰਜੀਤ ਕੌਰ ਉਖੜੀ ਜਿਹੀ ਅਵਸਥਾ ਵਿੱਚ ਸੁਰਿੰਦਰ ਦੇ ਨਾਲ ਤੁਰ ਪਈ। ਇੱਕ ਵਾਰੀ ਤਾਂ ਉਹਨਾਂ ਨੇ ਜ਼ਰੂਰੀ ਕੱਪੜਾ ਲੀੜਾ ਵੀ ਨਾਲ ਲਿਆ ਸੀ। ਬਾਕੀ ਸਮਾਨ ਪਿਆ ਰਹਿਣ ਦਿੱਤਾ ਸੀ। ਕਮਰੇ ਨੂੰ ਤਾਲਾ ਲਾ ਦਿੱਤਾ। ਕਿਰਾਇਆ ਭੇਜਦੇ ਰਹਾਂਗੇ। ਮਕਾਨ ਮਾਲਕਾਂ ਨੂੰ ਯਕੀਨ ਦਿਵਾ ਦਿੱਤਾ ਸੀ। ਰਸਤੇ 'ਚ ਸੁਰਜੀਤ ਕੌਰ ਨੇ ਸਰਬਜੀਤ ਦੇ ਪਿੰਡ ਬਾਰੇ ਪੁੱਛਿਆ ਸੀ। ਸੁਰਿੰਦਰ ਨੇ ਦੱਸਿਆ ਸੀ ਪਿੰਡ ਕਾਫੀ ਵੱਡਾ ਹੈ। ਸੁਰਿੰਦਰ ਦੇ ਮੂੰਹੋਂ ਪਿੰਡ ਦਾ ਨਾਂ ਗੁਲਾਬਗੜ੍ਹ ਸੁਣ ਕੇ ਇੱਕ ਵਾਰੀ ਤਾਂ ਸੁਰਜੀਤ ਕੌਰ ਚਕਰਾ ਹੀ ਗਈ ਸੀ। ਪਿਛਲਾ ਸਾਰਾ ਜੀਵਨ ਫਿਲਮ ਦੀ ਤਰ੍ਹਾਂ ਅੱਖਾਂ ਦੇ ਅੱਗੇ ਲੰਘਣ ਲੱਗ ਪਿਆ। ਉਹਦਾ ਜੀ ਕੀਤਾ ਚਲਦੀ ਬੱਸ 'ਚੋਂ ਛਾਲ ਮਾਰ ਦੇਵੇ। ਮਾਂ ਦੀ ਬੇਚੈਨੀ ਸੁਰਿੰਦਰ ਨੇ ਵੀ ਭਾਂਪ ਲਈ ਸੀ। ਬੇਬੇ, ਚੱਕਰ ਆਉਂਦੇ ਆ? ਸੁਰਿੰਦਰ ਨੇ ਪੁੱਛਿਆ ਸੀ। ਹਾਂ, ਥੋੜਾ ਸਿਰ ਦਰਦ ਹੋ ਰਿਹਾ। ਸੁਰਜੀਤ ਕੌਰ ਇੰਨੀ ਘਬਰਾਈ ਹੋਈ ਸੀ ਕਿ ਇੰਨਾ ਉਹਨੇ ਮਸਾਂ ਹੀ ਕਿਹਾ ਸੀ। ਪਿੰਡ ਦੇ ਅੱਡੇ ਤੇ ਸਰਬਜੀਤ ਤੇ ਸਰਦਾਰਨੀ ਇੰਦਰਜੀਤ ਕੌਰ ਪਹਿਲਾਂ ਹੀ ਖੜੀਆਂ ਸਨ। ਸਰਬਜੀਤ ਨੂੰ ਵੇਖ ਕੇ ਸੁਰਜੀਤ ਕੌਰ ਅੰਦਰਲੀ ਸਾਰੀ ਘਬਰਾਹਟ ਦੂਰ ਹੋ ਗਈ ਸੀ।
ਸਰਦਾਰਨੀ ਦੇ ਗੰਭੀਰ ਚਿਹਰੇ ਵੱਲ ਤੱਕ ਕੇ ਸੁਰਜੀਤ ਕੌਰ ਗੱਲ ਕਰਨ ਤੋਂ ਪਿੱਛੇ ਰਹੀ। ਸਤਿ ਸ਼੍ਰੀ ਅਕਾਲ ਕਹਿਣ ਤੋਂ ਵੀ ਹਿਚਕਚਾ ਗਈ ਸੀ, ਪਰ ਉਹਦੇ ਉਲਟ ਸਰਦਾਰਨੀ ਦੇ ਪਿਆਰ ਤੇ ਸਤਿਕਾਰ ਭਰੇ ਬੋਲਾਂ ਨੇ ਉਹਦੇ ਸਾਰੇ ਸੰਸ਼ੇ ਦੂਰ ਕਰਤੇ। ਲੋੜੀਂਦੀਆਂ ਸਹੂਲਤਾਂ ਵਾਲਾ ਵਧੀਆ ਮਕਾਨ ਸਰਦਾਰਨੀ ਨੇ ਪਹਿਲਾਂ ਹੀ ਮੁਹੱਈਆ ਕਰਵਾ ਦਿੱਤਾ ਸੀ। ਸਭ ਕੁਝ ਜਿਵੇਂ ਨਵੇਂ ਸਿਰਿਓਂ ਸ਼ੁਰੂ ਹੋ ਰਿਹਾ ਸੀ। ਸਾਰਿਆਂ ਨੂੰ ਪਤਾ ਲੱਗ ਚੁੱਕਾ ਸੀ ਪਿੰਡ 'ਚ ਵਾਪਸ ਮੁੜ ਕੇ ਆਏ ਇਹ ਮਾਂ ਪੁੱਤ ਹੁਣ ਸਰਦਾਰਨੀ ਨਾਲ ਰਲ ਕੇ ਖੇਤੀ ਕਰਨਗੇ, ਨਾਲੇ ਸ਼ੇਰ ਸਿੰਘ ਦੀ ਅਕਲ ਵੀ ਟਿਕਾਣੇ ਲਿਆਉਣਗੇ। ਆਉਣ ਸਾਰ ਨਵਾਂ ਟਰੈਕਟਰ ਖਰੀਦ ਕੇ ਸਰਦਾਰਨੀ ਨੇ ਜਿਵੇਂ ਸ਼ੇਰ ਸਿੰਘ ਦੇ ਮੂੰਹ ਤੇ ਚਪੇੜ ਹੀ ਕੱਢ ਮਾਰੀ ਸੀ। ਜਿਸ ਗੱਲ ਬਾਰੇ ਸ਼ੇਰ ਸਿੰਘ ਅਜੇ ਸੋਚ ਰਿਹਾ ਸੀ ਉਹ ਦੁਸ਼ਮਣ ਨੇ ਕਰਕੇ ਵਿਖਾਤਾ ਸੀ। ਸ਼ੇਰ ਸਿੰਘ ਦੀ ਪਾਗਲਾਂ ਵਾਲੀ ਹਾਲਤ ਹੋਈ ਪਈ ਸੀ। ਉਹਨੂੰ ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਪਿੰਡ ਤੇ ਇਲਾਕੇ 'ਚ ਉਹਦੀ ਕੋਈ ਬੁੱਕਤ ਨਹੀਂ ਰਹੀ, ਕੋਈ ਪ੍ਰਭਾਵ ਨਹੀਂ। ਦੂਜੇ ਪਾਸੇ ਸੁਰਿੰਦਰ ਨੇ ਬੜੀ ਤੇਜ਼ੀ ਨਾਲ ਪਿੰਡ ਦੇ ਲੋਕਾਂ ਨਾਲ ਮੇਲ ਮਿਲਾਪ ਵਧਾ ਲਿਆ ਸੀ। ਜੋ ਵੀ ਉਹਨੂੰ ਮਿਲਦਾ ਸੁਰਿੰਦਰ ਆਪਣੇ ਸੁਲਝੇ ਹੋਏ ਅਗਾਂਹ ਵਧੂ ਵਿਚਾਰਾਂ ਨਾਲ ਉਹਨੂੰ ਕਾਇਲ ਕਰ ਦਿੰਦਾ। ਆਪਣੀ ਗੱਲਬਾਤ ਦੇ ਅੰਤ 'ਚ ਹਰ ਇੱਕ ਨੂੰ ਕਹਿੰਦਾ, ਜਾਗੋ ਭਾਈ ਲੋਕੋ, ਸਮੇਂ ਦੀ ਨਬਜ਼ ਪਛਾਣੋ, ਜ਼ਮਾਨਾ ਬਦਲ ਗਿਆ ਹੁਣ। ਸੁਰਿੰਦਰ ਦਿਨਾਂ ਵਿੱਚ ਹੀ ਪਿੰਡ ਵਾਲਿਆਂ ਦੀਆਂ ਅੱਖਾਂ ਦਾ ਤਾਰਾ ਬਣ ਗਿਆ ਸੀ। ਪਿੰਡ ਨੇ ਬਹੁਤ ਫਰਾਖ ਦਿਲੀ ਨਾਲ ਉਹਨੂੰ ਸਵੀਕਾਰ ਕਰ ਲਿਆ ਸੀ। ਸ਼ੇਰ ਸਿੰਘ ਲਈ ਇਹ ਗੱਲ ਵੀ ਹੇਠੀ ਵਾਲੀ ਸੀ। ਉਹਨੂੰ ਅਫਸੋਸ ਹੋ ਰਿਹਾ ਸੀ ਕਿ ਉਹ ਆਪਣੇ ਮੁੰਡੇ ਨੂੰ ਇਸ ਪਾਸੇ ਕਿਉਂ ਨਾ ਲਾ ਸਕਿਆ। ਪੜ੍ਹਾਈ 'ਚ ਉਹ ਕਿਸੇ ਪਾਸਿਓਂ ਵੀ ਸੁਰਿੰਦਰ ਤੋਂ ਘੱਟ ਨਹੀਂ ਸੀ, ਸਗੋਂ ਉਹ ਤਾਂ ਇਹਨਾਂ ਤੋਂ ਵੀ ਉੱਚੇ ਮੁਕਾਮ ਤੇ ਪਹੁੰਚਿਆ ਹੋਇਆ ਸੀ। ਸਰਬਜੀਤ ਵੀ ਘੱਟ ਨਹੀਂ ਸੀ ਪੜ੍ਹੀ, ਤੇ ਹੁਣ ਇਹ ਕੁੜੀ ਖੇਤੀ ਕਰੇਗੀ, ਉਹ ਵੀ ਟਰੈਕਟਰ ਨਾਲ। ਹਨੇਰ ਸਾਈਂ ਦਾ, ਪਰ ਇਸ ਕੌੜੇ ਸੱਚ ਨੂੰ ਹੁਣ ਮੰਨਣ ਤੋਂ ਉੱਕਾ ਹੀ ਇਨਕਾਰੀ ਨਹੀਂ ਸੀ ਹੋਇਆ ਜਾ ਸਕਦਾ। ਸ਼ੇਰ ਸਿੰਘ ਕੌਣ ਸੀ ਜਿਹੜਾ ਇਤਰਾਜ਼ ਕਰਦਾ? ਟਰੈਕਟਰ ਉਹਨੇ ਆਪਣੇ ਕੋਲੋਂ ਤਾਂ ਲੈ ਕੇ ਨਹੀਂ ਸੀ ਦਿੱਤਾ। ਸ਼ੇਰ ਸਿੰਘ ਆਪਣੇ ਅੰਦਰ ਕਮਜ਼ੋਰੀ ਮਹਿਸੂਸ ਕਰਨ ਲੱਗਾ ਸੀ, ਪਰ ਕਬਜ਼ੇ ਵਾਲੀ ਜ਼ਮੀਨ 'ਚ ਕਿਸੇ ਨੂੰ ਪੈਰ ਨਹੀਂ ਰੱਖਣ ਦੇਗਾ, ਇਹ ਉਹਨੇ ਪੱਕਾ ਨਿਸ਼ਚਾ ਕੀਤਾ ਸੀ। ਇੰਦਰਜੀਤ ਕੌਰ ਹੋਰਾਂ ਦੇ ਪਿੰਡ ਪਹੁੰਚਣ ਸਾਰੀ ਜੰਗੀਰ ਸਿੰਘ ਹੌਲੀ ਹੌਲੀ ਤੁਰਦਾ ਹਵੇਲੀ ਵਿੱਚ ਜਾ ਪਹੁੰਚਿਆ। ਕਿਵੇਂ ਆ ਜੰਗੀਰ ਸਿਆਂ, ਜ਼ਮੀਨ ਫਿਰ ਖੁਆ ਲਈ? ਜਗੀਰ ਸਿੰਘ ਦੇ ਸਤਿ ਸ਼੍ਰੀ ਅਕਾਲ ਕਹਿਣ ਤੋਂ ਪਹਿਲਾਂ ਹੀ ਸਰਦਾਰਨੀ ਨੇ ਇੰਨੀ ਵੱਡੀ ਗੱਲ ਕਹਿਤੀ ਸੀ। ਏਡਾ ਵੱਡਾ ਮਿਹਣਾ ਜਗੀਰ ਸਿੰਘ ਚੱਕਰਾ ਗਿਆ। ਜਗੀਰ ਸਿੰਘ ਥੱਲੇ ਜ਼ਮੀਨ ਤੇ ਬੈਠਣ ਲੱਗਾ ਸੀ। ਨਾ ਨਾ ਜਗੀਰ ਸਿਆਂ, ਮੰਜੀ ਤੇ ਬੈਠ। ਇੰਦਰਜੀਤ ਕੌਰ ਨੇ ਜੋਸ਼ 'ਚ ਆ ਕੇ ਕਿਹਾ, ਤੂੰ ਫਿਕਰ ਨਾ ਕਰ, ਅਸੀਂ ਆ ਗਏ ਹਾਂ, ਸਭ ਠੀਕ ਕਰ ਲਾਂਗੇ। ਜਗੀਰ ਸਿੰਘ ਨੂੰ ਕੁਝ ਹੌਸਲਾ ਹੋ ਗਿਆ ਸੀ, ਉਹ ਮੰਜੀ ਤੇ ਬੈਠ ਗਿਆ। ਜਗੀਰ ਸਿੰਘ ਨੇ ਸਾਰੀ ਗੱਲ ਸੰਖੇਪ 'ਚ ਦੱਸਤੀ ਸੀ ਕਿ ਕਿਵੇਂ ਸ਼ੇਰ ਸਿੰਘ ਦੇ ਕਰਿੰਦਿਆਂ ਨੇ ਉਹਨੂੰ ਧੱਕੇ ਮਾਰ ਕੇ ਉਹਦੀ ਆਪਣੀ ਜ਼ਮੀਨ 'ਚੋਂ ਉਹਨੂੰ ਬੇਦਖਲ ਕਰਤਾ ਸੀ। ਗੁਰੂ ਮਹਾਰਾਜ ਦੀ ਸਹੁੰ, ਮੈਨੂੰ ਕਿੰਨੀਆਂ ਰਾਤਾਂ ਨੀਂਦ ਹੀ ਨਹੀਂ ਆਈ। ਅਸੀਂ ਅਨਪੜ੍ਹ ਲੋਕ ਕਿੱਥੋਂ ਲੱਭਦੇ ਤੁਹਾਡਾ ਪਤਾ ਟਿਕਾਣਾ। ਸਰਦਾਰਨੀ ਚੁੱਪ ਰਹੀ ਸੀ। ਮੈਨੂੰ ਤਾਂ ਜੀ ਬਾਹਲੀ ਖੁਸ਼ੀ ਹੋਈ ਹੈ ਤੁਹਾਡੇ ਆ ਜਾਣ ਦੀ, ਕਹਿ ਕੇ ਜੰਗੀਰ ਸਿੰਘ ਨੇ ਸਰਦਾਰਨੀ ਦੇ ਮੂੰਹ ਵੱਲ ਤੱਕਿਆ ਸੀ। ਜਗੀਰ ਸਿੰਘ, ਅੱਜ ਸੋਮਵਾਰ ਹੈ ਤੇ ਤੂੰ ਐਤਵਾਰ ਸਵੇਰੇ ਆਪਣੇ ਖੇਤ 'ਚ ਆ ਜੀ। ਇੰਦਰਜੀਤ ਕੌਰ ਕਹਿੰਦੀ ਤੁਰੀ ਗਈ, ਅਸੀਂ ਟਰੈਕਟਰ ਨਾਲ ਸਾਰੀ ਜ਼ਮੀਨ ਵਾਹ ਦੇਣੀ ਹੈ। ਜ਼ਮੀਨ ਤੂੰ ਸਾਡੇ ਕੋਲ ਰੱਖੀ ਸੀ ਗਹਿਣੀ, ਸਾਰੇ ਕਾਗਜ਼ ਪੱਤਰ ਸਾਡੇ ਕੋਲ ਹੈ। ਸ਼ੇਰ ਸਿਉਂ ਹੁੰਦਾ ਕੌਣ ਹੈ ਜ਼ਮੀਨ ਤੇ ਕਬਜ਼ਾ ਕਰਨ ਵਾਲਾ? ਸਰਦਾਰਨੀ ਕੁਝ ਗੰਭੀਰ ਹੋ ਗਈ ਸੀ। ਬੇਸ਼ੱਕ ਇਸੇ ਨੇ ਮੇਰਾ ਸਰਦਾਰ ਮੈਥੋਂ ਖੋਹ ਲਿਆ ਸੀ, ਪਰ ਮੈਂ ਹੁਣ ਬਦਲਾ ਲੈ ਕੇ ਸ਼ੇਰ ਸਿੰਘ ਨੂੰ ਸਬਕ ਸਿਖਾ ਕੇ ਹੀ ਰਹਾਂਗੀ। ਠੀਕ ਹੈ ਜੀ, ਕਹਿ ਕੇ ਤੇ ਸਿਰ ਝੁਕਾ ਕੇ ਜੰਗੀਰ ਸਿੰਘ ਚਲਾ ਗਿਆ। ਉਹ ਬਹੁਤ ਖੁਸ਼ ਸੀ। ਸ਼ੇਰ ਸਿਆਂ, ਆ ਗਏ ਤੇਰੇ ਮਾੜੇ ਦਿਨ, ਉਹ ਦਿਲ ਹੀ ਦਿਲ 'ਚ ਸੋਚਦਾ ਤੁਰਿਆ ਜਾ ਰਿਹਾ ਸੀ। ਅੰਗ 31ਵਾਂ। ਸਰਦਾਰਨੀ ਤੇ ਸਰਬਜੀਤ ਸੁਰਜੀਤ ਕੌਰ ਦੇ ਘਰ ਬੈਠੀਆਂ ਸਨ। ਉਹ ਸੁਰਿੰਦਰ ਨਾਲ ਐਤਵਾਰ ਦਾ ਪ੍ਰੋਗਰਾਮ ਬਣਾਉਣ ਗਈਆਂ ਸਨ। ਸ਼ੇਰ ਸਿੰਘ ਵੱਲੋਂ ਇੱਕ ਵਾਰੀ ਫੇਰ ਕੋਈ ਜਾਨਲੇਵਾ ਹਮਲਾ ਜਾਂ ਖਤਰਾ ਤਾਂ ਨਹੀਂ ਸੀ ਹੋ ਸਕਦਾ। ਇਹ ਖਦਸ਼ਾ ਵੀ ਪ੍ਰਸ਼ਨ ਚਿੰਨ੍ਹ ਬਣਿਆ ਸੀ। ਸ਼ੇਰ ਸਿੰਘ ਦਾ ਯੁੱਗ ਬੀਤ ਗਿਆ ਮਾਤਾ ਜੀ, ਹੁਣ ਜ਼ਮਾਨਾ ਬਦਲ ਗਿਆ। ਸੁਰਿੰਦਰ ਜਿਸ ਮੰਜੀ ਤੇ ਬੈਠਾ ਸੀ, ਖਿੱਚ ਕੇ ਉਹਨੇ ਸਰਦਾਰਨੀ ਦੀ ਕੁਰਸੀ ਦੇ ਨੇੜੇ ਕਰ ਲਈ ਸੀ। ਐਤਵਾਰ ਹੀ ਕਿਉਂ, ਆਪਾਂ ਕੱਲ੍ਹ ਹੀ ਜ਼ਮੀਨ ਵਾਹ ਦਿੰਦੇ ਹਾਂ। ਉਹ ਤਾਂ ਠੀਕ ਹੈ ਪੁੱਤਰ, ਪਰ ਮੈਂ ਜਗੀਰ ਸਿੰਘ ਨੂੰ ਐਤਵਾਰ ਦਾ ਕਹਿ ਦਿੱਤਾ, ਅਸਲੀ ਮਾਲਕ ਵੀ ਨਾਲ ਚਾਹੀਦਾ ਨਾ, ਸਰਦਾਰਨੀ ਨੇ ਸਪਸ਼ਟ ਕਰਦਿਆਂ ਕਿਹਾ ਸੀ। ਚਲੋ ਠੀਕ ਹੈ, ਐਤਵਾਰ ਕਿਹੜਾ ਦੂਰ ਹੈ ਕਿਤੇ। ਉਧਰ ਸਰਬਜੀਤ ਤੇ ਸੁਰਜੀਤ ਕੌਰ ਆਪਸ 'ਚ ਗੱਲਾਂ 'ਚ ਜੁਟੀਆਂ ਹੋਈਆਂ ਸੀ। ਤੁਸੀਂ ਨੂੰਹ ਸੱਸ ਕੀ ਕਰੀ ਜਾਂਦੀ ਹੋ? ਕੁਆਰੇ ਰਿਸ਼ਤੇ 'ਚ ਇੰਨਾ ਨਹੀਂ ਖੁੱਲੀਦਾ ਹੁੰਦਾ। ਸਰਦਾਰਨੀ ਨੇ ਮਖੌਲ ਕਰਤਾ ਸੀ। ਕੀ ਸਮਝਾਈ ਜਾਂਦੀ ਆ ਸੁਰਜੀਤ ਕੌਰੇ ਸਾਡੀ ਧੀ ਨੂੰ? ਹੁਣੇ ਕੁਛ ਨਹੀਂ, ਬਸ ਐਵੇਂ ਹੱਸੀ ਜਾਂਦੀ ਆ। ਸਰਬਜੀਤ ਕਾਲਜ ਦੀਆਂ ਗੱਲਾਂ ਦੱਸੀ ਜਾਂਦੀ ਹੈ। ਸੁਰਜੀਤ ਕੌਰ ਨੇ ਸਿਰ ਦਾ ਪੱਲਾ ਠੀਕ ਕਰਦਿਆਂ ਕਿਹਾ। ਉਸ 'ਚ ਹੁਣ ਕਾਫੀ ਸਵੈ ਭਰੋਸਾ ਆ ਚੁੱਕਾ ਸੀ। ਉਹ ਵੀ ਤਾਂ ਹੁਣ ਇੰਦਰਜੀਤ ਕੌਰ ਦੇ ਬਰਾਬਰ ਦੀ ਸਰਦਾਰਨੀ ਸੀ। ਕਾਲਜ ਦੀਆਂ ਕਿ ਮੇਰੇ ਪੁੱਤਰ ਸੁਰਿੰਦਰ ਦੀਆਂ? ਭਰਵੱਟਿਆਂ ਨਾਲ ਇਸ਼ਾਰਾ ਕਰਕੇ ਤੇ ਹੇਠਲੇ ਬੁੱਲ ਨੂੰ ਦੰਦਾਂ ਨਾਲ
ਦੰਦਾਂ ਹੇਠ ਦਬਾ ਕੇ ਸਰਦਾਰਨੀ ਨੇ ਹੱਸਦਿਆਂ ਸੁਰਿੰਦਰ ਵੱਲ ਮੂੰਹ ਕਰਕੇ ਕਿਹਾ ਸੀ। ਦੂਜੇ ਵੀ ਸਾਰੀ ਉੱਚੀ ਉੱਚੀ ਹੱਸਣ ਲੱਗੇ ਸਨ। ਮਾਂ ਨੂੰ ਵੀ ਮੁਖਾਲ ਸੁੱਝਦੀ ਆ ਪਿੰਡ ਆ ਕੇ। ਸਰਬਜੀਤ ਨੇ ਵੀ ਸੁਰਿੰਦਰ ਵੱਲ ਵੇਖ ਕੇ ਕਿਹਾ ਸੀ, ਗੱਲਾਂ ਅਸੀਂ ਕਰਦੇ ਹਾਂ ਕਿ ਤੁਸੀਂ? ਹਾਸਿਆਂ ਦੀ ਗੂੰਜ ਨੇ ਮਾਹੌਲ ਬਹੁਤ ਹੀ ਸੁਖਾਵਾਂ ਬਣਾ ਦਿੱਤਾ ਸੀ। ਅਚਾਨਕ ਸੁਰਜੀਤ ਕੌਰ ਦੀ ਨਜ਼ਰ ਦਰਵਾਜ਼ੇ ਵੱਲ ਗਈ। ਇੱਕ ਅਣਪਛਾਤਾ ਜਿਹਾ ਬਜ਼ੁਰਗ ਖੜਾ ਸੀ, ਸ਼ਾਇਦ ਕੋਈ ਮੰਗਤਾ ਹੀ ਹੋਵੇ। ਬਜ਼ੁਰਗ ਨੇ ਮੂੰਹੋਂ ਕੁਝ ਨਹੀਂ ਸੀ ਬੋਲਿਆ। ਕੁਝ ਪਲ ਉਹਨੇ ਗੇਟ ਦਾ ਕੁੰਡਾ ਖੜਕਾਇਆ। ਸੁਰਜੀਤ ਕੌਰ ਉੱਠ ਕੇ ਬਾਹਰ ਵੱਲ ਚਲੀ ਗਈ। ਮੈਂ ਸਰਦਾਰਨੀ ਇੰਦਰਜੀਤ ਕੌਰ ਨੂੰ ਮਿਲਣਾ ਸੀ, ਅਣਪਛਾਤੇ ਆਦਮੀ ਨੇ ਕਿਹਾ। ਸਰਦਾਰਨੀ ਨਾਲ ਇਹਨੂੰ ਕੀ ਕੰਮ ਹੋ ਸਕਦਾ ਸੀ? ਸੁਰਜੀਤ ਕੌਰ ਡੂੰਘੀ ਸੋਚ 'ਚ ਪੈ ਗਈ। ਫਿਰ ਇਹਨੂੰ ਪਤਾ ਹੀ ਕਿਵੇਂ ਲੱਗਾ ਕਿ ਸਰਦਾਰਨੀ ਜੀ ਇੱਥੇ ਹਨ? ਕਿਤੇ ਸ਼ੇਰ ਸਿੰਘ ਦਾ ਆਦਮੀ ਨਾ ਹੋਵੇ। ਕੀ ਕੰਮ ਹੈ ਬਾਬਾ ਜੀ ਤੁਹਾਨੂੰ ਸਰਦਾਰਨੀ ਜੀ ਨਾਲ? ਗੱਲ ਕਰਨੀ ਸੀ ਕੋਈ, ਫਿਰ ਪਤਾ ਵੀ ਲੱਗੇ। ਤੈਨੂੰ ਕਹਿਤਾ ਨਾ ਬੀਬੀ, ਜ਼ਰੂਰੀ ਗੱਲ ਕਰਨੀ ਹੈ। ਦਾਲ 'ਚ ਕੁਝ ਕਾਲਾ ਜਾਪਦਾ ਸੀ। ਸੁਰਜੀਤ ਕੌਰ ਦੀ ਛਾਤੀ ਧੱਕ ਧੱਕ ਕਰਨ ਲੱਗ ਪਈ। ਕੌਣ ਹੈ ਸੁਰਜੀਤ ਕੌਰੇ? ਸੁਰਜੀਤ ਕੌਰ ਨੂੰ ਸਰਦਾਰਨੀ ਨੇ ਆਵਾਜ਼ ਮਾਰ ਕੇ ਪੁੱਛਿਆ। ਸੁਰਜੀਤ ਕੌਰ ਨੇ ਨੇੜੇ ਹੋ ਕੇ ਦੱਸਿਆ, ਕੋਈ ਬਜ਼ੁਰਗ ਹੈ, ਤੁਹਾਨੂੰ ਮਿਲਣਾ ਚਾਹੁੰਦਾ। ਆਉਣ ਦਿਓ ਅੰਦਰ। ਸੁਰਿੰਦਰ ਤੇ ਸਰਬਜੀਤ ਆਪਸ ਵਿੱਚ ਗੱਲੀ ਲੱਗੇ ਸਨ। ਸਤਿ ਸ੍ਰੀ ਅਕਾਲ ਜੀ। ਹੌਲੀ ਹੌਲੀ ਤੁਰਦਿਆਂ ਉਸ ਬਜ਼ੁਰਗ ਨੇ ਸਰਦਾਰਨੀ ਦੇ ਕੋਲ ਆ ਕੇ ਕਿਹਾ, ਤੁਸੀਂ ਤਾਂ ਜੀ ਸ਼ਾਇਦ ਮੈਨੂੰ ਪਛਾਣਿਆ ਨਹੀਂ ਹੋਣਾ। ਨਾ ਬਾਬਾ ਜੀ, ਆਈ ਨਹੀਂ ਪਛਾਣ। ਸਰਦਾਰਨੀ ਨੇ ਮੱਥਾ ਸਕੋੜਦਿਆਂ ਕਿਹਾ ਤੇ ਉਹਨੇ ਸੁਰਜੀਤ ਕੌਰ ਵੱਲ ਵੀ ਤੱਕਿਆ, ਜਿਹਦੇ ਚਿਹਰੇ ਤੇ ਘਬਰਾਹਟ ਦੇ ਚਿੰਨ੍ਹ ਸਪਸ਼ਟ ਦਿਖਾਈ ਦੇ ਰਹੇ ਸੀ। ਸੁਰਿੰਦਰ ਤੇ ਸਰਬਜੀਤ ਨੇ ਵੀ ਆਪਣਾ ਧਿਆਨ ਇੱਧਰ ਕਰ ਲਿਆ। ਜੀ ਮੈਂ ਜੀਤੂ ਹਾਂ। ਜੀਤੂ? ਸਰਦਾਰਨੀ ਨੇ ਚੀਖ ਕੇ ਕਿਹਾ। ਉਹ ਕੁਰਸੀ ਤੋਂ ਉੱਠ ਖੜੀ ਸੀ। ਸੁਰਜੀਤ ਕੌਰ ਵੀ ਸੁੰਨ ਹੋ ਗਈ ਸੀ। ਸੁਰਿੰਦਰ ਤੇ ਸਰਬਜੀਤ ਨੂੰ ਇਸ ਨਾਟਕ ਦੀ ਕੁਝ ਵੀ ਸਮਝ ਨਹੀਂ ਸੀ ਆਈ। ਸਰਦਾਰਨੀ ਨੂੰ ਡਰ ਕੇ ਉੱਠਦਿਆਂ ਦੇਖ ਕੇ ਸੁਰਿੰਦਰ ਛਾਲ ਮਾਰ ਕੇ ਉਸ ਬਜ਼ੁਰਗ ਦੇ ਅੱਗੇ ਜਾ ਖੜਾ ਹੋਇਆ। ਕਾਕਾ ਜੀ ਤੂੰ ਪਾਸੇ ਹਟ ਜਾ। ਮੈਂ ਸਰਦਾਰ ਜੀ ਨੂੰ ਕਹਿੰਦਾ ਕੁਛ ਨਹੀਂ, ਸਗੋਂ ਇੱਕ ਗੱਲ ਹੀ ਦੱਸਣੀ ਹੈ। ਜਲਦੀ ਦੱਸ ਕੀ ਕਹਿਣਾ ਚਾਹੁੰਦਾ, ਬੁਝਾਰਤਾਂ ਕਿਉਂ ਪਾਈ ਜਾਂਦਾ? ਸੁਰਜੀਤ ਕੌਰ ਕੁਝ ਹੌਸਲਾ ਕਰਕੇ ਬੋਲ ਪਈ। ਸਰਦਾਰ ਗੁਰਦਿਆਲ ਸਿੰਘ ਦਾ ਕਤਲ ਮੈਂ ਨਹੀਂ ਸੀ ਕੀਤਾ। ਉਹ ਤਾਂ ਮੈਨੂੰ ਵੀ ਪਤਾ ਹੈ, ਤੂੰ ਬੇਗੁਨਾਹ ਫਸ ਗਿਆ ਸੀ। ਇਹ ਕਿਹੜੀ ਵੱਡੀ ਗੱਲ ਸੀ ਜਿਹੜੀ ਮੈਨੂੰ ਦੱਸਣ ਆਇਆ? ਉਹ ਤਾਂ ਸ਼ੇਰ ਸਿੰਘ ਕਮੀਨੇ ਨੇ ਕਿਸੇ ਬਦਮਾਸ਼ ਤੋਂ ਕਰਵਾਇਆ ਸੀ। ਸਰਦਾਰਨੀ ਇੱਕੋ ਸਾਹ ਕਹਿ ਗਈ। ਉਸੇ ਬਦਮਾਸ਼ ਬਾਰੇ ਹੀ ਦੱਸਦਾ ਮੈਂ। ਕਿੱਥੇ ਹੈ ਉਹ ਬਦਮਾਸ਼? ਮੈਂ ਉਹਦਾ ਖੂਨ ਨਾ ਪੀ ਜਾਵਾਂ? ਸਰਬਜੀਤ ਪੂਰੇ ਗੁੱਸੇ 'ਚ ਆ ਗਈ ਸੀ। ਆਹ ਸਾਹਮਣੇ ਖੜਾ ਹੈ ਉਸ ਬਦਮਾਸ਼ ਦਾ ਪੁੱਤਰ ਤੇ ਇੱਧਰ ਖੜੀ ਹੈ ਉਸ ਬਦਮਾਸ਼ ਦੇ ਘਰ ਵਾਲੀ ਸੁਰਜੀਤ ਕੌਰ। ਸਰਦਾਰ ਗੁਰਦਿਆਲ ਸਿੰਘ ਦਾ ਕਤਲ ਜੱਗੇ ਨੇ ਕੀਤਾ ਸੀ। ਜੱਗੇ ਨੂੰ ਬਚਾ ਲਿਆ ਸੀ ਪੁਲਿਸ ਨੇ ਤੇ ਮੈਨੂੰ ਫੜ ਕੇ ਲੈ ਗਈ ਸੀ। ਉਸੇ ਦਿਨ ਹੀ ਮੇਰੇ ਦਿਲ 'ਚ ਅੱਗ ਲੱਗੀ ਹੋਈ ਸੀ। ਮੈਂ ਇੱਕ ਦਿਨ ਜ਼ਰੂਰ ਹੀ ਸਰਦਾਰਨੀ ਨੂੰ ਸੱਚਾਈ ਦੱਸਾਂਗਾ। ਜੀਤੂ ਦੇ ਸਾਹਮਣੇ ਖੜੇ 4 ਜਿਸਮਾਂ ਨੂੰ ਪੱਥਰ ਬਣ ਕੇ ਰਹਿ ਗਏ। ਠੰਡੇ ਬਰਫ਼ ਦੇ ਬੁੱਤ ਜ਼ਬਾਨਾਂ ਨੂੰ ਤਾਲੇ ਲੱਗ ਚੁੱਕੇ ਸਨ। ਜੀਤੂ ਨੂੰ ਪਤਾ ਸੀ ਜਾਂ ਨਹੀਂ, ਪਰ ਬੇਵਕੂਫ ਨੇ ਅਜਿਹਾ ਕਰਕੇ ਕਿੰਨਾ ਪਾਪ ਕਰ ਦਿੱਤਾ ਸੀ, ਅਨਿਆਂ ਕਰਕੇ ਰੱਖ ਦਿੱਤਾ ਸੀ। ਇਹਨੂੰ ਕੀ ਖਬਰ ਸੀ ਕਿ ਇਹਨਾਂ ਵਿਚਕਾਰ ਰਿਸ਼ਤੇ ਦੀਆਂ ਗੰਢਾਂ ਕਿੰਨੀਆਂ ਪੀਡੀਆਂ ਪੈ ਚੁੱਕੀਆਂ ਸਨ। ਇਸ ਪਿੱਛੇ ਜੀਤੂ ਦਾ ਕੀ ਉਦੇਸ਼ ਸੀ, ਕਿਸੇ ਦੀ ਸਮਝ 'ਚ ਨਹੀਂ ਸੀ ਆ ਰਿਹਾ। ਸਮਝ ਵਾਲੀ ਅਵਸਥਾ ਵਿੱਚ ਵੀ ਤਾਂ ਇਸ ਵਕਤ ਕੋਈ ਨਹੀਂ ਸੀ। ਅਜੇ ਇੰਦਰਜੀਤ ਕੌਰ ਕੁਝ ਕਹਿਣ ਲਈ ਤਿਆਰ ਹੀ ਹੋਈ ਸੀ ਕਿ ਜੀਤੂ ਨੇ ਜੇਬ 'ਚ ਹੱਥ ਪਾਇਆ ਤੇ ਬਾਹਰ ਕੱਢ ਕੇ ਉਂਗਲ ਤੇ ਲਟਕਾ ਲਿਆ। ਆ ਕੀ ਹੈ? ਤਵੀਤ ਹੈ, ਹੋਰ ਕੀ ਹੈ? ਸੁਰਿੰਦਰ ਬੋਲ ਪਿਆ ਸੀ। ਇਹ ਤੋਂ ਪਹਿਲਾਂ ਉਹ ਸਭ ਬਕਵਾਸ ਕਹਿ ਕੇ ਉਸ ਬੁੱਢੇ ਦੀ ਗਰਦਨ ਮਰੋੜ ਕੇ ਰੱਖ ਦੇਣ ਦੀ ਸੋਚ ਰਿਹਾ ਸੀ, ਪਰ ਆਪਣੀ ਮਾਂ ਦੇ ਚਿਹਰੇ ਵੱਲ ਵੇਖ ਕੇ ਜਿਵੇਂ ਉਹਦਾ ਆਪਣਾ ਹੀ ਸਾਹ ਸੁੱਕ ਗਿਆ ਸੀ। ਸੁਰਜੀਤ ਕੌਰ ਦੇ ਚਿਹਰੇ ਤੇ ਕਬਰਿਸਤਾਨ ਵਰਗੀ ਉਦਾਸੀ ਛਾ ਗਈ ਸੀ। ਕਾਕਾ ਮੈਂ ਤੈਨੂੰ ਨਹੀਂ ਪੁੱਛਦਾ, ਸੁਰਜੀਤ ਕੌਰ ਨੂੰ ਪੁੱਛਦਾ। ਆਹ ਤਵੀਤ ਹੀ ਜੱਗੇ ਦਾ ਹੈ ਨਾ? ਸੁਰਜੀਤ ਕੌਰ ਕੁਛ ਨਹੀਂ ਸੀ ਬੋਲੀ। ਉਹਦੇ ਦਿਮਾਗ 'ਚੋਂ ਗਰੁੱਪ ਫੋਟੋ ਘੁੰਮਣ ਲੱਗ ਪਈ ਸੀ, ਜਿਹੜੀ ਸ਼ਹਿਰ ਵਾਲੇ ਘਰ ਕੰਧ ਨਾਲ ਚਿਪਕੀ ਰਹਿ ਗਈ ਸੀ। ਕੜਿੱਕੀ 'ਚ ਫਸ ਜਾਣ ਵਾਲੀ ਅਵਸਥਾ ਸੀ। ਬੋਲ ਬੇਬੇ, ਸਾਰਿਆਂ ਨੂੰ ਦੱਸ ਦੇ ਕਿ ਬੁੱਢਾ ਝੂਠ ਬੋਲਦਾ, ਸੁਰਿੰਦਰ ਨੇ ਚੀਖ ਕੇ ਕਿਹਾ ਸੀ। ਸੁਰਜੀਤ ਕੌਰ ਬੋਲੀ ਪਈ, ਮੈਨੂੰ ਤੇ ਇਹਦੀਆਂ ਗੱਲਾਂ ਦੀ ਕੋਈ ਸਮਝ ਨਹੀਂ ਆਉਂਦੀ। ਸਮਝ ਵੀ ਆ ਜੂਗੀ। ਕਹਿੰਦਿਆਂ ਜੀਤੂ ਨੇ ਤਵੀਜ਼ ਖੋਲ ਕੇ ਇੱਕ ਬਹੁਤ ਹੀ ਬਰੀਕ ਫੋਟੋ ਸਭਨਾਂ ਦੇ ਸਾਹਮਣੇ ਕਰ ਦਿੱਤੀ ਸੀ। ਇਹਦੀ ਤਾਂ ਆ ਗਈ ਨਾ ਸਮਝ? ਇਹ ਫੋਟੋ ਜੱਗੇ ਤੇ ਇਹਦੀ ਸੁਰਜੀਤ ਕੌਰ ਦੀ ਹੈ। ਆਹ ਤਵੀਤ ਮੈਨੂੰ ਸਰਦਾਰ ਦੀ ਲਾਸ਼ ਕੋਲੋਂ ਲੱਭਾ ਸੀ। ਸਰਦਾਰ ਨੂੰ ਛੁਰਾ ਮਾਰਨ ਲੱਗਿਆ ਜੱਗੇ ਦੇ ਗਲੋਂ ਟੁੱਟ ਕੇ ਡਿੱਗ ਪਿਆ ਸੀ। ਹੋਰ ਇਹ ਤੋਂ ਵੱਡਾ ਸਬੂਤ ਕਿਹੜਾ ਹੋਊ? ਓਏ ਮੈਂ ਤਾਂ ਕਚਹਿਰੀਆਂ ਥਾਣਿਆਂ 'ਚ ਵੀ ਬਥੇਰੀ ਦੁਹਾਈ ਪਾਈ ਸੀ, ਮੈਂ ਬੇਗੁਨਾਹ, ਪਰ ਮੇਰੀ ਨਾ ਸੁਣੀ ਕਿਸੇ ਨੇ। ਜੀਤੂ ਫੁੱਟ ਕੇ ਰੋਣ ਲੱਗ ਪਿਆ ਸੀ। ਰੋਂਦੇ ਹੋਏ ਨਹੀਂ, ਉਹਨੇ ਸਾਰਿਆਂ ਨੂੰ ਸੰਬੋਧਨ ਕਰਕੇ ਕਿਹਾ, ਮੇਰਾ ਕੰਮ ਹੁਣ ਮੁੱਕ ਗਿਆ, ਮੈਂ ਜਾਣਾ।
ਦੇਖਦੇ ਦੇਖਦੇ ਜੀਤੂ ਦਰਵਾਜ਼ੇ ਤੋਂ ਬਾਹਰ ਹੋ ਗਿਆ। ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੁਰਜੀਤ ਕੌਰੇ, ਸਰਦਾਰਨੀ ਨੇ ਆਪਣਾ ਮੂੰਹ ਦੂਜੇ ਪਾਸੇ ਫੇਰਦਿਆਂ ਗੁੱਸੇ ਨਾਲ ਕਿਹਾ ਸੀ। ਬੇਬੇ ਤੂੰ ਬਹੁਤ ਵੱਡਾ ਪਾਪ ਕੀਤਾ ਹੈ, ਜਿਹੜਾ ਪਹਿਲਾਂ ਕੁਝ ਨਹੀਂ ਦੱਸਿਆ। ਸੁਰਿੰਦਰ ਨੇ ਵੀ ਬਹੁਤ ਦੁਖੀ ਆਵਾਜ਼ 'ਚ ਕਿਹਾ ਸੀ। ਦੱਸਦੀ ਕਿਵੇਂ? ਇੰਨੀ ਜ਼ਮੀਨ ਜਾਇਦਾਦ ਵੀ ਤਾਂ ਹੱਥੋਂ ਚਲੀ ਜਾਣੀ ਸੀ। ਸਰਦਾਰਨੀ ਤੈਸ਼ ਚਾ ਕੇ ਬੋਲੀ। ਸੁਰਜੀਤ ਕੌਰ ਨੂੰ ਕਿਸੇ ਨੇ ਕੁਝ ਵੀ ਬੋਲਣ ਨਹੀਂ ਸੀ ਦਿੱਤਾ। ਉਹ ਸ਼ਾਇਦ ਕੁਝ ਬੋਲਣਾ ਵੀ ਨਹੀਂ ਸੀ ਚਾਹੁੰਦੀ ਜਾਂ ਫਿਰ ਬੋਲਣ ਜੋਗੀ ਨਹੀਂ ਸੀ ਰਹੀ। ਕਤਲ ਤੋਂ ਬਾਅਦ ਜੱਗੇ ਨੇ ਸ਼ੇਰ ਸਿੰਘ ਦੇ ਘਰ ਆਉਣਾ ਜਾਣਾ ਬੰਦ ਕਰਤਾ ਸੀ। ਹਮੇਸ਼ਾ ਸ਼ਰਾਬ 'ਚ ਡੁੱਬਾ ਰਹਿੰਦਾ, ਰਾਤ ਨੂੰ ਬਰੜਾਉਣ ਲੱਗਦਾ ਤੇ ਫਿਰ ਉੱਠ ਕੇ ਬੈਠ ਜਾਂਦਾ। ਉਹਨਾਂ ਦਿਨਾਂ 'ਚ ਉਹ ਠੰਡੇ ਹੌਕੇ ਵੀ ਭਰਦਾ ਰਹਿੰਦਾ, ਬੈਠਾ ਬੈਠਾ ਰੋਣ ਲੱਗ ਪੈਂਦਾ। ਸਪਸ਼ਟ ਸੀ ਇਹ ਇੱਕ ਇਨਸਾਨ ਦੇ ਕਤਲ ਦਾ ਪਛਤਾਵਾ ਹੀ ਸੀ, ਜਿਹਨੇ ਦਿਨਾਂ 'ਚ ਹੀ ਜੱਗੇ ਦੀ ਕੁੰਦਨ ਵਰਗੀ ਦੇਹੀ ਗਾਲ ਕੇ ਰੱਖ ਦਿੱਤੀ। ਚਲਤੀ ਏ ਚੱਲ ਕਰ, ਇਹਨਾਂ ਲੋਕਾਂ ਤੋਂ ਇਹੀ ਆਸ ਹੀ ਰੱਖੀ ਜਾ ਸਕਦੀ ਸੀ। ਇੰਦਰਜੀਤ ਕੌਰ ਨੇ ਸਰਬਜੀਤ ਨੂੰ ਖਿੱਚ ਕੇ ਲਿਜਾਂਦਿਆਂ ਕਿਹਾ ਸੀ, ਮਾਫ਼ ਕਰ ਦੇਈਂ ਸਰਬਜੀਤ, ਮੈਨੂੰ ਮਾਫ਼। ਪਰ ਸਰਬਜੀਤ ਨੇ ਕੋਈ ਜਵਾਬ ਨਹੀਂ ਸੀ ਦਿੱਤਾ। ਇਸ ਤੋਂ ਪਹਿਲਾਂ ਕਿ ਸੁਰਿੰਦਰ ਕੁਝ ਹੋਰ ਕਹਿੰਦਾ, ਸਰਦਾਰਨੀ ਦਾ ਚਿਹਰਾ ਵੇਖ ਕੇ ਉਹਦੀ ਜ਼ਬਾਨ ਹੀ ਤਾਲੂ ਨਾਲ ਜਾ ਲੱਗੀ। ਆਪਣੇ ਥਾਵੇਂ ਖੜਾ ਸੁਰਿੰਦਰ ਤੇਜ਼ ਕਦਮੀ ਤੁਰੀਆਂ ਜਾ ਰਹੀਆਂ ਮਾਵਾਂ ਧੀਆਂ ਨੂੰ ਦੇਖਦਾ ਹੀ ਰਹਿ ਗਿਆ। ਅੰਗ 32। ਪ੍ਰੋਫੈਸਰ ਗੁਰਜੀਤ ਇੱਕ ਹਫ਼ਤੇ ਦੀ ਛੁੱਟੀ ਲੈ ਕੇ ਪਿੰਡ ਆਇਆ ਹੋਇਆ ਸੀ। ਉਹਦੀ ਮੰਗਣੀ ਦੀ ਰਸਮ ਹੋਣੀ ਸੀ। ਐਤਵਾਰ ਕੁੜੀ ਵਾਲਿਆਂ ਨੇ ਆਉਣਾ ਸੀ। ਕੁੜੀ ਪੜ੍ਹੀ ਲਿਖੀ ਸੀ ਪਰ ਨੌਕਰੀ ਨਹੀਂ ਸੀ ਕਰਦੀ। ਕਾਫੀ ਖਾਂਦਾ ਪੀਂਦਾ ਘਰ ਸੀ। ਮੰਗਣੇ ਵਾਲੀ ਰਾਤ ਸ਼ੇਰ ਸਿੰਘ ਦੇ ਘਰ ਖੂਬ ਰੌਣਕ ਸੀ। ਸਰਦਾਰ ਦੇ ਸਾਰੇ ਪੁਰਾਣੇ ਨਵੇਂ ਯਾਰ ਬੇਲੀ ਪਧਾਰੇ ਸੀ। ਨੌਜਵਾਨ ਸਭਾ ਦੇ ਕੁਝ ਪੜ੍ਹੇ ਲਿਖੇ ਮੁੰਡੇ ਗੁਰਜੀਤ ਦੇ ਦੋਸਤ ਬਣ ਗਏ ਸੀ। ਮਨਜੀਤ ਤਾਂ ਉਹਨੂੰ ਇੱਕ ਦੋ ਵਾਰੀ ਮਿਲਣ ਕਾਲਜ ਵੀ ਚਲਾ ਗਿਆ ਸੀ। ਸੋ ਗੁਰਜੀਤ ਨੇ ਵੀ ਅੱਜ ਮਨਜੀਤ ਦੇ ਨਾਲ ਇੱਕ ਦੋ ਹੋਰ ਮੁੰਡੇ ਘਰੇ ਬੁਲਾਏ ਸੀ। ਬੇਸ਼ੱਕ ਪਿੰਡ ਦੇ ਸੁਧਾਰ ਲਈ ਇਹ ਸਭਾ ਬਣੀ ਸੀ, ਜਿਹਦਾ ਕੰਮ ਸੀ ਸਫਾਈ ਕਰਾਉਣੀ, ਵਹਿਮ ਭਰਮ ਦੂਰ ਕਰਨੇ, ਹੋਰ ਨਸ਼ੇ ਪਾਣੀ ਦੇ ਨੁਕਸਾਨਾਂ ਤੋਂ ਲੋਕਾਂ ਨੂੰ ਚੇਤੰਨ ਕਰਨਾ। ਇਸ ਤਰ੍ਹਾਂ ਦੀ ਸਮਾਜਿਕ ਚੇਤਨਤਾ ਪੈਦਾ ਕਰਨੀ ਸਭ ਦਾ ਮੁੱਖ ਕੰਮ ਸੀ। ਖੁਸ਼ੀ ਦਾ ਮੌਕਾ ਸੀ। ਦੇਰ ਰਾਤ ਤੱਕ ਮੁੰਡੇ ਨੱਚਦੇ ਗਾਉਂਦੇ ਰਹੇ ਸਨ। ਮਨਜੀਤ ਦੇ ਨਾਲ ਦੇ ਦੋਵੇਂ ਮੁੰਡੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਨ। ਮਨਜੀਤ ਗੁਰਜੀਤ ਕੋਲ ਹੀ ਰਿਹਾ ਸੀ। ਪਿਛਲੇ 2-3 ਮਹੀਨਿਆਂ ਦੌਰਾਨ ਪਿੰਡ 'ਚ ਜੋ ਕੁਝ ਵਾਪਰਿਆ ਸੀ ਉਹ ਪੂਰੇ ਵਿਸਥਾਰ ਨਾਲ ਮਨਜੀਤ ਨੇ ਗੁਰਜੀਤ ਨੂੰ ਦੱਸ ਦਿੱਤਾ। ਮਨਜੀਤ ਨੂੰ ਇਕੱਲੀ ਗੱਲ ਦਾ ਪਤਾ ਸੀ। ਸੁਰਿੰਦਰ, ਸਰਦਾਰਨੀ ਇੰਦਰਜੀਤ ਕੌਰ ਤੇ ਸਰਬਜੀਤ ਆਦਿ ਦੇ ਨਾਮ ਦੱਸ ਕੇ ਉਹਨੇ ਗੱਲਾਂ ਕੀਤੀਆਂ। ਪ੍ਰੋਫੈਸਰ ਗੁਰਜੀਤ ਲਈ ਇਹ ਸਾਰਾ ਕੁਝ ਅਸਲੋਂ ਵੀ ਨਵਾਂ ਤੇ ਹੈਰਾਨੀਦਾਇਕ ਸੀ। ਮਨਜੀਤ ਹੀ ਉਹਨੂੰ ਪਤਾ ਲੱਗਾ ਕਿ ਸੁਰਿੰਦਰ ਤੇ ਉਹਦੀ ਮਾਂ ਸੁਰਜੀਤ ਕੌਰ ਜੀਤੂ ਦੁਆਰਾ ਭੇਦ ਖੋਲ ਦੇਣ ਵਾਲੀ ਘਟਨਾ ਤੋਂ ਦੂਜੇ ਦਿਨ ਹੀ ਉੱਥੇ ਕਿਤੇ ਚਲੇ ਗਏ ਸਨ। ਸਰਬਜੀਤ ਬੇਹੱਦ ਬਿਮਾਰ ਰਹਿਣ ਲੱਗ ਪਈ ਹੈ। ਸਰਦਾਰਨੀ ਨੂੰ ਕਈ ਵਾਰ ਸ਼ਹਿਰ ਲਿਜਾਂਦਿਆਂ ਮਨਜੀਤ ਨੇ ਦੇਖਿਆ ਸੀ। ਮਨਜੀਤ ਦੀਆਂ ਗੱਲਾਂ ਸੁਣਦਾ ਗੁਰਜੀਤ ਕਿੰਨਾ ਚਿਰ ਤੱਕ ਗੁੰਮਸੁੰਮ ਹੋ ਜਾਂਦਾ। ਸਰਬਜੀਤ ਦਾ ਵੀ ਇਹੀ ਪਿੰਡ ਸੀ। ਉਹਨੇ ਕਦੇ ਜ਼ਿਕਰ ਹੀ ਨਹੀਂ ਸੀ ਕੀਤਾ, ਪਰ ਗੁਰਜੀਤ ਨੇ ਕਦੇ ਪੁੱਛਿਆ ਵੀ ਤਾਂ ਨਹੀਂ ਸੀ। ਉਹਦੀ ਭੈਣ ਉਸੇ ਦੇ ਪਿੰਡ ਦੀ ਹੋਵੇ, ਇਹ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਕਿਹੜੀ ਹੋ ਸਕਦੀ ਸੀ। ਪਰ ਅਫਸੋਸ ਦੀ ਗੱਲ ਇਹ ਸੀ ਕਿ ਜੀਤੂ ਨੇ ਬਣੀ ਬਣਾਈ ਖੇਡ ਵਿਗਾੜਤੀ ਸੀ। ਜੀਤੂ ਵੀ ਪਾਗਲ ਹੀ ਸੀ। ਸਰਦਾਰਨੀ ਨੂੰ ਇਹ ਸਾਰੀਆਂ ਗੱਲਾਂ ਦੱਸਣ ਦਾ ਕੀ ਫਾਇਦਾ ਹੋ ਸਕਦਾ ਸੀ। ਸ਼ੇਰ ਸਿੰਘ ਦਾ ਤਾਂ ਇਹਦੇ ਨਾਲ ਕੁਝ ਨਹੀਂ ਸੀ ਵਿਗੜਨ ਲੱਗਾ। ਬੇਗੁਨਾਹੀ ਦੇ ਦੁੱਖ ਤੇ ਜੇਲ੍ਹ ਦੀਆਂ ਤੰਗੀਆਂ ਨੇ ਜ਼ਰੂਰ ਹੀ ਉਹਦੇ ਦਿਮਾਗ 'ਚ ਫਰਕ ਪਾਤਾ ਹੋਏਗਾ, ਨਹੀਂ ਤਾਂ ਜੀਤੂ ਅਜਿਹਾ ਕਦੀ ਵੀ ਨਾ ਕਰਦਾ। ਚਲੋ ਖੈਰ, ਆਪਣੀ ਭੈਣ ਨੂੰ ਖੁਸ਼ ਕਰਨ ਲਈ ਉਹ ਜ਼ਰੂਰ ਯਤਨ ਕਰੇਗਾ। ਯਤਨ ਹੀ ਨਹੀਂ, ਉਹਦਾ ਪਿਆਰ ਵਾਪਸ ਲਿਆ ਕੇ ਭੈਣ ਦੇ ਹਵਾਲੇ ਕਰੇਗਾ। ਅਜਿਹਾ ਕਰਨ ਲਈ ਇੰਦਰਜੀਤ ਕੌਰ ਦੇ ਪੈਰੀਂ ਹੱਥ ਲਾਉਣੇ ਪਏ ਤਾਂ ਵੀ ਗੁਰੇਜ਼ ਨਹੀਂ ਕਰੇਗਾ। ਗੁਰਜੀਤ ਦੀ ਲਗਾਤਾਰ ਗੁੰਮ ਹੋਈ ਅਵਸਥਾ ਨੂੰ ਭਾਂਪਦਿਆਂ ਉਹਨੂੰ ਨੀਂਦ ਦੀ ਗੋਦ 'ਚ ਪਹੁੰਚ ਗਿਆ ਸਮਝ ਕੇ ਮਨਜੀਤ ਵੀ ਪਾਸਾ ਪਰਤ ਕੇ ਸੌਂ ਗਿਆ। ਪਰ ਗੁਰਜੀਤ ਨੂੰ ਤਾਂ ਸਾਰੀ ਰਾਤ ਨੀਂਦ ਹੀ ਨਹੀਂ ਸੀ ਆਈ। ਸਵੇਰੇ ਨਹਾ ਧੋ ਕੇ ਸਭ ਤੋਂ ਪਹਿਲਾਂ ਸਰਦਾਰਨੀ ਇੰਦਰਜੀਤ ਕੌਰ ਦੀ ਹਵੇਲੀ 'ਚ ਪਹੁੰਚ ਗਿਆ। ਸਰਬਜੀਤ ਮੰਜੇ ਤੇ ਲੇਟੀ ਸੀ। ਵੀਰ ਨੂੰ ਅਚਾਨਕ ਆਪਣੇ ਘਰ ਦੇਖ ਕੇ ਉਹ ਛਾਲ ਮਾਰ ਕੇ ਉੱਠੀ। ਗੁਰਜੀਤ ਨੂੰ ਜਿਵੇਂ ਲਿਪਟੀ ਗਈ। ਵੀਰ, ਮੇਰੇ ਪਿਆਰੇ ਵੀਰ, ਤੁਸੀਂ ਇੱਥੇ ਕਿਵੇਂ? ਸਰਬਜੀਤ ਫੁੱਟ ਕੇ ਰੋਣ ਹੀ ਲੱਗ ਪਈ। 2 ਕੁ ਦਿਨ ਹੋਇਆ ਰਾਤ ਦੀ ਸਾਰੀ ਗੱਲ ਦਾ ਪਤਾ ਲੱਗਾ। ਸਰਦਾਰਨੀ ਹੈਰਾਨ ਹੋਈ ਖੜੀ ਸੀ। ਗੁਰਜੀਤ ਬਾਰੇ ਸਰਬਜੀਤ ਨੇ ਦੱਸਿਆ ਹੋਇਆ ਸੀ, ਪਰ ਇਹ ਇੱਥੇ ਕਿਵੇਂ ਪਹੁੰਚਿਆ? ਬੜੀ ਅਜੀਬ ਗੱਲ ਸੀ। ਇਹ ਤੋਂ ਬਾਅਦ ਇਹ ਕਿ ਇਹਨੂੰ ਸਾਰੀ ਗੱਲ ਦਾ ਕਿੱਥੋਂ ਪਤਾ ਲੱਗ ਗਿਆ? ਸਰਦਾਰਨੀ ਤੋਂ ਪਿਆਰ ਲੈ ਕੇ ਗੁਰਜੀਤ ਸਰਬਜੀਤ ਵਾਲੇ ਮੰਜੇ ਤੇ ਬੈਠ ਗਿਆ। ਪਰ ਤੁਸੀਂ ਇੱਥੇ ਕਿਵੇਂ ਪਹੁੰਚੇ? ਸਰਬਜੀਤ ਦੀ ਉਤਸੁਕਤਾ ਜਿਉਂ ਦੀ ਤਿਉਂ ਬਣੀ ਸੀ। ਮੇਰਾ ਇੱਕ ਦੋਸਤ ਹੈ ਇਸ ਪਿੰਡ 'ਚ, ਉਹਦੇ ਕੋਲ ਮੈਂ ਤਾਂ ਅਕਸਰ ਹੀ ਆਉਂਦਾ ਹੁੰਦਾ। ਗੁਰਜੀਤ ਅਸਲੀ ਗੱਲ ਨੂੰ ਲੁਕੋ ਗਿਆ ਸੀ। ਸ਼ੇਰ ਸਿੰਘ ਦਾ ਜ਼ਿਕਰ ਕਰਕੇ ਉਹ ਸਰਦਾਰਨੀ ਨੂੰ ਹੋਰ ਠੇਸ ਪਹੁੰਚਾਉਣੀ ਨਹੀਂ ਸੀ ਚਾਹੁੰਦਾ।
ਜਿਸ ਗੁਰਜੀਤ ਦੀਆਂ ਸਿਫਤਾਂ ਕਰਦੀ ਸਰਬਜੀਤ ਘੰਟਿਆਂ ਬੱਧੀ ਥੱਕਦੀ ਨਹੀਂ ਸੀ, ਉਹੀ ਗੁਰਜੀਤ ਸਰਦਾਰਨੀ ਦੇ ਸਾਹਮਣੇ ਬੈਠਾ ਸੀ। ਅੱਜ ਸਰਬਜੀਤ ਪੂਰੇ 2 ਮਹੀਨਿਆਂ ਬਾਅਦ ਖੁੱਲ੍ਹ ਕੇ ਹੱਸ ਰਹੀ ਸੀ। ਗੁਰਜੀਤ ਨੇ ਤਾਂ ਪੁੱਛ ਹੀ ਲਿਆ ਸੀ, ਸਰਬਜੀਤ ਤੂੰ ਤਾਂ ਮਰਨ ਵਾਲੀ ਹੋਈ ਪਈ ਆ। ਵੇ ਪੁੱਛਣਾ ਪੁੱਤ, ਇਹ ਤਾਂ ਬਾਹਲੀ ਬਿਮਾਰੀ ਰਹਿਣ ਲੱਗ ਪਈ। ਬਿਮਾਰ ਤਾਂ ਰਹਿਣਾ ਹੀ ਸੀ ਇਹਨੇ। ਸੁਰਿੰਦਰ, ਉਹਦਾ ਨਾਂ ਨਾ ਲੈ ਮੇਰੇ ਸਾਹਮਣੇ। ਪਰ ਮਾਂ ਜੀ, ਸਰਬਜੀਤ ਉਹਨੂੰ ਪਿਆਰ ਵੀ ਤਾਂ ਕਰਦੀ ਹੈ। ਕਰਦੀ ਹੋਣੀ ਹੈ ਕਿਤੇ। ਪਿਆਰ ਕੋਈ ਵਪਾਰ ਤਾਂ ਨਹੀਂ ਜਿਹਨੂੰ ਜਦੋਂ ਮਰਜ਼ੀ ਕਰ ਲਿਆ ਛੱਡਤਾ ਜਾਏ। ਸਰਬਜੀਤ ਸਰਾਣੇ ਤੇ ਮੁੱਧੀ ਹੋ ਕੇ ਪਈ ਸੀ। ਉਹ ਕੁਝ ਵੀ ਨਹੀਂ ਸੀ ਬੋਲ ਰਹੀ, ਬਸ ਲਗਾਤਾਰ ਰੋਈ ਜਾ ਰਹੀ ਸੀ। ਵਕਤ ਨੇ ਕਿਸ ਤਰ੍ਹਾਂ ਦੀ ਕਰਵਟ ਬਦਲੀ ਸੀ। ਨੌਕਰ ਮੇਜ਼ ਤੇ ਚਾਹ ਰੱਖ ਕੇ ਚਲਾ ਗਿਆ। ਗੁਰਜੀਤ ਨੇ ਬੇਸ਼ੱਕ ਸਾਰਾ ਕੁਝ ਸਪਸ਼ਟ ਕਹਿਤਾ ਸੀ, ਪਰ ਇਹ ਸਪਸ਼ਟਤਾ ਵੀ ਇੰਨੀ ਗੁੰਝਲਦਾਰ ਸੀ ਕਿ ਇੰਦਰਜੀਤ ਕੌਰ ਇਹਨੂੰ ਸਮਝ ਕੇ ਵੀ ਸਮਝ ਨਹੀਂ ਸੀ ਸਕੀ। ਨਾਲੇ ਮਾਤਾ ਜੀ, ਪਿਓ ਦਾਦੇ ਦੇ ਭੈੜੇ ਕੰਮਾਂ ਦੀ ਸਜ਼ਾ ਸਾਨੂੰ ਕਿਉਂ ਭੁਗਤਣੀ ਪਵੇ? ਗੁਰਜੀਤ ਗੱਲ ਨੂੰ ਜਲਦੀ ਨਿਬੇੜਨਾ ਚਾਹੁੰਦਾ ਸੀ। ਤੁਸੀਂ ਦੱਸੋ ਭਲਾ, ਇਹਦੇ 'ਚ ਸੁਰਿੰਦਰ ਦਾ ਕੀ ਕਸੂਰ ਹੈ? ਉਸ ਗਰੀਬਣੀ ਸੁਰਜੀਤ ਕੌਰ ਦਾ ਕੀ ਦੋਸ਼ ਹੈ, ਜਿਹਨੇ ਸਾਰੀ ਉਮਰ ਹੱਡ ਭੰਨਵੀਂ ਕਮਾਈ ਕੀਤੀ ਤੇ ਪੁੱਤਰ ਨੂੰ ਪੜ੍ਹਾਇਆ? ਸੋਚੋ ਮਾਂ ਜੀ ਜ਼ਰਾ। ਅਸੀਂ ਸੁਰਿੰਦਰ ਨੂੰ ਕੀ ਕਹਿੰਦੇ ਆ ਪੁੱਤਰ? ਸੁਰਿੰਦਰ ਆਪਣੇ ਘਰ ਸੁਖੀ ਰਹੇ ਪੁੱਤਰ, ਤੂੰ ਜਿੱਦ ਨਾ ਕਰ। ਇਹ ਖਾਨਦਾਨੀ ਪਰੰਪਰਾ ਦੇ ਉਲਟ ਹੈ। ਕੁੜੀ ਦੇ ਬਾਪ ਦੇ ਕਾਤਲ ਦੇ ਮੁੰਡੇ ਨੂੰ ਅਸੀਂ ਜਵਾਈ ਕਿਵੇਂ ਬਣਾ ਲਈਏ? ਤੂੰ ਹੀ ਦੱਸ। ਸਰਦਾਰਨੀ ਦੀ ਇਹ ਵੱਡੀ ਸਿਫਤ ਸੀ ਕਿ ਉਹ ਗੱਲ ਬਹੁਤ ਹੀ ਠਰਮੇ ਨਾਲ ਕਰਦੀ ਸੀ। ਫਿਰ ਸਰਬਜੀਤ ਦੇ ਵੀਰ ਦੇ ਜਜ਼ਬਾਤ ਦੀ ਕਦਰ ਵੀ ਤਾਂ ਕਰਨੀ ਚਾਹੀਦੀ ਸੀ। ਤੂੰ ਵੀ ਬੋਲ ਕੁਝ ਸਰਬਜੀਤ, ਏਦਾਂ ਰੋਣ ਨਾਲ ਤਾਂ ਕੁਝ ਨਹੀਂ ਬਣਨਾ। ਸਰਬਜੀਤ ਦੀ ਗੁੱਤ ਨੂੰ ਫੜ ਕੇ ਹਿਲਾਉਣਾ ਦਿੰਦਿਆਂ ਗੁਰਜੀਤ ਨੇ ਕਿਹਾ। ਸਰਬਜੀਤ ਕੁਝ ਨਾ ਬੋਲੀ, ਸਗੋਂ ਦੋਹਾਂ ਬਾਹਾਂ ਨਾਲ ਮੂੰਹ ਹੋਰ ਵੀ ਢੱਕ ਲਿਆ। ਉਹ ਕੀ ਬੋਲੇ? ਉਹਦੀ ਸੋਚ ਜਿਵੇਂ ਜਵਾਬ ਦੇ ਗਈ ਸੀ। ਜਿਸ ਉਦੇਸ਼ ਨਾਲ ਤੁਸੀਂ ਇੱਥੇ ਆਏ ਸੀ ਉਹ ਅਧੂਰਾ ਰਹਿ ਜਾਏਗਾ। ਇੱਦਾਂ ਸ਼ੇਰ ਸਿੰਘ ਵਰਗਿਆਂ ਨੂੰ ਹੋਰ ਮੌਕਾ ਮਿਲੇਗਾ। ਹਾਲੇ ਤਾਂ ਉਹਨੂੰ ਸ਼ਾਇਦ ਪੂਰੀ ਕਹਾਣੀ ਦਾ ਪਤਾ ਹੀ ਨਹੀਂ। ਮੈਂ ਕੱਲ੍ਹ ਹੀ ਸੁਰਿੰਦਰ ਕੋਲ ਜਾਣਾ। ਉਹ ਜ਼ਰੂਰ ਦੁਬਾਰਾ ਪਹਿਲਾਂ ਵਾਲੀ ਥਾਂ ਹੀ ਚਲੇ ਗਏ ਹੋਣਗੇ। ਉਹ ਤੋਂ ਬਿਨਾਂ ਕਿਤੇ ਨਹੀਂ ਜਾ ਸਕਦੇ। ਤੁਸੀਂ ਟਰੈਕਟਰ ਤਿਆਰ ਰੱਖੋ, ਮੈਂ ਆਪ ਚੱਲ ਕੇ ਜ਼ਮੀਨ ਦਾ ਕਬਜ਼ਾ ਦਿਵਾਊਂ। ਸ਼ੇਰ ਸਿੰਘ ਮੂੰਹ ਤਾਂ ਕਰਕੇ ਦੇਖੇ ਜ਼ਮੀਨ ਵੱਲ। ਮੈਂ ਗੁਰਜੀਤ ਨੇ ਆਖਰੀ ਵਾਕ ਅਧੂਰਾ ਹੀ ਛੱਡਤਾ ਸੀ। ਵਾਕ ਉਹ ਤੋਂ ਪੂਰਾ ਹੋ ਹੀ ਨਹੀਂ ਸੀ ਸਕਿਆ। ਇੱਕ ਹੋਰ ਵੱਡੇ ਝੂਠ ਦਾ ਜੇਕਰ ਇੱਥੇ ਬੈਠੇ ਬੈਠੇ ਪਰਦਾਫਾਸ਼ ਹੋ ਗਿਆ ਤਾਂ ਫਿਰ ਕੀ ਬਣੇਗਾ? ਕੋਈ ਜੀਤੂ ਵਰਗਾ ਹੀ ਨਾ ਪਹੁੰਚ ਜਾਏ ਤੇ ਰਹਿੰਦੀ ਖੁੰਦੀ ਕਸਰ ਵੀ ਨਿਕਲ ਜਾਏ। ਉਹਨੇ ਦੇਖ ਲਿਆ ਸੀ ਕਿ ਇੰਦਰਜੀਤ ਕੌਰ ਦੇ ਚਿਹਰੇ ਦਾ ਤਣਾਅ ਕੁਝ ਘਟਣ ਲੱਗ ਪਿਆ। ਇਹਦੇ ਬਾਵਜੂਦ ਵੀ ਸਰਦਾਰਨੀ ਨੇ ਕਹਿਤਾ ਸੀ, ਜ਼ਮੀਨਾਂ ਰਹੀਆਂ ਪਿੱਛੇ, ਹੁਣ ਅਸੀਂ ਸਰਬਜੀਤ ਦਾ ਵਿਆਹ ਕਿਤੇ ਹੋਰ ਹੀ ਕਰਾਂਗੇ। ਚਲੋ ਤੁਹਾਡੀ ਮਰਜ਼ੀ। ਮੈਨੂੰ ਅਫਸੋਸ ਹੈ ਕਿ ਘਰ ਦੇ ਇੱਕ ਮੈਂਬਰ ਨੂੰ, ਖਾਸ ਕਰ ਭਰਾ ਦੇ ਪੁੱਤਰ ਨੂੰ, ਇੰਨਾ ਵੀ ਹੱਕ ਨਹੀਂ ਕਿ ਆਪਣੀ ਭੈਣ ਦੀਆਂ ਖੁਸ਼ੀਆਂ ਮੁੜ ਆਬਾਦ ਕਰ ਸਕੇ। ਅੱਜ ਤੋਂ ਬਾਅਦ ਤੁਸੀਂ ਮੇਰੀ ਸ਼ਕਲ ਕਦੀ ਨਹੀਂ ਦੇਖੋਗੇ, ਕਦੀ ਨਹੀਂ। ਮੈਂ ਜਾ ਰਿਹਾ। ਗੁਰਜੀਤ ਉੱਠ ਕੇ ਦੌੜੀ ਪਿਆ ਸੀ। ਹੁਣ ਸਰਬਜੀਤ ਦੀ ਵਾਰੀ ਸੀ। ਪਹਿਲਾਂ ਮਹਿਬੂਬ ਗਿਆ, ਹੁਣ ਉਹਦਾ ਪਿਆਰਾ ਵੀਰ ਵੀ ਹੱਥਾਂ 'ਚੋਂ ਨਿਕਲ ਚੱਲਿਆ। ਉਹ ਛਾਲ ਮਾਰ ਕੇ ਉੱਠੀ ਤੇ ਗੁਰਜੀਤ ਦੇ ਪਿੱਠ ਵਾਲੇ ਪਾਸਿਓਂ ਉਸ ਨਾਲ ਲਿਪਟ ਗਈ। ਮੁੜ ਆਓ ਵੀਰ ਜੀ, ਤੁਸੀਂ ਨਾ ਜਾਓ। ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ, ਮੈਥੋਂ ਉਦੋਂ ਕੁਝ ਵੀ ਬੋਲਿਆ ਨਹੀਂ ਸੀ ਗਿਆ। ਮੈਂ ਸੁਰਿੰਦਰ ਤੋਂ ਬਗੈਰ ਮਰ ਜਾਊਂਗੀ, ਮਰ ਜਾਊਂਗੀ। ਸਰਬਜੀਤ ਇੰਨੀ ਉੱਚੀ ਉੱਚੀ ਰੋਣ ਲੱਗ ਪਈ ਕਿ ਸੁਣ ਕੇ ਸਰਦਾਰਨੀ ਵੀ ਭੁੱਬਾਂ ਮਾਰ ਕੇ ਰੋਣ ਲੱਗ ਪਈ। ਉਹ ਵੀ ਗੁਰਜੀਤ ਨੂੰ ਚਿੰਬੜ ਗਈ ਸੀ। ਕੁਝ ਪਲਾਂ ਬਾਅਦ ਤਿੰਨੇ ਹੀ ਵਾਪਸ ਕਮਰੇ 'ਚ ਪਹੁੰਚ ਗਏ। ਅੰਗ 33। ਪਿੰਡ ਦੀਆਂ ਗਲੀਆਂ 'ਚ ਗੜਗੜਾਹਟ ਪਾਉਂਦਾ ਟਰੈਕਟਰ ਜੰਗੀਰ ਸਿੰਘ ਦੀ ਕਬਜ਼ੇ ਵਾਲੀ ਜ਼ਮੀਨ 'ਚ ਪਹੁੰਚ ਚੁੱਕਾ ਸੀ। ਸਮੁੱਚੇ ਇਲਾਕੇ 'ਚ ਜਿਵੇਂ ਇਨਕਲਾਬ ਆ ਗਿਆ ਹੋਵੇ। ਸ਼ਾਇਦ ਪਹਿਲੀ ਵਾਰ ਕਿਸੇ ਕੁੜੀ ਨੂੰ ਟਰੈਕਟਰ ਚਲਾਉਂਦਿਆਂ ਲੋਕਾਂ ਨੇ ਵੇਖਿਆ ਹੋਵੇਗਾ। ਮੂੰਹ 'ਚ ਉਂਗਲਾਂ ਪੈ ਗਈਆਂ। ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ ਸਨ। ਸਰਬਜੀਤ ਨੇ ਆਪਣਾ ਟਰੈਕਟਰ ਜੰਗੀਰ ਸਿੰਘ ਵਾਲੀ ਜ਼ਮੀਨ ਦੇ ਵਿਚਕਾਰ ਜਾ ਖੜਾ ਕੀਤਾ ਸੀ। ਜਿੱਥੋਂ ਜਿੱਥੋਂ ਟਰੈਕਟਰ ਲੰਘਿਆ ਸੀ, ਕਪਾਹ ਦੀ ਭਰਵੀਂ ਫਸਲ ਪੂਰੀ ਤਰ੍ਹਾਂ ਮਿੱਧੀ ਗਈ ਸੀ। ਹਫ਼ਤਾ ਕੁ ਪਹਿਲਾਂ ਗੁਰਜੀਤ ਦੀਆਂ ਕੋਸ਼ਿਸ਼ਾਂ ਸਦਕਾ ਸੁਰਜੀਤ ਕੌਰ ਤੇ ਸੁਰਿੰਦਰ ਵਾਪਸ ਆ ਚੁੱਕੇ ਸਨ। ਸੁਰਿੰਦਰ ਦੀ ਸ਼ਕਲ ਦੇਖ ਕੇ ਸਰਬਜੀਤ ਦਾ ਇੱਕ ਵਾਰੀ ਤਾਂ ਸਾਹ ਹੀ ਸੁੱਕ ਗਿਆ। ਬਿਲਕੁਲ ਪਛਾਣ ਨਹੀਂ ਸੀ ਆਈ। ਅਸਲੋਂ ਕੁਮਲਾ ਗਿਆ ਸੀ। ਸਰਦਾਰਨੀ ਦੇ ਸੁਭਾਅ 'ਚ ਪਹਿਲਾਂ ਨਾਲੋਂ ਵੀ ਜ਼ਿਆਦਾ ਖੁੱਲ੍ਹ ਤੇ ਦਲੇਰੀ ਆ ਗਈ ਸੀ। ਸੁਰਿੰਦਰ ਦੇ ਮੁੜ ਆਉਣ ਤੇ ਉਹਨੇ ਅਤੀਤ ਦਾ ਕੁਝ ਵੀ ਯਾਦ ਨਹੀਂ ਸੀ ਕਰਾਇਆ, ਸਗੋਂ ਇੰਨਾ ਪਿਆਰ ਦਿੱਤਾ ਕਿ ਸੁਰਿੰਦਰ ਆਪਣੇ ਸਾਰੇ ਦੁੱਖ ਭੁੱਲ ਗਿਆ। ਉਸ ਅੰਦਰ ਵੀ ਪਹਿਲਾਂ ਨਾਲੋਂ ਵੱਧ ਸਵੈ ਭਰੋਸਾ ਆ ਗਿਆ। ਸਰਬਜੀਤ ਦੇ ਘਰੋਂ ਵਾਪਸ ਆ ਕੇ ਗੁਰਜੀਤ ਦੀ ਆਪਣੇ ਪਿਤਾ ਸ਼ੇਰ ਸਿੰਘ ਨਾਲ ਵੀ ਕਾਫੀ ਤਕਰਾਰ ਹੋਈ ਸੀ। ਬਾਪੂ ਜੀ, ਤੁਸੀਂ ਛੱਡ ਦਿਓ ਜ਼ਮੀਨ, ਕਿਉਂ ਦੁਖੀ ਕੀਤਾ ਹੋਇਆ ਗਰੀਬਾਂ ਨੂੰ? ਗੁਰਜੀਤ ਦਾ ਇਹ ਪ੍ਰਸ਼ਨ ਵਾਚਕ ਵਾਕ ਸੁਣ ਕੇ ਸ਼ੇਰ ਸਿੰਘ ਹੈਰਾਨ ਹੀ ਰਹਿ ਗਿਆ ਸੀ। ਫਿਰ ਵੀ ਤਸੱਲੀ ਲਈ ਉਹਨੇ ਪੁੱਛ ਲਿਆ ਸੀ, ਕਿਹੜੀ ਜ਼ਮੀਨ? ਜੰਗੀਰ ਸਿੰਘ ਦੀ, ਹੋਰ ਕਿਹੜੀ? ਗੁਰਜੀਤ ਨੂੰ ਪਤਾ ਸੀ ਉਹਦੇ ਪਿਤਾ ਦੀ ਲਗਭਗ ਅੱਧੀ ਜ਼ਮੀਨ ਕਬਜ਼ੇ ਵਾਲੀ ਸੀ,
ਪਰ ਉਹਨੇ ਤਾਂ ਗੱਲ ਸਿਰਫ ਜੰਗੀਰ ਸਿੰਘ ਨਾਲ ਸੰਬੰਧਿਤ ਜ਼ਮੀਨ ਦੀ ਕਰਨੀ ਸੀ, ਜਿਹਨੂੰ ਛਡਾਉਣ ਦਾ ਮਨੋਰਥ ਲੈ ਕੇ ਉਹਦੀ ਭੈਣ ਸਰਬਜੀਤ ਤੇ ਮਾਂ ਜੀ ਖਾਸ ਤੌਰ ਤੇ ਪਿੰਡ ਆਏ ਤੇ ਜਿਨ੍ਹਾਂ ਨੇ ਇਹ ਤਹਈਆ ਕਰ ਰੱਖਿਆ ਕਿ ਉਹ ਇਹ ਕੰਮ ਅਥਵਾ ਮੁਹਿੰਮ ਸਿਰੇ ਲਾ ਕੇ ਹੀ ਸਾਹ ਲੈਣਗੇ। ਤੈਨੂੰ ਕੀ ਹੈ ਪੁੱਤਰ ਇਹਨਾਂ ਗੱਲਾਂ ਨਾਲ? ਤੂੰ ਮੌਜ ਕਰ। ਮੈਨੂੰ ਹੈ ਕੁਛ ਤਾਂ ਹੀ ਕਿਹਾ। ਮੈਂ ਸਮਝਿਆ ਨਹੀਂ। ਸਮਝੇ ਜਾਂ ਨਹੀਂ, ਬਸ ਕਬਜ਼ਾ ਛੱਡ ਦਿਓ। ਤੇਰਾ ਦਿਮਾਗ ਤਾਂ ਟਿਕਾਣੇ ਹੈ। ਅੱਜ ਤੂੰ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ? ਮੇਰਾ ਤਾਂ ਟਿਕਾਣੇ ਹੈ, ਪਰ ਖਬਰਦਾਰ ਜੇ ਅੱਗੇ ਬੋਲਿਆ ਤੈਨੂੰ ਪਤਾ ਨਹੀਂ ਤੂੰ ਕਿਹਦੇ ਨਾਲ ਗੱਲ ਕਰ ਰਿਹਾ? ਮੈਂ ਆਪਣੇ ਜ਼ਿਮੀਂਦਾਰ ਬਾਪ ਨਾਲ ਗੱਲ ਕਰ ਰਿਹਾ। ਜ਼ਿਮੀਂਦਾਰ ਸ਼ਬਦ ਤੇ ਉਹਨੇ ਖਾਸ ਜ਼ੋਰ ਦਿੱਤਾ। ਫਿਰ ਸ਼ਰਮ ਨਹੀਂ ਆਉਂਦੀ ਹੋਣੀ ਇਹੋ ਜਿਹੀਆਂ ਗੱਲਾਂ ਕਰਦੇ ਨੂੰ? ਪੜ੍ਹ ਲਿਖ ਕੇ ਤੂੰ ਇਹੀ ਰੰਗ ਲਾਉਣੇ ਸੀ? ਪੜ੍ਹੇ ਲਿਖੇ ਅਜਿਹੀਆਂ ਗੱਲਾਂ ਕਰਨ ਦੇ ਸਮਰੱਥ ਹੁੰਦੇ ਆ ਬਾਪੂ ਜੀ। ਪਰ ਕੀ? ਮੈਂ ਕਹਿੰਦਾ ਸ਼ਰਮ ਹਿਆ ਬਾਰੇ ਤੁਸੀਂ ਵੀ ਸੋਚੋ ਕੁਝ। ਗੁਰਜੀਤ ਦਾ ਇਹ ਰੂਪ ਸ਼ੇਰ ਸਿੰਘ ਨੇ ਪਹਿਲੀ ਵਾਰ ਦੇਖਿਆ ਸੀ। ਕਿਤੇ ਰੂਪ ਹੋਰ ਹੀ ਪ੍ਰਚੰਡ ਨਾ ਹੋ ਜਾਏ। ਸ਼ੇਰ ਸਿੰਘ ਆਖਰੀ ਗੱਲ ਮੈਂ ਜ਼ਮੀਨ ਨਹੀਂ ਛੱਡਣੀ ਕਹਿ ਕੇ ਕੰਨੀ ਕਤਰਾ ਗਿਆ। ਉਧਰ ਜਗੀਰ ਸਿੰਘ ਸਰਬਜੀਤ ਤੋਂ ਪਹਿਲਾਂ ਹੀ ਖੇਤ 'ਚ ਮੌਜੂਦ ਸੀ। ਸੁਰਿੰਦਰ ਕੁਝ ਦੇਰ ਬਾਅਦ ਪਹੁੰਚ ਗਿਆ। ਹਫ਼ਤਾ ਕੁ ਪਹਿਲਾਂ ਹੀ ਸੁਰਿੰਦਰ ਹੋਰੀ ਪਿੰਡ ਪਹੁੰਚੇ ਸੀ। ਇਸ ਅਰਸੇ ਦੌਰਾਨ ਦੋਹਾਂ ਦੀਆਂ ਇੰਨੀਆਂ ਮੁਲਾਕਾਤਾਂ ਹੋ ਚੁੱਕੀਆਂ ਸੀ ਜਿੰਨੀਆਂ ਪਿਛਲੇ ਸਾਰੇ ਸਮੇਂ ਦੌਰਾਨ ਵੀ ਨਹੀਂ ਸੀ ਹੋਈਆਂ। ਵਿਛੜ ਕੇ ਮਿਲਣ ਦਾ ਆਨੰਦ ਹੀ ਅਜਿਹਾ ਹੁੰਦਾ ਹੈ। ਗੁਆਚੀ ਹੋਈ ਬਹੁਮੁੱਲੀ ਚੀਜ਼ ਦੁਬਾਰਾ ਲੱਭ ਪਈ ਸੀ, ਜਿਹਦੀ ਆਸ ਉਮੀਦ ਹੀ ਮੁੱਕ ਚੱਲੀ ਸੀ। ਸੁਰਿੰਦਰ ਨੇ ਅਨੇਕਾਂ ਸੋਗ ਭਰਪੂਰ ਕਵਿਤਾਵਾਂ ਸਰਬਜੀਤ ਨੂੰ ਸੁਣਾਈਆਂ, ਜਿਹੜੀਆਂ ਉਹਦੇ ਵਿਛੋੜੇ ਤੇ ਪੀੜ ਭਰੇ ਦੌਰ 'ਚ ਲਿਖੀਆਂ ਸਨ। ਇਸ ਵਕਤ ਦੋਵੇਂ ਟਰੈਕਟਰ ਦੇ ਨੇੜੇ ਖੜੇ ਪਿਆਰ ਭਰੀਆਂ ਗੱਲਾਂ ਕਰ ਰਹੇ ਸਨ। ਸਰਦਾਰਨੀ ਇੰਦਰਜੀਤ ਕੌਰ ਆ ਜਾਏ ਤਾਂ ਖੇਤ ਵਾਹੁਣੇ ਸ਼ੁਰੂ ਕਰ ਦਿੱਤੇ ਜਾਣ। ਜਗੀਰ ਸਿੰਘ ਦੂਰ ਵੱਟ ਤੇ ਖੜਾ ਸੀ, ਬਹੁਤ ਹੀ ਘਬਰਾਇਆ ਹੋਇਆ ਸੀ। ਸੁਰਿੰਦਰ ਸਰਦਾਰਨੀ ਨੂੰ ਦੇਖਣ ਚਲਾ ਗਿਆ। ਸਰਬਜੀਤ ਟਰੈਕਟਰ ਦੀ ਕਾਠੀ ਤੇ ਚੜ੍ਹ ਕੇ ਬੈਠ ਗਈ। ਸੁਰਿੰਦਰ ਦੇ ਉੱਥੋਂ ਪਾਸੇ ਹੋ ਜਾਣ ਕਾਰਨ ਉਹਨੂੰ ਕੁਝ ਫਿਕਰ ਵੀ ਹੋਣ ਲੱਗ ਪਿਆ ਸੀ। ਖਾਸ ਤੌਰ ਤੇ ਉਹ ਸੋਚ ਰਹੀ ਸੀ ਕਿ ਹੁਣ ਤੱਕ ਗੁਰਜੀਤ ਕਿਉਂ ਨਹੀਂ ਸੀ ਪਹੁੰਚਿਆ। ਕਿਤੇ ਵਾਪਸ ਸ਼ਹਿਰ ਤਾਂ ਨਹੀਂ ਸੀ ਚਲਾ ਗਿਆ? ਪਰ ਦੱਸ ਕੇ ਤਾਂ ਜ਼ਰੂਰ ਜਾਂਦਾ। ਉਹਨੇ ਵਾਅਦਾ ਵੀ ਤਾਂ ਕੀਤਾ ਹੈ ਕਿ ਨੌਜਵਾਨ ਸਭਾ ਦੇ ਮੁੰਡਿਆਂ ਨੂੰ ਨਾਲ ਲੈ ਕੇ ਆਏਗਾ। ਖੈਰ ਉਹ ਆ ਹੀ ਜਾਏਗਾ, ਉਹਨੂੰ ਕਿਹੜਾ ਘੱਟ ਫਿਕਰ ਹੋਏਗਾ। ਪਰ ਇਹ ਕੀ? ਸਰਬਜੀਤ ਨੇ ਦੇਖਿਆ ਕੁਝ ਦੂਰੀ ਤੇ ਸਾਹਮਣੇ ਸ਼ੇਰ ਸਿੰਘ ਬੰਦੂਕ ਤਾਣ ਕੇ ਖੜ ਗਿਆ ਸੀ। ਇਹ ਕਦੋਂ ਤੇ ਕਿੱਧਰੋਂ ਆ ਗਿਆ? ਇਹਨੂੰ ਕਿਹਨੇ ਦੱਸਤਾ? ਜੰਗੀਰ ਵੀ ਕਿਤੇ ਸਾਹਮਣੇ ਨਹੀਂ ਸੀ ਦਿਸਦਾ। ਸਰਬਜੀਤ ਘਬਰਾਈ ਨਹੀਂ। ਕੁੜੀਏ ਲੈ ਜਾ ਟਰੈਕਟਰ ਨੂੰ ਜ਼ਮੀਨ 'ਚੋਂ, ਨਹੀਂ ਤਾਂ ਉਡਾ ਦਿਆਂਗਾ, ਸ਼ੇਰ ਸਿੰਘ ਨੇ ਆਉਣ ਸਾਰ ਲਲਕਾਰਾ ਮਾਰ ਕੇ ਕਿਹਾ ਸੀ। ਮੈਂ ਵਾਪਸ ਜਾਣ ਲਈ ਨਹੀਂ ਆਈ ਬਜ਼ੁਰਗੋ, ਤੁਸੀਂ ਆਪ ਹੀ ਚਲੇ ਜਾਓ। ਤੁਸੀਂ ਇੱਥੇ ਕੀ ਲੈਣ ਆਏ ਹੋ? ਮੈਂ ਬੀਬਾ ਤੈਨੂੰ ਪਿਆਰ ਨਾਲ ਕਹਿਣਾ, ਚਲੀ ਜਾ। ਮੇਰਾ ਗੁੱਸਾ ਬਹੁਤ ਭੈੜਾ ਹੈ। ਸ਼ੇਰ ਸਿੰਘ ਨੂੰ ਸਰਬਜੀਤ ਦੁਆਰਾ ਬਜ਼ੁਰਗੋ ਕਹਿਣ ਦਾ ਹਿਰਖ ਤਾਂ ਬਹੁਤ ਹੋਇਆ ਸੀ, ਪਰ ਉਹ ਇੱਕ ਵਾਰੀ ਤਾਂ ਪੀ ਗਿਆ ਸੀ। ਇਸੇ ਲਈ ਹੁਣ ਉਹਨੇ ਪਿਆਰ ਤੇ ਧਮਕੀ ਦੀ ਰਲੀ ਮਿਲੀ ਬੋਲੀ 'ਚ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ। ਸਰਦਾਰ ਸਾਹਿਬ, ਖਬਰਦਾਰ ਜੇ ਕੋਈ ਹਰਕਤ ਕੀਤੀ, ਮੈਂ ਤੇਰੀ ਧੌਣ ਮਰੋੜ ਕੇ ਰੱਖ ਦਿਆਂਗਾ। ਸੁਰਿੰਦਰ ਦੂਰੋਂ ਹੀ ਸ਼ੇਰ ਸਿੰਘ ਵੱਲ ਦੌੜਿਆ ਆ ਰਿਹਾ ਸੀ। ਸਰਬਜੀਤ ਟਰੈਕਟਰ ਦੀ ਸੀਟ ਤੋਂ ਉਤਰ ਕੇ ਥੱਲੇ ਆ ਗਈ ਸੀ। ਸੁਰਿੰਦਰ ਅੱਗੇ ਨਾ ਆਈ, ਉੱਥੇ ਹੀ ਖੜ ਜਾ, ਸਰਬਜੀਤ ਨੇ ਚੀਖ ਕੇ ਕਿਹਾ। ਨਹੀਂ ਸਰਬਜੀਤ, ਮੈਂ ਲੈਣਾ ਅੱਜ ਇਹਦੀ ਖਬਰ। ਇਹਨੇ ਬਥੇਰਾ ਲਹੂ ਪੀ ਰੱਖਿਆ ਸੀ। ਕੋਈ ਭੌਂਕ ਨਾ ਹੋਏ ਮੁੰਡਿਆ, ਤੈਨੂੰ ਵੀ ਦੇਖ ਲਾਂਗੇ, ਵੱਡੇ ਡੀਸੀ ਦੇ ਪੁੱਤ ਨੂੰ। ਸ਼ੇਰ ਸਿੰਘ ਨੇ ਬੰਦੂਕ ਦੀ ਨਾਲ ਸੁਰਿੰਦਰ ਵੱਲ ਕਰ ਲਈ ਸੀ। ਤੇਰੀ ਕਪਾਹ ਦੀਆਂ ਅੱਜ ਜੜ੍ਹਾਂ ਨਾ ਉਖੇੜੀਆਂ ਤਾਂ ਮੈਂ ਵੀ ਪਿਓ ਦੀ ਧੀ ਨਹੀਂ। ਸ਼ੇਰ ਸਿੰਘ ਅੱਜ ਇਹ ਤਮਾਸ਼ਾ ਵੀ ਦੇਖ ਲਿਆ ਆਪਣੀਆਂ ਅੱਖਾਂ ਨਾਲ। ਸਰਬਜੀਤ ਟਰੈਕਟਰ ਤੇ ਚੜ੍ਹਨ ਲੱਗੀ ਸੀ ਕਿ ਸ਼ੇਰ ਸਿੰਘ ਨੇ ਹਵਾਈ ਫਾਇਰ ਕਰ ਦਿੱਤਾ। ਸਰਬਜੀਤ ਉੱਥੇ ਰੁਕ ਗਈ, ਪਰ ਉਹ ਅੱਗੇ ਵੱਧ ਕੇ ਟਰੈਕਟਰ ਦੇ ਮੂਹਰੇ ਤਣ ਕੇ ਖੜੀ ਹੋ ਗਈ। ਫਾਇਰ ਫੋਕਾ ਕਿਉਂ ਕੀਤਾ ਡਰਪੋਕਾ? ਚਲਾ ਗੋਲੀ ਜੇ ਹਿੰਮਤ ਹੈ। ਸਰਬਜੀਤ ਦੇ ਜੋਸ਼ ਵਿੱਚ ਰੱਤੀ ਵੀ ਫਰਕ ਨਹੀਂ ਸੀ ਪਿਆ। ਲੈ ਫਿਰ ਹੋ ਜਾ ਤਿਆਰ, ਤੂੰ ਚਲਾ ਗੋਲੀ ਕੁੜੀਏ, ਚਲਾ ਦੇ। ਗੋਲੀ ਚੱਲ ਗਈ ਸੀ, ਪਰ ਸਰਬਜੀਤ ਦੇ ਨਹੀਂ ਲੱਗੀ। ਅਚਾਨਕ ਇੱਕ ਨੌਜਵਾਨ ਸਰਬਜੀਤ ਦੇ ਮੂਹਰੇ ਹੋ ਗਿਆ ਸੀ। ਪਛਾਣਨਾ ਵੀ ਕੋਈ ਔਖਾ ਨਹੀਂ ਸੀ। ਪ੍ਰੋਫੈਸਰ ਗੁਰਜੀਤ ਹੀ ਸੀ। ਆਹ ਹਾਏ ਓਏ ਮਾਰਤਾ ਓਏ, ਦੀ ਦਿਲਾਂ ਨੂੰ ਚੀਰ ਦੇਣ ਵਾਲੀ ਆਵਾਜ਼ ਕੱਢਦਾ ਹੋਇਆ ਜ਼ਮੀਨ ਤੇ ਡਿੱਗ ਪਿਆ ਸੀ। ਇੱਧਰ ਸ਼ੇਰ ਸਿੰਘ ਦੇ ਹੱਥੋਂ ਵੀ ਬੰਦੂਕ ਨਿਕਲ ਕੇ ਜ਼ਮੀਨ ਤੇ ਜਾ ਡਿੱਗੀ ਸੀ। ਓਏ ਗੁਰਜੀਤ ਮੇਰੇ ਪੁੱਤਰ, ਤੂੰ ਕਿਵੇਂ ਆ ਗਿਆ ਵਿੱਚ? ਦੌੜ ਕੇ ਸ਼ੇਰ ਸਿੰਘ ਗੁਰਜੀਤ ਦੇ ਉੱਤੇ ਲੇਟ ਗਿਆ ਸੀ ਤੇ ਜ਼ਮੀਨ ਦੇ ਤੇ ਸਿਰ ਮਾਰ-ਮਾਰ ਕੇ ਰੋਣ ਲੱਗ ਪਿਆ ਸੀ। ਪਰ ਇੱਕ ਹੋਰ ਹੈਰਾਨੀ, ਗੁਰਜੀਤ ਤਾਂ ਛਾਲ ਮਾਰ ਕੇ ਉੱਠ ਖੜਾ ਸੀ। ਨਿਸ਼ਾਨੇ ਦੀ ਉਕਾਈ ਜਾਂ ਫਿਰ ਮੌਕਾ ਮੇਲ ਗੋਲੀ ਉਹਦੇ ਖੱਬੇ ਡੋਲੇ 'ਚ ਵੱਜੀ ਸੀ, ਜਿਹਨੂੰ ਉਹਨੇ ਸੱਜੇ ਹੱਥ ਨਾਲ ਘੁੱਟ ਕੇ ਫੜਿਆ ਹੋਇਆ ਸੀ। ਬਾਪੂ ਮੈਂ ਬਚ ਗਿਆ, ਹੁਣ ਮਾਰ ਮੈਨੂੰ ਗੋਲੀ। ਗੁਰਜੀਤ ਗਰਜ ਹੀ ਤਾਂ ਰਿਹਾ ਸੀ। ਧੀ ਧਿਆਣੀ ਦਾ ਕਤਲ ਕਰਨ ਲੱਗਾ ਸੀ, ਤੇਰਾ ਖੂਨ ਇੰਨਾ ਸਫੈਦ ਹੋ ਗਿਆ। ਸਰਬਜੀਤ ਵੀਰ ਜੀ ਦੀ ਉੱਚੀ ਤੇ ਤਿੱਖੀ ਆਵਾਜ਼ ਕੱਢਦਿਆਂ ਗੁਰਜੀਤ ਨੂੰ ਚਿੰਬੜ ਗਈ ਸੀ।
ਤੁਰੰਤ ਆਪਣੀ ਚੁੰਨੀ ਨਾਲ ਘੁੱਟ ਕੇ ਉਹਨੇ ਗੁਰਜੀਤ ਦੇ ਡੋਲੇ ਨੂੰ ਬੰਨ੍ਹ ਦਿੱਤਾ ਸੀ। ਪੁੱਤਰ, ਮੈਨੂੰ ਮਾਫ਼ ਕਰ ਦੇ। ਅੱਜ ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਮੈਨੂੰ ਮਾਫ਼ ਕਰ ਦੇ। ਸ਼ੇਰ ਸਿੰਘ ਗਿੜਗੜਾ ਰਿਹਾ ਸੀ। ਉਹਦੇ ਸਾਰੇ ਜਿਸਮ 'ਚ ਕੰਬਣੀ ਛਿੜੀ ਹੋਈ ਸੀ। ਹੇ ਰੱਬਾ, ਇਹ ਕੀ ਗੁਨਾਹ ਹੋ ਰਿਹਾ ਸੀ। ਸਰਦਾਰਨੀ ਇੰਦਰਜੀਤ ਕੌਰ, ਸੁਰਜੀਤ ਕੌਰ ਤੇ ਸੁਰਿੰਦਰ ਤਾਂ ਮੌਜੂਦ ਹੀ ਸਨ। ਪਿੰਡ ਦੇ ਹੋਰ ਵੀ ਕਾਫੀ ਸਾਰੇ ਲੋਕ ਇਕੱਠੇ ਹੋ ਗਏ ਸਨ। ਸਰਬਜੀਤ ਨੇ ਸਾਹਮਣੇ ਸੁੰਗੜੇ ਜੇ ਖੜੇ ਜੰਗੀਰ ਸਿੰਘ ਵੱਲ ਇਸ਼ਾਰਾ ਕਰਕੇ ਕਿਹਾ, ਮਾਫ਼ੀ ਮੇਰੇ ਤੋਂ ਨਹੀਂ, ਉਸ ਗਰੀਬ ਤੋਂ ਮੰਗੋ ਜਿਹੜਾ ਸਾਰੀ ਉਮਰ ਚੱਕੀ ਦੇ ਪੁੜਾਂ 'ਚ ਪਿਸਦਾ ਰਿਹਾ। ਸ਼ੇਰ ਸਿੰਘ ਕੁਝ ਨਹੀਂ ਸੀ ਬੋਲਿਆ। ਉਹਨੇ ਜੰਗੀਰ ਸਿੰਘ ਵੱਲ ਵੇਖ ਆਪਣੀ ਗਰਦਨ ਝੁਕਾ ਲਈ ਸੀ। ਇੱਕ ਸ਼ਰਤ ਵੀ ਹੈ। ਕੀ ਹੈ? ਕੀ ਹੈ? ਜਲਦੀ ਦੱਸੋ। ਸ਼ੇਰ ਸਿੰਘ ਜ਼ਰਾ ਖੁੱਲ੍ਹ ਕੇ ਬੋਲਿਆ ਸੀ। ਪਿੰਡ ਦੇ ਹੋਰ ਜਿੰਨੇ ਲੋਕਾਂ ਨਾਲ ਤੁਸੀਂ ਵਧੀਕੀ ਕੀਤੀ ਹੈ, ਸਾਰਿਆਂ ਤੋਂ ਮਾਫ਼ੀ ਮੰਗਣੀ ਪਏਗੀ। ਬੋਲੋ, ਮਨਜ਼ੂਰ ਹੈ? ਸਾਰੇ ਗਰੀਬਾਂ ਦੀਆਂ ਜ਼ਮੀਨਾਂ ਵਾਪਸ ਕਰਨੀਆਂ ਹੋਣਗੀਆਂ। ਮੈਨੂੰ ਪ੍ਰਵਾਨ ਹੈ। ਸ਼ੇਰ ਸਿੰਘ ਦਾ ਇੱਕੋ ਇੱਕ ਲੜਕਾ ਗੁਰਜੀਤ ਮੌਤ ਦੇ ਮੂੰਹ 'ਚੋਂ ਨਿਕਲ ਕੇ ਵਾਪਸ ਆਇਆ ਸੀ। ਉਹਨੂੰ ਕੁਝ ਵੀ ਅਪਰਵਾਨ ਨਹੀਂ ਸੀ। ਜਾਓ, ਹੁਣੇ ਤੋਂ ਇਹ ਸ਼ੁਭ ਕੰਮ ਸ਼ੁਰੂ ਕਰੋ, ਸਰਬਜੀਤ ਨੇ ਸਖਤ ਹੁਕਮ ਦਿੱਤਾ ਸੀ। ਸ਼ੇਰ ਸਿੰਘ ਸਿਰ ਨੀਵਾਂ ਕਰੀ ਪਿੰਡ ਵੱਲ ਤੁਰ ਪਿਆ। ਤੁਸੀਂ ਚੰਗਾ ਨਾਟਕ ਕੀਤਾ, ਭੇਤ ਹੀ ਨਹੀਂ ਦਿੱਤਾ ਤੇ ਇੰਨਾ ਖਤਰਾ ਮੁੱਲ ਲਿਆ। ਸੁਰਿੰਦਰ ਨੇ ਗੁਰਜੀਤ ਨੂੰ ਜੱਫੀ 'ਚ ਲੈਂਦਿਆਂ ਕਿਹਾ, ਅਜਿਹਾ ਨਾ ਕਰਦਾ ਤਾਂ ਮੇਰੇ ਦਰਸ਼ਕ ਤੇ ਸਰੋਤੇ ਖੁਸ਼ ਕਿਵੇਂ ਹੁੰਦੇ। ਗੁਰਜੀਤ ਨੇ ਸਿਰ ਘੁਮਾ ਕੇ ਆਲੇ ਦੁਆਲੇ ਦੇਖਦਿਆਂ ਹੱਸ ਕੇ ਕਿਹਾ ਸੀ। ਬੇਸ਼ੱਕ ਉਸਨੂੰ ਅਸਹਿ ਦਰਦ ਵੀ ਹੋ ਰਿਹਾ ਸੀ। ਮੈਂ ਤਾਂ ਮੇਰੇ ਦੋਸਤ ਆਪਣੀ ਭੈਣ ਦੀ ਖੁਸ਼ੀ ਲਈ ਕੁਝ ਵੀ ਕਰ ਸਕਦਾ ਸਾਂ। ਗੋਲੀ ਛਾਤੀ 'ਚ ਲੱਗ ਜਾਂਦੀ ਤਾਂ ਵੀ ਕੋਈ ਦੁੱਖ ਨਹੀਂ ਸੀ ਹੋਣਾ। ਸਰਬਜੀਤ ਦੇ ਮੋਢੇ ਤੇ ਹੱਥ ਰੱਖ ਕੇ ਉਹਨੇ ਕਿਹਾ, ਮੈਨੂੰ ਖੁਸ਼ੀ ਹੈ ਕਿ ਹੁਣ ਮੈਂ ਆਪਣੀ ਭੈਣ ਦਾ ਵਿਆਹ ਆਪਣੇ ਹੱਥੀਂ ਕਰ ਸਕਾਂਗਾ। ਦੋਹਾਂ ਸਰਦਾਰਨੀਆਂ ਦੀਆਂ ਅੱਖਾਂ 'ਚ ਅੱਥਰੂ ਸਨ ਤੇ ਚਿਹਰਿਆਂ ਤੇ ਸੰਤੁਸ਼ਟੀ ਦੇ ਨਿਸ਼ਾਨ। ਸ਼ਰਧਾ 'ਚ ਉਹਨਾਂ ਦੇ ਸਿਰ ਝੁਕੇ ਹੋਏ ਸਨ। ਸਰਬਜੀਤ ਨੇ ਕੋਲ ਖੜੇ ਸੁਰਿੰਦਰ ਦਾ ਹੱਥ ਫੜ ਲਿਆ ਸੀ ਤੇ ਆਪਣਾ ਸਿਰ ਉਹਦੇ ਖੱਬੇ ਮੋਢੇ ਤੇ ਟਿਕਾ ਦਿੱਤਾ। ਪਲਾਂ ਛਿਣਾਂ ਵਿੱਚ ਹੀ ਸਾਰਾ ਪਰਿਵਾਰ ਟਰੈਕਟਰ ਤੇ ਸਵਾਰ ਹੋ ਗਿਆ। ਟਰੈਕਟਰ ਧੂੜਾਂ ਉਡਾਉਂਦਾ ਸ਼ਹਿਰ ਵੱਲ ਜਾ ਰਿਹਾ ਸੀ। ਪ੍ਰੋਫੈਸਰ ਗੁਰਜੀਤ ਦੀ ਮੱਲਮ ਪੱਟੀ ਕਰਾਉਣ ਲਈ ਚਾਲਕ ਸਰਬਜੀਤ ਹੀ ਸੀ। ਧੰਨਵਾਦ ਤੇ ਸਮਾਪਤ।